ਰਹਿੰਦਿਆਂ ਉੱਠਦਿਆਂ ਖਾਂਦਿਆਂ ਪੀਂਦਿਆਂ ਸੌਂਦਿਆਂ ਨਹਾਉਂਦਿਆਂ ਪੁੱਤ ਨੂੰ ਸਵਾਉਣਾ ਹੋਵੇ, ਧੀ ਨੂੰ ਰੋਟੀ ਖਵਾਉਣੀ ਹੋਵੇ, ਮਾਂ ਕੋਲੇ ਬਹਿਣਾ ਹੋਵੇ, ਭੈਣ ਕੋਲੇ ਰਹਿਣਾ ਹੋਵੇ, ਸ਼ਮਸ਼ਾਨ ਘਾਟ ਦੇ ਵਿੱਚ ਵੀ ਨਾਲੋਂ ਨਾਲ, ਮੰਦਿਰ 'ਚ ਵੀ ਇਹ ਚੁੱਪ ਨਹੀਂ ਕਰਦਾ, ਗੁਰਦੁਆਰੇ 'ਚ ਵੀ ਇਹ ਖਹਿੜਾ ਨਹੀਂ ਛੱਡਦਾ। ਚਾਹੇ ਜਮਾਤ ਹੋਵੇ, ਚਾਹੇ ਕਲਾਸ ਹੋਵੇ, ਚਾਹੇ ਆਪਰੇਸ਼ਨ ਕਰਨਾ ਹੋਵੇ, ਚਾਹੇ ਪੇਸ਼ੈਂਟ ਹੋਵੇ, ਜੰਗ ਚਾਹੇ ਲਾਉਣੀ ਹੋਵੇ, ਮੁੰਡੇ ਨੂੰ ਚਾਹੇ ਪੜਾਉਣਾ ਹੋਵੇ, ਚਲਦੀ ਹੈ ਦੁਨੀਆ ਤੇਰੇ ਆਸਰੇ, ਵੇਖਿਆ ਤੈਨੂੰ ਆਉਂਦੀ ਸਮਾਈਲ, ਤੂੰ ਦੇਵਤਾ ਤੂੰ ਮੋਬਾਈਲ। ਜ਼ਿੰਦਗੀ ਦਾ ਕੈਨਵਸ ਜਿਹੜਾ ਕੁਦਰਤ ਉਸਾਰਦੀ ਹੈ, ਨੇਚਰ ਨੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਰੰਗ ਭਰੇ ਨੇ, ਉਸ ਕੈਨਵਸ ਦੇ ਵਿੱਚ ਇਸ ਨਿੱਕੀ ਜਿਹੀ ਮਸ਼ੀਨ ਨੇ ਉਹ ਸਾਰੇ ਰੰਗ ਫਿੱਕੇ ਪਾ ਦਿੱਤੇ। 33 ਕਰੋੜ ਦੇਵੀ ਦੇਵਤਿਆਂ ਦੇ ਇੰਨੀ ਅਸੀਂ ਪੂਜਾ ਆਰਾਧਨਾ ਨਹੀਂ ਕੀਤੀ ਹੋਊਗੀ ਜਿੰਨੀ ਅਸੀਂ ਇਸ ਮਸ਼ੀਨ ਦੀ ਕਰਦੇ ਹਾਂ। ਗੁਲਾਮ ਬਣ ਚੁੱਕੇ ਹਾਂ ਅਸੀਂ। 1947 ਚ ਭਾਵੇਂ ਅਸੀਂ ਆਜ਼ਾਦ ਹੋ ਗਏ ਸੀ, ਪਰ ਅੱਜ ਵੀ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਅਸੀਂ ਅਚੇਤ ਅਵਸਥਾ ਦੇ ਵਿੱਚ ਅਛੋਪਲੇ ਜੇ ਅਨਕੌਂਸ਼ੀਅਸਲੀ ਇਸ ਮਸ਼ੀਨ ਦੇ ਗੁਲਾਮ ਬਣ ਚੁੱਕੇ ਹਾਂ। ਇਹਦੀ ਐਡਿਕਸ਼ਨ ਇੰਨੀ ਕੁ ਹੋ ਚੁੱਕੀ ਹੈ, ਇਹਦੇ ਅਸੀਂ ਇੰਨੇ ਕੁ ਗੁਲਾਮ ਹੋ ਚੁੱਕੇ ਹਾਂ, ਇੰਨਾ ਕੁ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਕਿ ਨਿੱਕਾ ਜਿਹਾ ਬੱਚਾ ਜੰਮਦਾ ਹਸਪਤਾਲ ਦੇ ਵਿੱਚ, ਜਨਮ ਲੈਂਦਿਆਂ ਸਾਰੀ ਨਰਸ ਨੂੰ ਪੁੱਛਦਾ ਹੈ, ਮੈਡਮ ਜੀ ਤੁਹਾਡੇ ਕੋਲ ਮੋਬਾਈਲ ਹੈਗਾ? ਉਹ ਕਹਿੰਦੀ ਬੇਟੇ ਕੀ ਕਰਨਾ ਹੈ? ਬਸ ਜੀ ਰੱਬ ਨੂੰ WhatsApp ਕਰਨਾ, ਮੈਂ ਠੀਕ ਠਾਕ ਪਹੁੰਚ ਗਿਆ। ਮੋਹਾਲੀ ਦਾ ਇੱਕ ਨੌਜਵਾਨ ਮੁੰਡਾ, ਨਵੀਂ ਨੌਕਰੀ ਲੱਗੀ ਹੈ, ਉਹਦੀ ਇੰਗੇਜਮੈਂਟ ਹੋਈ ਹੈ, ਕੋਰਟ ਦੇ ਵਿੱਚ ਨੌਕਰੀ ਮਿਲੀ ਹੈ, ਕੋਰਟ ਦੇ ਵਿੱਚ ਪਹੁੰਚ ਗਿਆ 8:30 ਵਜੇ ਡਿਊਟੀ ਤੇ। ਅਚਾਨਕ ਉਹਨੂੰ ਯਾਦ ਆਉਂਦਾ ਕਿ ਮੇਰੀ ਜੇਬ ਦੇ ਵਿੱਚ ਤਾਂ ਮੋਬਾਈਲ ਹੈ ਨਹੀਂ। ਉਹ ਆਪਣੀ ਬਾਈਕ ਤੁਰੰਤ ਆਪਣੇ ਘਰ ਨੂੰ ਭਜਾਉਂਦਾ ਹੈ, ਚਾਰਜਰ ਦੇ ਵਿੱਚੋਂ ਲੱਗਿਆ ਹੋਇਆ ਮੋਬਾਈਲ ਕੱਢਦਾ, ਆਪਣੀ ਜੇਬ ਦੇ ਵਿੱਚ ਪਾਉਂਦਾ, ਫਿਰ ਬਾਈਕ ਭਜਾ ਲੈਂਦਾ, ਪਰ ਡਿਊਟੀ ਤੇ ਪਹੁੰਚ ਨਹੀਂ ਪਾਉਂਦਾ ਕਿ ਬਹੁਤ ਖਤਰਨਾਕ ਕਿਸਮ ਦੇ ਨਾਲ ਉਹਦਾ ਐਕਸੀਡੈਂਟ ਹੁੰਦਾ ਹੈ ਔਰ ਪੂਰੇ 9 ਵਜੇ ਉਹਦੀ ਡੈਥ ਹੋ ਜਾਂਦੀ ਤੇ ਸੜਕ ਤੇ ਪਈ ਹੋਈ ਲਾਸ਼ ਨੂੰ ਜਦੋਂ ਚੱਕਿਆ ਜਾਂਦਾ ਤੇ ਥੱਲੇ ਤੋਂ ਉਹਦਾ ਮੋਬਾਈਲ ਵੱਜ ਰਿਹਾ ਹੁੰਦਾ। ਇਹੋ ਜਿਹੀਆਂ ਦਰਦਨਾਕ ਤਸਵੀਰਾਂ ਸਾਨੂੰ ਸ਼ਾਇਦ ਦਰਦ ਨਹੀਂ ਦਿੰਦੀਆਂ ਕਿਉਂਕਿ ਇਹਨੇ ਸਾਡੇ ਦਰਦ ਹੀ ਖਤਮ ਕਰ ਦਿੱਤੇ। ਜਦੋਂ ਦਾ 4G ਡਾਟਾ ਫ੍ਰੀ ਹੋਇਆ ਤੇ ਉਦੋਂ ਦਾ ਡਾਟਾ ਹੈ, ਇੱਕ ਸਰਵੇ ਹੈ ਕਿ ਅਸੀਂ 70% ਡਾਟਾ ਆਪਣਾ ਪੌਰਨ ਮੂਵੀਜ਼ ਵੇਖ ਕੇ ਖਤਮ ਕਰ ਲੈਂਦੇ ਹਾਂ। ਸਾਡੇ ਮੁਲਕ ਦੀ ਸਭ ਤੋਂ ਪਵਿੱਤਰ ਜਗ੍ਹਾ ਵਿਧਾਨ ਸਭਾ ਮੰਨੀ ਜਾਂਦੀ ਹੈ। ਇੱਕ MLA ਜਿਸ ਨੂੰ ਅਸੀਂ ਵੋਟਾਂ ਪਾ ਕੇ ਅਸੀਂ ਆਪਣੇ ਕਾਨੂੰਨ ਬਣਾਉਣ ਦੇ ਲਈ ਭੇਜਦੇ ਹਾਂ, ਉਹ MLA ਉੱਥੇ ਬੈਠ ਕੇ ਮੋਬਾਈਲ ਦੇ ਵਿੱਚ ਅਸ਼ਲੀਲ ਮੂਵੀਜ਼ ਵੇਖਦਾ ਹੈ। ਇਹ ਮਸ਼ੀਨਾਂ ਨੇ ਜਿੰਨੀਆਂ ਵੀ, ਇਹ ਸਾਡੇ ਲਾਭ ਦੇ ਲਈ ਆ। ਪਰ ਇਸ ਮਸ਼ੀਨ ਦੀ ਗੁਲਾਮਤ ਅਸੀਂ ਇੰਨੀ ਕਰ ਚੁੱਕੇ ਹਾਂ ਜਾਂ ਕਰ ਰਹੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਆਪਣਾ ਨੁਕਸਾਨ ਵੀ ਕਰਨ ਲੱਗ ਗਏ ਹਾਂ। ਰੇਡੀਏਸ਼ਨ ਕੌਣ ਨਹੀਂ ਜਾਣਦਾ? ਇੱਕ ਲਫ਼ਜ਼ ਹੈ, ਜਦੋਂ ਮੋਬਾਈਲ ਕੰਪਨੀ ਮੋਬਾਈਲ ਵੇਚਦੀ ਹੈ ਰੇਡੀਏਸ਼ਨ ਦਾ ਜ਼ਿਕਰ ਜ਼ਰੂਰ ਕਰਦੀ ਹੈ ਔਰ ਰੇਡੀਏਸ਼ਨ ਕਾਰਨ ਸਭ ਤੋਂ ਵੱਧ ਕੈਂਸਰ ਸਾਨੂੰ ਹੋ ਰਿਹਾ। 400 ਬੰਦਾ ਪ੍ਰਤੀ ਦਿਨ ਸੜਕਾਂ ਦੇ ਉੱਤੇ ਅਣਿਆਈ ਮੌਤ ਮਰ ਰਿਹਾ। ਖੂਨੀ ਸੜਕਾਂ ਗਰਦਾਨੀਆਂ ਜਾ ਰਹੀਆਂ ਨੇ, ਪਰ ਸੋਚ ਸਾਡੀ ਖੂਨੀ ਹੈ ਕਿਉਂਕਿ ਅਸੀਂ ਇਹਦਾ ਖਹਿੜਾ ਨਹੀਂ ਛੱਡਦੇ, ਇਹਦੇ ਗੁਲਾਮ ਬਣ ਚੁੱਕੇ ਹਾਂ ਅਸੀਂ। ਰਿਸ਼ਤਿਆਂ ਦੀ ਖੜੋਤ ਇਸ ਮਸ਼ੀਨ ਦੇ ਕਾਰਨ ਆ ਚੁੱਕੀ ਹੈ। ਜ਼ਿੰਦਗੀ ਦੀਆਂ ਰੌਸ਼ਨੀਆਂ ਸਾਰੀਆਂ ਬੁਝ ਚੁੱਕੀਆਂ ਨੇ। ਅਸੀਂ ਸਾਰਿਆਂ ਦੀਆਂ ਕਾਲਸ ਚੈੱਕ ਕਰਦੇ ਹਾਂ, ਹਰ ਇੱਕ ਮਿਸ ਕਾਲ ਦਾ ਜਵਾਬ ਦੇਣਾ ਚਾਹੁੰਦੇ ਹਾਂ, ਪਰ ਸ਼ਾਇਦ ਅਸੀਂ ਆਪਣੇ ਆਪ ਨੂੰ ਕਾਲ ਕਰਨਾ ਭੁੱਲ ਹੀ ਗਏ ਹਾਂ। ਸਾਡਾ ਅੰਗੂਠਾ ਹਰ ਵਕਤ ਇਹਦੇ ਵਿੱਚ ਕੁਛ ਨਾ ਕੁਛ ਲੱਭਦਾ ਰਹਿੰਦਾ, ਇਸੇ ਕਰਕੇ ਜ਼ਿੰਦਗੀ ਵੀ ਸਾਨੂੰ ਸ਼ਾਇਦ ਕਿਤੇ ਨਾ ਕਿਤੇ ਅੰਗੂਠਾ ਲਾ ਰਹੀ ਹੈ। ਟੀਨਏਜਰਸ ਸਭ ਤੋਂ ਵੱਧ ਇਹ ਤੋਂ ਅਫੈਕਟਡ ਨੇ। ਪਹਿਲਾਂ ਪੋਕਮੈਨ ਆਇਆ ਕਿ ਉਹਦੀ ਟਾਸਕ ਪੂਰੀ ਕਰਨ ਦੇ ਲਈ ਕਿੰਨੇ ਬੱਚੇ ਆ ਜਿਹੜੇ ਉਹ ਸੜਕਾਂ ਤੇ, ਰੇਲਵੇ ਸਟੇਸ਼ਨਾਂ ਤੇ ਉੱਪਰੋਂ ਬਿਲਡਿੰਗਸ ਤੋਂ ਜੰਪ ਕਰਦੇ ਰਹੇ। ਹੁਣ ਬਲੂ ਵੇਲ ਆ ਗਈ ਆ ਤੇ ਫੇਰ ਕੋਈ ਹੋਰ ਆ ਜਾਊਗਾ। ਦੁਨੀਆ ਦਾ ਸਭ ਤੋਂ ਪਵਿੱਤਰ ਰਿਸ਼ਤਾ ਮਾਂ ਤੇ ਪੁੱਤ ਦਾ ਰਿਸ਼ਤਾ, ਦਾ ਟਰੂ ਰਿਲੇਸ਼ਨਸ਼ਿਪ। ਪਰ ਮਾਂ WhatsApp ਤੇ ਲੱਗੀ ਹੁੰਦੀ ਹੈ, ਪੁੱਤ ਵੀਡੀਓ ਗੇਮ ਖੇਡ ਰਿਹਾ ਹੁੰਦਾ। ਇਹ ਸਾਰੇ ਰਿਸ਼ਤੇ ਹੀ ਤਹਿਸ ਨਹਿਸ ਹੋ ਗਏ ਨੇ। ਇਹ ਸਾਰੀ ਸਾਂਝ ਸਾਡੀ ਮੁੱਕ ਗਈ ਹੈ।
ਇਸੇ ਕਰਕੇ ਤਾਂ ਕੰਧਾਂ ਤੇ ਲੱਗੀਆਂ ਸਾਂਝੀਆਂ ਸਿਰਫ ਅਜਾਇਬ ਘਰਾਂ ਦੇ ਵਿੱਚ ਰਹਿ ਗਈਆਂ ਨੇ। ਮੰਟੋ, ਸੁਰਜੀਤ ਪਾਤਰ ਸਾਹਿਬ, ਹੁੰਦਲ ਜੀ, ਇਹ ਉਹਨਾਂ ਨਾਲ ਕੀ ਲਿੰਕ ਬਣਾਊਗਾ? ਇਹ ਤਾਂ ਸਾਡੇ ਧੁਰ ਦੇ ਨਾਲ, ਸਾਡੇ ਨਾਲ ਲਿੰਕ ਨਹੀਂ ਬਣਾ ਸਕਦਾ। ਸੋ ਸਾਡੇ 'ਚ ਕਮੀਆਂ ਨੇ ਇਹ। ਸੋ ਅਸੀਂ ਇਹਦੇ ਐਡਿਕਟ ਹੋ ਚੁੱਕੇ ਹਾਂ, ਇਹਦੀ ਐਡਿਕਸ਼ਨ ਸਾਨੂੰ ਹੋ ਚੁੱਕੀ, ਅਸੀਂ ਨਸ਼ੇੜੀ ਹੋ ਚੁੱਕੇ ਹਾਂ। ਐਡਿਕਸ਼ਨ ਕਿਹਨੂੰ ਕਹਿੰਦੇ ਆ? ਕਿ ਕਿਸੇ ਵੀ ਚੀਜ਼ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਇਹਦੀ ਤਰਾਸਕ ਤਸਵੀਰ ਇਹ ਹੈ ਕਿ ਸਾਨੂੰ ਸਾਰਾ ਕੁਝ ਪਤਾ ਹੈ ਕਿ ਇਹ ਸਾਡੀ ਅੱਖਾਂ ਨੂੰ ਕਿੰਨੀ ਤਕਲੀਫ ਦਿੰਦਾ ਹੈ, ਇਹਨੇ ਸਾਡੇ ਰਿਸ਼ਤਿਆਂ ਦੇ ਵਿੱਚ ਕਿੰਨਾ ਸਾਨੂੰ ਖਤਮ ਕਰ ਦਿੱਤਾ ਹੈ। ਸਾਡਾ ਵਿਰਸਾ, ਵਿਰਾਸਤ, ਇਹ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ। ਉਦਾਸ ਪਿਆ ਚਰਖਾ, ਯਮਲਾ ਜੀ ਨੇ ਵੀ ਇਹਦੇ ਲਈ ਗਾਇਆ, ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ। ਮੁਟਿਆਰ ਚਰਖੇ ਦੇ ਆ ਕੇ ਕਿਵੇਂ ਬੈਠੂਗੀ? ਉਹਨੂੰ ਤਾਂ ਮੋਬਾਈਲ ਤੋਂ ਵਿਹਲ ਨਹੀਂ ਮਿਲਦੀ। ਮੇਰਾ ਮਿੱਤਰ ਇੱਕ ਨਰੈਣਾ, ਉਹਦੀ ਇੰਗੇਜਮੈਂਟ ਹੋਣੀ ਸੀ, ਕੁੜੀ ਵੇਖਣ ਚਲੇ ਗਿਆ। ਕੁੜੀ ਆਪਣਾ ਮੋਬਾਈਲ ਦੇਖੇਗੀ, ਨਰੈਣਾ ਆਪਣਾ ਮੋਬਾਈਲ ਦੇਖੇਗਾ, ਦੋਨਾਂ ਦਾ ਵਿਆਹ ਹੋ ਗਿਆ ਤੇ ਅੱਜ ਕੱਲ ਕਹਿੰਦੇ ਵੀ ਫੋਨ ਦੇ ਉੱਤੇ ਹੀ ਹਨੀਮੂਨ ਮਨਾ ਰਹੇ ਨੇ ਉਹ। ਇਹ ਐਡਿਕਸ਼ਨ, ਡੈਨੀਅਲ ਇੱਕ ਮਨੋਚਿਕਿਤਸਕ ਹੋਇਆ, ਬਹੁਤ ਖੋਜ ਕੀਤੀ ਆ ਉਹਨੇ ਇਹ ਗੱਲ ਕਹੀ ਹੈ। ਦੀ ਹੈਪੀ ਬੁੱਕ, ਉਹਨੇ ਇੱਕ ਪੁਸਤਕ ਲਿਖੀ ਹੈ, ਉਹਦੇ ਵਿੱਚ ਉਹ ਲਿਖਦਾ ਹੈ ਕਿ ਜਿਹੜੀ ਮੋਬਾਈਲ ਦੀ ਐਡਿਕਸ਼ਨ ਹੈ, ਤੁਹਾਡੀ ਸੈਂਸਿਟੀਵਿਟੀ, ਜਿੱਥੇ ਤੁਸੀਂ ਇਮੋਸ਼ਨਲੀ ਕਿਸੇ ਦੇ ਨਾਲ ਅਟੈਚਮੈਂਟ ਕਰਨੀ ਹੁੰਦੀ ਆ, ਉਹਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੰਦਾ ਹੈ। ਸੋ ਤੁਸੀਂ ਮੋਬਾਈਲ ਐਡਿਕਟ ਹੋ ਜਾਂ ਨਹੀਂ, ਇੱਕ ਪੈਮਾਨਾ ਡੈਨੀਅਲ ਨੇ ਇੱਕ ਤੈਅ ਕੀਤਾ ਹੈ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹ ਇਹ ਹੈ ਕਿ ਜਦੋਂ ਤੁਹਾਡੇ ਮੋਬਾਈਲ ਦੀ ਬੈਟਰੀ ਖਤਮ ਹੁੰਦੀ ਹੈ, ਤੁਸੀਂ ਚਿੰਤਾਗ੍ਰਸਤ ਹੋ ਜਾਂਦੇ ਹੋ, ਪੈਨਿਕ ਹੋ ਜਾਂਦੇ ਹੋ, ਐਂਗਜ਼ਾਇਟੀ ਹੋ ਜਾਂਦੇ ਹੋ, ਇੱਕਦਮ ਤੁਸੀਂ ਚਾਰਜਰ ਲੱਭਣ ਲੱਗ ਜਾਂਦੇ ਹੋ। ਮੇਰੀ ਗੱਡੀ ਦੇ ਵਿੱਚ ਕੋਈ ਵੀ ਮੇਰਾ ਦੋਸਤ ਬੈਠਦਾ, ਅਕਸਰ ਮੈਂ ਦੇਖਿਆ ਕਿ ਉਹ ਮੇਰੀ ਗੱਡੀ ਦੇ ਵਿੱਚ ਆਉਂਦਿਆਂ ਹੀ ਚਾਰਜਰ ਲੱਭਣ ਲੱਗ ਜਾਂਦੇ ਆ। ਇਹਦਾ ਮਤਲਬ ਉਹਨੂੰ ਐਡਿਕਸ਼ਨ ਹੈ। ਤੁਹਾਡਾ ਫੋਨ ਦੀ ਰੇਂਜ ਨਹੀਂ ਚੱਲ ਰਹੀ, ਤੁਹਾਡਾ ਫੋਨ ਨੂੰ ਕੋਈ ਪ੍ਰੋਬਲਮ ਆ ਗਈ, ਉਹ ਹੈਂਗ ਹੋ ਗਿਆ, ਤੁਸੀਂ ਸਾਰੀ ਗੱਲ ਭੁੱਲ ਕੇ ਉਸ ਫੋਨ ਦੇ ਦੁਆਲੇ ਹੋ ਜਾਂਦੇ ਹੋ ਵੀ ਇਹ ਚੱਲ ਕਿਉਂ ਨਹੀਂ ਰਿਹਾ, ਰੇਂਜ ਕਿਉਂ ਨਹੀਂ ਆ ਰਹੀ। ਇਹਦਾ ਮਤਲਬ ਤੁਸੀਂ ਇਹਦੇ ਐਡਿਕਟ ਹੋ। ਸਭ ਤੋਂ ਜ਼ਿੰਦਗੀ ਦੇ ਅਹਿਮ ਪਹਿਲੂ ਹੁੰਦੇ ਨੇ ਰੋਟੀ ਖਾਣਾ। ਜ਼ਿੰਦਗੀ ਦੀ ਲਾਈਫ ਲਾਈਨ ਰੋਟੀ ਖਾਣਾ, ਮੀਲ ਟਾਈਮ ਕਹਿੰਦੇ ਆ ਜਿਹਨੂੰ। ਮੀਲ ਟਾਈਮ ਦੇ ਵਿੱਚ ਵੀ ਫੋਨ ਸੁਣਦੇ ਹੋ ਤਾਂ ਤੁਹਾਨੂੰ ਐਡਿਕਸ਼ਨ ਹੈ। ਸਭ ਤੋਂ ਖਤਰਨਾਕ ਮੂਵਮੈਂਟਸ ਹੁੰਦੀਆਂ ਨੇ ਸੜਕ ਦੇ ਉੱਤੇ, ਜਦੋਂ ਅਸੀਂ ਗੱਡੀ ਚਲਾਉਂਦੇ, ਸਕੂਟਰ ਚਲਾਉਂਦੇ, ਮੋਟਰਸਾਈਕਲ ਚਲਾਉਂਦੇ। ਹਾਲਾਂਕਿ ਪੰਜਾਬ ਦੀ ਤਸਵੀਰ ਜੇ ਅਸੀਂ ਗੱਲ ਕਰੀਏ ਤਾਂ ਸਾਰਿਆਂ ਦੇ ਕੰਨ ਐਂ ਟੇਢੇ, ਗਰਦਨ ਐਂ ਟੇਢੀਆਂ ਰਹਿੰਦੀਆਂ ਨੇ। ਮੋਟਰਸਾਈਕਲ ਚਲਾਉਂਦੇ ਬੜੀ ਖੂਬਸੂਰਤੀ ਦੇ ਨਾਲ ਫੋਨ ਸੁਣਦੇ ਜਾਂਦੇ ਨੇ। ਔਰ ਜਿੱਥੇ ਬਹੁਤੀ ਸਖਤੀ ਹੁੰਦੀ ਹੈ, ਹੈਲਮਟ ਪਾਉਣਾ ਹੁੰਦਾ ਤਾਂ ਹੈਲਮਟ ਦੇ ਵਿੱਚ ਹੀ ਫੋਨ ਸੈੱਟ ਕੀਤਾ ਹੁੰਦਾ ਹੈ। ਸੋ ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋਏ ਫੋਨ ਸੁਣ ਰਹੇ ਹੋ, ਤੁਹਾਨੂੰ ਵੀ ਪਤਾ ਹੈ ਕਿ ਖਤਰਨਾਕ ਕੰਡੀਸ਼ਨ ਹੈ। ਮੇਰਾ ਬੱਚਾ, ਮੇਰੀ ਬੀਵੀ, ਮੇਰੇ ਬਹੁਤ ਸਾਰੇ ਲਜ਼ੀਜ਼ ਅਜ਼ੀਜ਼ ਦੋਸਤ ਮੇਰੇ ਨਾਲ ਬੈਠੇ ਨੇ, ਉਹਨਾਂ ਦੀ ਜ਼ਿੰਦਗੀ ਵੀ ਖਤਰੇ 'ਚ ਪੈ ਰਹੀ ਆ, ਪਰ ਤੁਸੀਂ ਇਹ ਰਿਸਕ ਲੈਣਾ ਨਹੀਂ ਭੁੱਲਦੇ। ਇਹਦਾ ਮਤਲਬ ਤੁਹਾਨੂੰ ਐਡਿਕਸ਼ਨ ਹੈ। ਤੁਸੀਂ ਆਪਣੇ ਬੈੱਡਰੂਮ, ਆਪਣੇ ਰੈਸਟ ਰੂਮ ਦੇ ਵਿੱਚ ਵੀ ਫੋਨ ਚਲਾਉਂਦੇ ਹੋ, ਤੁਹਾਨੂੰ ਐਡਿਕਸ਼ਨ ਹੈ। ਹਰ ਇੱਕ ਬੰਦੇ ਦੀ ਜ਼ਿੰਦਗੀ ਦਾ ਹਰ ਰੋਜ਼ ਇੱਕ ਪ੍ਰਾਈਮ ਟਾਈਮ ਹੁੰਦਾ ਹੈ, ਜਦੋਂ ਉਹਨੇ ਬਹੁਤ ਜ਼ਰੂਰੀ ਕੰਮ ਕਰਨਾ ਹੁੰਦਾ ਹੈ, ਚਾਹੇ ਉਹ 10 ਮਿੰਟ ਦਾ ਜ਼ਰੂਰੀ ਕੰਮ ਹੋਵੇ, ਚਾਹੇ 20 ਮਿੰਟ ਦਾ ਕੰਮ ਹੋਵੇ, ਤੇ ਉਹਦੇ ਵਿੱਚ ਵੀ ਤੁਹਾਡਾ ਫੋਨ ਹੈ ਜਿਹੜਾ ਚੱਲਦਾ ਹੈ। ਇਹਦਾ ਮਤਲਬ ਤੁਹਾਨੂੰ ਐਡਿਕਸ਼ਨ ਹੈ। ਪੂਰੇ ਸਾਲ ਦੇ ਵਿੱਚ, ਇੱਕ ਹਫ਼ਤੇ ਦੇ ਵਿੱਚ, ਇੱਕ ਮਹੀਨੇ ਦੇ ਵਿੱਚ, ਇੱਕ ਦਿਨ ਵੀ, ਇੱਕ ਘੰਟਾ ਵੀ ਤੁਸੀਂ ਫੋਨ ਤੋਂ ਬਗੈਰ ਰਹਿ ਨਹੀਂ ਸਕਦੇ। ਇਹਦਾ ਮਤਲਬ ਤੁਹਾਨੂੰ ਫੋਨ ਦੀ ਐਡਿਕਸ਼ਨ ਹੈ। ਇਹਨੂੰ ਨੋਮੋਫੋਮੀਆ ਦਾ ਨਾਂ ਦਿੱਤਾ ਗਿਆ ਵਿਗਿਆਨੀਆਂ ਵੱਲੋਂ, ਨੋ ਮੋਬਾਈਲ ਫੋਬੀਆ, ਕਿ ਤੁਹਾਡੇ ਕੋਲੇ ਜੇ ਮੋਬਾਈਲ ਹੈ ਨਹੀਂ ਤਾਂ ਤੁਸੀਂ ਚਿੰਤਾਗ੍ਰਸਤ ਹੋ ਜਾਂਦੇ ਹੋ। ਸੋ ਦੋਸਤੋ, ਇਹਦੇ ਉੱਤੇ ਜਿੰਨੇ ਵੀ ਮਨੋਵਿਗਿਆਨੀਆਂ ਨੇ ਖੋਜ ਕੀਤੀਆਂ ਨੇ, ਉਹਨਾਂ ਨੇ ਬੜੇ ਸੌਖੇ ਜਿਹੇ ਢੰਗ ਦੱਸੇ ਨੇ ਇਸ ਐਡਿਕਸ਼ਨ ਤੋਂ ਮੁਕਤ ਹੋਣ ਦੇ ਲਈ। ਬਹੁਤ ਈਜ਼ੀ ਹੈ, ਬਹੁਤ ਸੌਖਾ ਹੈ। ਉਹ ਇਹ ਹੈ ਕਿ ਛੋਟੀਆਂ ਚੀਜ਼ਾਂ ਤੋਂ ਇਹਦੀ ਐਡਿਕਸ਼ਨ ਤੋਂ ਬਚਿਆ ਜਾਵੇ। ਉਹਦੇ ਲਈ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਸੀਂ ਇੱਕ ਟਾਈਮ ਟੇਬਲ ਤੈਅ ਕਰਨਾ ਹੈ, ਕਦੋਂ ਮੈਂ ਸੈੱਲ ਫੋਨ ਯੂਜ਼ ਨਹੀਂ ਕਰਨਾ। ਸਭ ਤੋਂ ਪਹਿਲਾਂ ਕਿ ਜਦੋਂ ਅਸੀਂ ਮੀਲ ਟਾਈਮ ਤੇ ਹੋਈਏ, ਖਾਣਾ ਖਾਈਏ, ਤਾਂ ਇੱਕ ਆਪਣੇ ਆਪ ਦੇ ਵਿੱਚ ਅਸੀਂ ਆਪਣੇ ਆਪ ਦੇ ਨਾਲ ਕਮਿਟਮੈਂਟ ਕਰ ਲਈਏ ਕਿ ਅਸੀਂ ਸੈੱਲ ਫੋਨ ਨਹੀਂ ਚੱਕਣਾ, ਕਿਸੇ ਦਾ ਵੀ ਹੋਵੇ।
ਖੁਦਾ ਦਾ ਤਾਂ ਤੁਹਾਨੂੰ ਫੋਨ ਆਉਣ ਨਹੀਂ ਲੱਗਿਆ। ਬਾਕੀ ਨਰਿੰਦਰ ਮੋਦੀ ਜੀ ਵੀ ਕਾਫੀ ਬਾਹਰ ਅੰਦਰ ਬਿਜ਼ੀ ਰਹਿੰਦੇ ਨੇ, ਉਹਨਾਂ ਦਾ ਫੋਨ ਵੀ ਨਹੀਂ ਆਉਣ ਲੱਗਿਆ। ਸੋ ਜਦੋਂ ਵੀ ਤੁਹਾਨੂੰ ਮੀਲ ਟਾਈਮ ਤੇ ਤੁਸੀਂ ਬੈਠੇ ਹੋ, ਤੁਹਾਨੂੰ ਕੋਈ ਵੀ ਸੈੱਲ ਆਉਂਦਾ, ਕਿਸੇ ਦੀ ਕਾਲ ਆਉਂਦੀ ਹੈ, ਤੁਸੀਂ ਨਹੀਂ ਅਟੈਂਡ ਕਰੋਗੇ। ਕੋਈ ਨੋਟੀਫਿਕੇਸ਼ਨ ਆਉਂਦੀ ਹੈ, ਤੁਸੀਂ ਨਹੀਂ ਦੇਖੋਗੇ। ਇੱਥੇ ਤੋਂ ਤੁਹਾਨੂੰ ਐਡਿਕਸ਼ਨ ਦੇ ਵਿਰੁੱਧ ਆਪਣੇ ਅੰਦਰ ਇੱਕ ਜੰਗ ਪੈਦਾ ਕਰਨੀ ਪਊ। ਦੂਸਰਾ ਕਿ ਆਪਣੇ ਰੈਸਟ ਰੂਮ ਦੇ ਵਿੱਚ, ਆਪਣੇ ਬੈੱਡਰੂਮ ਦੇ ਵਿੱਚ ਤੁਸੀਂ ਫੋਨ ਨਹੀਂ ਯੂਜ਼ ਕਰੋਗੇ। ਰੈਸਟ ਰੂਮ ਤੇ ਬੈੱਡਰੂਮ ਦੋਵੇਂ ਵੱਖੋ ਵੱਖਰੇ ਹੁੰਦੇ ਨੇ। ਥੋੜੇ ਚਿਰ ਲਈ ਅਸੀਂ ਰੈਸਟ ਕਰ ਰਹੇ ਹਾਂ, ਥੋੜੇ ਟੇਢੇ ਪਏ ਆ, ਥੋੜੀ ਆਰਾਮਦਾਇਕ ਕੁਰਸੀ ਦੇ ਵਿੱਚ ਪਏ ਆ, ਉਹ ਤੁਹਾਡਾ ਰੈਸਟ ਰੂਮ ਹੈ। ਜਿੱਥੇ ਤੁਸੀਂ ਸੌਂਦੇ ਹੋ ਬੈੱਡਰੂਮ ਹੈ। ਹਾਲਾਂਕਿ ਰੈਸਟ ਰੂਮ ਤੇ ਬੈੱਡਰੂਮ ਇਕੱਠੇ ਹੋ ਸਕਦੇ ਆ। ਸੋ ਉਹਦੇ ਵਿੱਚ ਕਿੰਨਾ ਫੋਨ ਤੁਸੀਂ ਯੂਜ਼ ਕਰਨਾ ਹੈ, ਉਹਨੂੰ ਮਿਨੀਮਾਈਜ਼ ਕਰ ਲਿਆ ਜਾਵੇ। No phone at meal time, no phone at rest room, no phone at bedroom। ਉਸ ਤੋਂ ਅਗਲਾ ਇਹ ਹੈ ਕਿ ਤੁਸੀਂ ਜਿੰਨੀਆਂ ਵੀ ਫਾਲਤੂ ਦੀਆਂ ਐਪਸ ਹੈਗੀਆਂ ਨੇ ਮੋਬਾਈਲ ਦੇ ਵਿੱਚ, ਉਹ ਸਾਰੀਆਂ ਡਿਲੀਟ ਕਰ ਦਿੱਤੀਆਂ ਜਾਣ, ਕਿਉਂਕਿ ਹਰੇਕ ਦੀ ਨੋਟੀਫਿਕੇਸ਼ਨ ਆਉਂਦੀ ਹੈ, ਤੁਹਾਨੂੰ ਚੈੱਕ ਕਰਨਾ ਪੈਂਦਾ ਹੈ। ਸੋਸ਼ਲ ਮੀਡੀਆ, ਇਹਦਾ ਨਾਂ ਸੋਸ਼ਲ ਮੀਡੀਆ ਹੈ, ਪਰ ਇਹ ਹੈ ਐਂਟੀ ਸੋਸ਼ਲ। ਸੋਸ਼ਲ ਮੀਡੀਆ ਨੇ ਸਾਡੇ ਸਮਾਜ ਨੂੰ ਸਾਰਿਆਂ ਨੂੰ ਖੇਰੂ ਖੇਰੂ ਕਰਤਾ। ਅਸੀਂ ਕਿਸੇ ਨਾਲ ਪਰਸਨਲ ਇੰਟਰੈਕਸ਼ਨ ਨਹੀਂ ਕਰ ਸਕਦੇ। ਅਸੀਂ ਸਾਡਾ ਕੋਈ ਸੋਸ਼ਲ ਜਿਹੜਾ ਫੈਸਟੀਵਲ ਹੁੰਦਾ ਹੈ, ਉਹਦੇ ਵਿੱਚ ਤਾਂ ਅਸੀਂ ਆਪਣੇ ਮੋਬਾਈਲ ਦੇ ਵਿੱਚ ਬਿਜ਼ੀ ਹੁੰਦੇ ਹਾਂ। ਸੋ ਸੋਸ਼ਲ ਇਵੈਂਟਸ ਜਦੋਂ ਹੁੰਦੇ ਨੇ, ਸੋਸ਼ਲ ਕਨਵਰਸੇਸ਼ਨ ਜਦੋਂ ਹੁੰਦੀ ਹੈ, ਤਾਂ ਤੁਸੀਂ ਉਦੋਂ ਵੀ ਮੋਬਾਈਲ ਦਾ ਪ੍ਰਯੋਗ ਨਹੀਂ ਕਰਨਾ। ਜ਼ਿੰਦਗੀ ਦੇ ਵਿੱਚ ਬੜੀਆਂ ਸੂਖਮ ਮੂਵਮੈਂਟਸ ਆਉਂਦੀਆਂ ਨੇ ਕਿ ਜਦੋਂ ਤੁਸੀਂ ਆਪਣਾ ਪਿਆਰ ਆਪਣੇ ਮਹਿਬੂਬ ਦੇ ਨਾਲ ਸਾਂਝਾ ਕਰਨਾ ਹੁੰਦਾ ਹੈ। ਪਹਿਲਾ ਪ੍ਰਪੋਜ਼ ਕੀਤਾ ਹੋਇਆ ਹਰ ਇੱਕ ਬੰਦੇ ਨੂੰ ਸਦੀਵੀ ਯਾਦ ਵਾਂਗੂ ਦਸਤਕ ਦਿੰਦਾ ਰਹਿੰਦਾ ਹੈ। ਪਰ ਉਹ ਕਹਿੰਦੇ ਨੇ, ਕਿਸੇ ਸ਼ਾਇਰ ਨੇ ਲਿਖਿਆ ਕਿ हमने उनको इज़हारे मोहब्बत सेल फोन पे कर दिया, लाख रुपए की बात थी मुफ्त में काम चल गया। ਸੋ ਜਦੋਂ ਤੁਸੀਂ ਬਹੁਤ ਅੰਤਰੀਵ ਦੋਸਤ ਦੇ ਨਾਲ ਬੈਠੇ ਹੋਵੋ, ਆਪਣੇ ਮਹਿਬੂਬ ਦੇ ਨਾਲ ਬੈਠੇ ਹੋਵੋ, ਪਹਿਲਾ ਪ੍ਰਪੋਜ਼ ਕਰ ਰਹੇ ਹੋਵੋ, ਆਪਣੀ ਮਾਂ ਦੇ ਕੋਲੇ ਬੈਠੇ ਹੋਵੋ, ਤਾਂ ਉਦੋਂ ਵੀ ਮੋਬਾਈਲ ਹੈ ਜਿਹੜਾ ਉਹਨੂੰ ਪਾਸੇ ਕਰ ਦਿਓ, ਲਾਂਭੇ ਕਰ ਦਿਓ, ਸਾਈਡ ਤੇ ਕਰ ਦਿਓ। ਪੁੱਟ ਯੂਰ ਫੋਨ ਐਟ ਲੀਸਟ 10 ਫੀਟ ਅਵੇ। ਇਹ ਤੁਹਾਡੇ ਅੰਦਰ ਸੰਵੇਦਨਸ਼ੀਲਤਾ ਪੈਦਾ ਕਰੂਗੀ। ਜਿੰਨੇ ਵੀ ਸੋਸ਼ਲ ਐਪਸ ਨੇ, WhatsApp, Twitter, Facebook, ਇਹਨੂੰ ਮੋਬਾਈਲ ਦੇ ਵਿੱਚੋਂ ਡਿਲੀਟ ਕਰ ਦਿਓ। ਹਾਂ, ਹਾਲਾਂਕਿ ਇਹ ਅਸੰਭਵ ਹੈ, ਮੈਨੂੰ ਵੀ ਪਤਾ ਹੈ। ਬਹੁਤ ਕਮਿਟਡ ਬੰਦੇ ਇਹਨੂੰ ਕਰ ਸਕਦੇ। ਸੋ ਸਾਡੇ ਲਈ ਲਾਹੇਵੰਦ ਐਪਸ ਹੈਗੀਆਂ ਨੇ, ਮੂਵਮੈਂਟਸ, ਰੈਸਕਿਊ, ਡਿਟੌਕਸ। ਇਹ ਐਪਸ ਕੀ ਕੰਮ ਕਰਦੀਆਂ ਨੇ ਕਿ ਤੁਹਾਨੂੰ ਖਾਸ ਸਮੇਂ ਤੇ ਹੀ ਉੱਤੇ ਤੁਹਾਡੇ ਟਾਈਮ ਟੇਬਲ ਦੇ ਅਕੋਰਡਿੰਗਲੀ ਤੁਹਾਨੂੰ ਨੋਟੀਫਿਕੇਸ਼ਨ ਦਿਖਾਉਣਗੇ। ਉਸ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨਸ ਨਹੀਂ ਆਉਣਗੀਆਂ। ਡੈਨੀਅਲ ਨੇ ਇੱਕ ਬਹੁਤ ਅੱਛੀ ਚੀਜ਼ ਹੋਰ ਦੱਸੀ ਹੈ ਕਿ ਜਿੰਨੇ ਵੀ ਗਰੁੱਪ ਚੈਟਸ ਨੇ ਉਹ ਸਾਰੀਆਂ ਹੀ ਮਿਊਟ ਕਰ ਦਿਓ, ਕਿਉਂਕਿ ਗਰੁੱਪਸ ਦੇ ਵਿੱਚ ਗੁੱਡ ਮਾਰਨਿੰਗ ਤੋਂ ਇਲਾਵਾ ਕੁਝ ਨਹੀਂ ਹੁੰਦਾ ਹੈ। ਉਹ ਜਾਲੀ ਚੁਟਕਲੇ, ਉਹ ਪੁਰਾਣੇ ਸ਼ੇਰ, ਕਾਪੀ ਪੇਸਟ ਕੀਤੇ ਹੋਏ ਸ਼ੇਰੋ ਸ਼ਾਇਰੀਆਂ ਹੁੰਦੀਆਂ ਨੇ। ਗਰੁੱਪਸ ਦੇ ਵਿੱਚ ਤਕਰੀਬਨ 2 ਜਾਂ 3% ਕੰਮ ਦੀ ਗੱਲ ਹੁੰਦੀ ਹੈ, ਬਾਕੀ ਸਾਰੀਆਂ ਗੱਲਾਂ ਹੀ ਊਲ ਜਲੂਲ ਹੁੰਦੀਆਂ। ਸੋ ਇੱਕ ਖਾਸ ਸਮਾਂ ਨਿਸ਼ਚਿਤ ਕਰ ਲਈ ਕਿ ਅਸੀਂ ਗਰੁੱਪ ਚੈਟ ਇੰਨੇ ਵਜੇ ਦੇਖਣੀ ਹੈ, ਜਿਹੜੀ ਤੁਹਾਡੇ ਕੰਮ ਦੀ ਗੱਲ ਹੈ ਉਹਨੂੰ ਨੋਟ ਕਰ ਲਓ। ਐਂਡ ਸਭ ਤੋਂ ਇੰਪੋਰਟੈਂਟ ਗੱਲ ਕਿ ਅਲਾਰਮ ਕਲੌਕ ਕਦੇ ਵੀ ਮੋਬਾਈਲ ਦੇ ਵਿੱਚ ਲਗਾ ਕੇ ਨਹੀਂ ਸੌਣਾ, ਕਿਉਂਕਿ ਉਹ ਤੁਹਾਨੂੰ ਸਰਾਣੇ ਪਿੱਲੋ ਦੇ ਥੱਲੇ ਰੱਖ ਕੇ ਸੌਣਾ ਪਏਗਾ ਆਪਣਾ ਮੋਬਾਈਲ। ਸੋ ਉਹਦੇ ਲਈ ਟਾਈਮ ਪੀਸ ਹੁੰਦੇ ਨੇ ਜਿਹੜੇ ਪੁਰਾਣੇ ਹੁੰਦੇ ਨੇ, ਉਹਨੂੰ ਰੱਖੋ, ਤੇ ਮੋਬਾਈਲ ਹੈ ਜਿਹੜਾ ਆਪਣੇ ਬੈੱਡ ਤੋਂ ਬਹੁਤ ਦੂਰ ਰੱਖ ਕੇ ਤੁਸੀਂ ਸੌਂਵੋ। ਔਰ ਆਪਣੀ ਟਾਈਮ ਜਦੋਂ ਦੇਖਣਾ ਆਪਣੀ ਘੜੀ ਦਾ ਯੂਜ਼ ਕਰੋ, ਕਿਉਂਕਿ ਬਾਰ-ਬਾਰ ਤੁਹਾਨੂੰ ਮੋਬਾਈਲ ਕੱਢ ਕੇ ਟਾਈਮ ਵੇਖਣਾ ਪਊਗਾ। ਇਹ ਤੁਹਾਡੀ ਐਡਿਕਸ਼ਨ ਨੂੰ ਹੋਰ ਵਧਾ ਦੂਗਾ। ਸਾਨੂੰ ਕੁਦਰਤ ਨੇ ਇੰਨੇ ਸੋਹਣੇ ਸੋਹਣੇ ਖੂਬਸੂਰਤ ਰੰਗ ਦਿੱਤੇ ਨੇ ਕਿ ਅਸੀਂ ਇਸ ਮੋਬਾਈਲ ਦੇ ਕਾਰਨ ਅਸੀਂ ਦੇਖ ਹੀ ਨਹੀਂ ਪਾ ਰਹੇ। ਸੋ ਆਓ ਕੈਨਵਸ ਆਫ ਲਾਈਫ ਦਾ ਆਨੰਦ ਲੈਂਦੇ ਆ, ਇਸ ਖੂਬਸੂਰਤ ਜ਼ਿੰਦਗੀ ਦੇ ਦੀਵੇ ਬਾਲਦੇ ਆ, ਇਸ ਸਿਆਣੀ ਸੋਹਜ ਨਿਤੜਕ ਨਿਸੰਗ ਜ਼ਿੰਦਗੀ ਦੇ ਵਿੱਚ ਰੰਗ ਭਰਦੇ ਆ। ਆਓ ਅਸੀਂ ਖੂਬਸੂਰਤ ਜ਼ਿੰਦਗੀ ਦਾ ਆਨੰਦ ਲਈਏ, ਜ਼ਿੰਦਗੀ ਜਿੰਦਾਬਾਦ ਕਹੀਏ।
खैर होवे पंजाब दे पैरोकारां दी, जिंदगी दे सोहणे गीतकारां दी, सब दी खैर होवे। सड़कां ते पैग लाउणे, बुलट चलाउणे, बुलटां दे सलांसर दे पटाके वजाउणे, ट्रैक्टरां दे सलांसर लाउणे, पंजाबीओ किधर चले हो? कवियां दे गीत लाउणे, ਵਿਆਹ ਦੇ ਲਈ ਵੱਡੇ ਵੱਡੇ ਪੈਲੇਸ ਬੁੱਕ ਕਰਾਉਣੇ, ਲਾੜਿਆਂ ਦੇ ਲਈ ਹੈਲੀਕਾਪਟਰ ਲਾਉਣੇ, ਪੰਜਾਬੀਓ ਕਿੱਧਰ ਚੱਲੇ ਹੋ? ਕਰਜ਼ਾ ਲੈ ਕੇ दारू ਮੁਰਗੇ ਖਵਾਉਣੇ, दारू ਦੇ ਲਈ ਕਰਜ਼ੇ ਚੜਾਉਣੇ, ਪੰਜਾਬੀਓ ਕਿੱਧਰ ਚੱਲੇ ਹੋ? ਡਾਂਸਰਾਂ ਦੇ ਗੋਲੀ ਮਾਰਨ ਲਈ ਗੁੰਡੇ ਬੁਲਾਉਣੇ, ਪੰਜਾਬੀਓ ਕਿੱਧਰ ਚੱਲੇ ਹੋ? ਛੋਟੇ ਘਰ ਵੱਡੇ ਗੇਟ ਲਾਉਣੇ, ਦਨਾਲੀਆਂ ਦੇ ਪਟੇ ਮੋਢੇ ਤੇ ਲਾਉਣੇ, ਪੰਜਾਬੀਓ ਕਿੱਧਰ ਚੱਲੇ ਹੋ? ਏਜੰਟਾਂ ਹੱਥ ਪਾਸਪੋਰਟ ਫੜਾਉਣੇ, ਪਾਠਾਂ ਦੇ ਨਾਂ ਤੇ ਵੱਡੇ ਵੱਡੇ ਸਪੀਕਰ ਲਾਉਣੇ, ਗੱਡੀਆਂ ਉਤੇ VIP ਸਟicker ਲਾਉਣੇ, ਪੰਜਾਬੀਓ ਕਿੱਧਰ ਚੱਲੇ ਹੋ? ਸਵੇਰੇ ਜਿਮ ਜਾਣਾ, ਸ਼ਾਮ ਨੂੰ ਟੀਕੇ ਲਾਉਣੇ, ਟਰੱਕ ਵੀ ਅਸੀਂ दारू ਪੀ ਕੇ ਚਲਾਉਣੇ, ਮੈਗੀ ਤੇ 버ਗਰ ਘਰੇ ਬਣਾਉਣੇ, ਪੰਜਾਬੀਓ ਕਿੱਧਰ ਚੱਲੇ ਹੋ? ਸਾਡਾ ਆਈਕਨ ਕੌਣ ਬਣ ਗਿਆ ਜਿਹੜਾ ਗੀਤ ਗਾ ਰਿਹਾ ਹੈ, ਲਾਣੇ ਬਿੱਲੋ ਪੈਗ ਬੱਲੀਏ ਗੱਡੀ ਦੀ ਡਿੱਗੀ ਖੋਲ ਕੇ? ਮਤਲਬ ਇੱਕ ਤਾਂ ਇਹ ਹੈ ਵੀ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਬੰਦਾ, ਪ੍ਰਚਾਰ ਕਰ ਰਿਹਾ ਵੀ ਸਾਡੇ ਜਿਹੜਾ ਆਬਕਾਰੀ ਐਕਟ ਹੈ, ਟੈਕਸੇਸ਼ਨ ਡਿਪਾਰਟਮੈਂਟ ਹੈ ਜਿਹੜਾ ਲਾਇਸੈਂਸ ਦਿੰਦਾ ਅਹਾਤਿਆਂ ਦਾ, ਉਹ ਉਹਦੇ ਕਾਨੂੰਨ ਦੀ ਉਲੰਘਣਾ ਕਰ ਰਿਹਾ। ਕਾਨੂੰਨ ਇਹ ਕਹਿੰਦਾ ਹੈ ਵੀ ਤੁਸੀਂ ਲਾਇਸੈਂਸ ਸ਼ੁਦਾ ਜਗ੍ਹਾਵਾਂ ਤੋਂ ਇਲਾਵਾ ਕਿਤੇ ਸ਼ਰਾਬ ਨਹੀਂ ਪੀ ਸਕਦੇ, ਖਾਸ ਤੌਰ ਤੇ ਸੜਕਾਂ ਦੇ ਕੰਢਿਆਂ ਤੇ। ਪਰ ਉਹ ਕਹਿੰਦਾ ਡਿੱਗੀ ਖੋਲੋ, ਜਿੱਥੇ ਤੁਹਾਡਾ ਜੀ ਕਰਦਾ ਡਿੱਗੀ ਦੇ ਵਿੱਚ ਪੀਓ। ਆਬਕਾਰੀ ਡਿਪਾਰਟਮੈਂਟ ਨੂੰ ਇਹ ਸ਼ਾਇਦ ਦਿਖ ਨਹੀਂ ਰਿਹਾ। ਗਰੀਬ ਕੋਲੇ ਇੱਕ ਬੋਤਲ ਜੀ ਫੜੀ ਜਾਵੇ, ਉਹਦੇ 50-60 ਪਰਚੇ ਦਰਜ ਹੋ ਜਾਂਦੇ ਆ, ਉਹਦੇ ਲਈ ਨਹੀਂ ਹੋਈ। ਔਰ ਉਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਆ ਕਿ ਉਹਨੂੰ ਸਰਕਾਰੀ ਮਹਿਕਮਿਆਂ ਦੇ ਵਿੱਚ ਬ੍ਰਾਂਡ ਐਂਬੈਸਡਰ ਬਣਾਇਆ ਜਾ ਰਿਹਾ। ਉਹ ਜਿਹੜਾ ਵੀ ਹੈ ਆਹ ਕਾਰ ਦੇ ਵਿੱਚ ਡਿੱਗੀ ਖੋਲ ਕੇ ਨਾ ਸ਼ਰਾਬ ਪੀਣ ਦਾ ਪ੍ਰਚਾਰ ਕਰ ਰਿਹਾ ਬੰਦਾ, ਉਹਨੂੰ ਅੰਬੈਸਡਰ, ਚੰਡੀਗੜ੍ਹ UT ਐਡਮਿਨਿਸਟ੍ਰੇਸ਼ਨ ਨੇ ਉਹਨੂੰ ਸਫਾਈ ਦੇ ਲਈ ਅੰਬੈਸਡਰ ਬਣਾਤਾ। ਮਤਲਬ ਕਾਰ ਦੀ ਡਿੱਗੀ ਦੇ ਨਾਲੋਂ ਸ਼ਰਾਬ ਪਿਲਾ ਕੇ ਨਾ ਨੌਜਵਾਨਾਂ ਦੀ ਸੋਚ ਦੀ ਸਫਾਈ ਕਰੂਗਾ। ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਬੁਲਟ ਮੋਟਰਸਾਈਕਲ ਦੇ ਸਭ ਤੋਂ ਵੱਡੇ ਖਰੀਦਦਾਰ ਬਣ ਗਏ ਹਾਂ। ਯਾਨੀ ਕਿ ਸਾਨੂੰ ਆਪਣੀ ਮਰਦਾਨਗੀ ਦਿਖਾਉਣ ਦੇ ਲਈ ਇੱਕ ਬਹੁਤ ਵੱਡੀ ਬਾਈਕ ਦੀ ਲੋੜ ਪੈ ਗਈ ਹੈ। ਲਾਰਜਰ ਦੈਨ ਲਾਈਫ ਇਜ਼ ਕਾਲਡ ਲਾਊਡਨੈਸ। ਅਸੀਂ ਲਾਰਜ ਹੁੰਦੇ ਹਾਂ, ਆਪਣੇ ਆਪ ਨੂੰ ਐਨਲਾਰਜ ਕਰਦੇ ਹਾਂ, ਬਹੁਤ ਵੱਡਾ ਦਿਖਣਾ ਚਾਹੁੰਦੇ ਹਾਂ। ਆਵਾਜ਼ ਰਾਹੀਂ, ਲੰਬਾਈ ਰਾਹੀਂ। ਇਸੇ ਕਰਕੇ ਬੁਲਟ ਜਦੋਂ ਲੰਘਦਾ ਉਹਦੀ ਦੁੱਗ ਦੁੱਗ ਦੇ ਨਾਲ ਸ਼ਾਇਦ ਸਾਨੂੰ ਚੈਨ ਨਹੀਂ ਮਿਲੀ ਤੇ ਅਸੀਂ ਉਹਦੇ 'ਚ ਪਟਾਕੇ ਪਾਉਣੇ ਸ਼ੁਰੂ ਕਰਤੇ। ਖਿਆਲ ਰੱਖਿਓ, ਸਾਡੇ ਗੀਤਕਾਰ ਬੜੇ ਹੁਸ਼ਿਆਰ ਹੋ ਗਏ ਆ। ਗੀਤ ਗਾਇਆ ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ ਤਾਂ ਮੈਂ ਰੱਖਿਆ ਪਟਾਕੇ ਪਾਉਣ ਨੂੰ। ਇੱਕ ਔਰਤ ਗਾ ਰਹੀ ਹੈ ਗੀਤ ਇਹ, ਜਦ ਕਿ ਪਟਾਕੇ ਮਾਰਨ ਦਾ ਮਤਲਬ ਇਹ ਵੀ ਔਰਤ ਦੇ ਨਾਲ ਕਿਸੇ ਕੁੜੀ ਦੇ ਨਾਲ ਛੇੜਖਾਨੀ ਕਰਨਾ। ਕਮਾਲ ਦੀ ਗੱਲ ਇਹ ਹੈ ਕਿ ਉਹਦੇ ਤੇ ਕੋਈ ਪਰਚਾ ਹੀ ਨਹੀਂ ਹੋ ਰਿਹਾ। ਇਹ ਗੀਤਕਾਰ ਹੈ ਜਿਹੜਾ ਪਹਿਲਾਂ ਪੰਜਾਬ ਦਾ, ਉਹ ਸੂਖਮ ਚੀਜ਼ਾਂ ਦੇ ਵਿੱਚੋਂ ਗੀਤ ਲੱਭ ਲਿਆਉਂਦਾ ਹੁੰਦਾ ਸੀ, ਸ਼ੋਖ ਰੰਗਾਂ ਚੋਂ ਗੀਤ ਲੱਭਦਾ ਸੀ, ਗੀਤਾਂ ਦੇ ਨੈਣਾਂ ਦੇ ਵਿੱਚੋਂ ਵੀ ਗੀਤ ਲੱਭ ਲਿਆਉਂਦਾ ਸੀ। ਮਾਈ ਨੀ ਮਾਈ ਮੇਰੇ ਗੀਤਾਂ ਦੇ ਨੈਣਾਂ ਵਿੱਚੋਂ ਬਿਰਹੋਂ ਦੀ ਰੜਕ ਪਵੇ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ ਤਾਂ ਵੀ ਸਾਡੀ ਪੀੜ ਨਾ ਸਵੇ। ਪਰ ਇਹ ਗੀਤਕਾਰ ਹੈ ਜਿਹੜਾ ਜੀ ਹੁਣ ਇਹ ਬੁਲਟ ਮੋਟਰਸਾਈਕਲ ਦੇ ਸਲੈਂਸਰ ਦੇ ਅੰਦਰ ਘੁਸ ਗਿਆ। ਖਿਆਲ ਰੱਖਿਓ, ਹੁਣ ਅਗਲੀ ਵਾਰੀ ਇਹ ਬੂਟ ਜਰਾਬਾਂ 'ਚ ਵੀ ਘੁਸ ਸਕਦਾ ਤੁਹਾਡੇ, ਇਹ ਤੁਹਾਡੇ ਬਾਥਰੂਮ 'ਚ ਵੀ ਘੁਸ ਸਕਦਾ। ਫਿਰ ਗੀਤ ਲਿਖਿਆ ਜਾਊਗਾ ਨਹਾਉਣ ਨਵਾਉਣ ਨੂੰ ਤਾਂ ਟੱਬ ਰੱਖਿਆ, ਗੀਜ਼ਰ ਤਾਂ ਲਾਇਆ ਪਟਾਕੇ ਪਾਉਣ ਨੂੰ। ਇਹ ਬੁਲਟ ਮੋਟਰਸਾਈਕਲਾਂ ਦੇ ਨੰਬਰ ਪਲੇਟਾਂ ਤੇ, ਲੰਡੀਆਂ ਜੀਪਾਂ ਦੇ ਉੱਤੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ ਹੈ ਗਿੱਲ, ਗਰੇਵਾਲ, ਵੱਡੀਆਂ ਵੱਡੀਆਂ ਕੌਮਾਂ, ਵੱਡੇ ਵੱਡੇ ਗੋਤ। ਔਰ ਉਹ ਜੀਪਾਂ, ਉਹ ਬੁਲਟ ਮੋਟਰਸਾਈਕਲ ਕਰਜ਼ੇ ਨਾਲ ਲਏ ਹੁੰਦੇ ਨੇ। ਉਹਨਾਂ ਦੀ ਕਰਜ਼ਾ ਮਾਫੀ ਦੇ ਲਈ ਜਿਹੜਾ ਪੈਸਾ ਆ ਰਿਹਾ ਹੈ ਉਹ ਉਸ ਬੰਦੇ ਤੋਂ ਲਿਆ ਜਾ ਰਿਹਾ ਜਿਹੜੇ ਬੁਲਟ ਦੀ ਮੋਟਰਸਾਈਕਲ ਦੀ ਆਵਾਜ਼ ਦਾ ਸ਼ਿਕਾਰ ਹੋ ਚੁੱਕਿਆ ਹੁੰਦਾ। ਜਦੋਂ ਬੁਲਟ ਮੋਟਰਸਾਈਕਲ ਲੰਘਦਾ ਉਹਦੀ ਆਵਾਜ਼ ਦੇ ਨਾਲ ਬਜ਼ੁਰਗਾਂ ਦਾ ਦਿਲ ਹੌਲਣ ਲੱਗ ਜਾਂਦਾ ਤੇ ਹੋਰ ਵੀ ਪਤਾ ਨਹੀਂ ਕਿੰਨੇ ਕੁੱਤੇ ਬਿੱਲੇ ਉਹਨਾਂ ਨੇ ਹੌਰਨਾਂ ਦੇ ਵਿੱਚ ਫਿੱਟ ਕਰੇ ਹੁੰਦੇ। ਇੱਕ ਕਲਚਰਲ ਪੋਲਿਊਸ਼ਨ
ਕਲਚਰਲ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਔਰ ਵੱਡੀ ਗੱਲ ਇਹ ਹੈ ਕਿ ਇਹਨਾਂ ਦੀਆਂ ਗਾਇਕੀਆਂ ਦੇ ਅਖਾੜੇ ਐਜੂਕੇਸ਼ਨਲ ਆਰਗੇਨਾਈਜੇਸ਼ਨ ਦੇ ਵਿੱਚ ਲੱਗਦੇ ਆ, ਵੱਡੇ ਵੱਡੇ ਇਸ਼ਤਿਹਾਰ ਲੱਗੇ ਹੁੰਦੇ ਆ। ਤੁਆਂਖੇ ਸ਼ਬਦ, ਚਗਲੇ ਹੋਏ ਗੀਤ, ਸ਼ਬਦਾਂ ਦਾ ਗਰਭਪਾਤ ਕਰਦੇ ਇਹ ਗੀਤਕਾਰ, ਇਹਨਾਂ ਲਈ ਕੋਈ ਨਹੀਂ। ਕਮਾਲ ਦੀ ਗੱਲ ਹੈ, ਜੱਟਵਾਦ ਲਈ ਗੀਤ ਲਿਖਿਆ ਬੰਦੇ ਨੇ। ਪਿੰਡ ਦੇ ਵਿੱਚ ਸਵੇਰੇ ਸ਼ਾਮ ਗੁਰਦੁਆਰੇ ਦੀ ਆਵਾਜ਼ ਗੂੰਜਦੀ ਹੈ ਤੇ ਸਵੇਰੇ ਸ਼ਾਮ ਦੇ ਵਿਚਾਲੇ ਜਿਹੜਾ ਦੁਪਹਿਰ ਦਾ ਪਹਿਰ ਹੁੰਦਾ, ਟਰੈਕਟਰ ਤੇ ਵੱਡੀ ਉੱਚੀ ਗੀਤ ਵੱਜ ਰਿਹਾ ਹੁੰਦਾ। ਬੰਦਾ ਮਾਰ ਕੇ ਬਾਅਦ ਚ ਕਸੂਰ ਪੁੱਛੀਦਾ, ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ। ਜੱਟ ਉਹਨਾਂ ਪਿੰਡਾਂ ਦੀ ਪਛਾਣ ਬਣਦਾ ਜਾ ਰਿਹਾ ਵੀ ਜਿੱਥੇ ਬੰਦਾ ਮਾਰ ਕੇ ਅਸੀਂ ਕਸੂਰ ਪੁੱਛਦੇ। ਤੇ ਫਿਰ ਸ਼ਾਇਦ ਉਸ ਗੀਤਕਾਰ ਨੂੰ ਜਾਣਨਾ ਚਾਹੀਦਾ ਵੀ ਇਹ ਜਿਹੜੇ ਜੱਟ ਹੈ, ਸਾਡੇ ਜ਼ਿਮੀਂਦਾਰ ਹੈ, ਇੰਨੇ ਕਰਜ਼ੇ ਹੇਠ ਆ ਗਏ, ਨਹੀਂ ਇਹਨਾਂ ਦੀ ਹਾਲਤ ਖਰਾਬ ਹੈ, ਆਲੂ ਸੜਕਾਂ ਤੇ ਸਿੱਟੜੇ ਪੈ ਰਹੇ ਤੇ ਆਤਮ ਹੱਤਿਆ ਅਸੀਂ ਕਿੰਨੇ ਕਰ ਚੁੱਕੇ, ਸ਼ਾਇਦ ਉਹਨੂੰ ਪਤਾ ਨਹੀਂ ਹੋਊਗਾ। ਇਹ ਠੀਕ ਹੈ, ਯਮਲਾ ਜੀ ਦਾ ਦੌਰ ਦੁਬਾਰਾ ਨਹੀਂ ਆਉਣਾ। ਯਮਲਾ ਜੀ ਵਰਗਾ ਕੋਈ ਗਾ ਨਹੀਂ ਸਕਦਾ ਤੇ ਉਹੋ ਜਿਹੇ ਸਰੋਤੇ ਵੀ ਹੁਣ ਹੈ ਨਹੀਂ। ਅਸੀਂ ਅਤੀਤ ਨੂੰ ਕਿੰਨੀ ਕੁ ਦੇਰ ਸੰਭਾਲ ਕੇ ਰੱਖੀਏ? ਅਤੀਤ ਨੂੰ ਹਰ ਸਮੇਂ ਪੂਜਦੇ ਰਹਿਣਾ, ਅਤੀਤ ਨੂੰ ਇਹ ਸੰਭਾਲਦੇ ਰਹਿਣਾ, ਇਹਦਾ ਮਤਲਬ ਅਸੀਂ ਨਵਾਂ ਨਹੀਂ ਕੁਝ ਕਰ ਰਹੇ। ਜਿੱਥੇ ਨਵਾਂ ਕੁਝ ਨਹੀਂ ਹੋ ਰਿਹਾ ਉੱਥੇ ਅਤੀਤ ਨੂੰ ਸੰਭਾਲਣ ਦਾ ਕੀ ਫਾਇਦਾ? ਅਸੀਂ ਭਾਰਤੀ ਲੋਕ ਬੜਾ ਦਾਅਵਾ ਕਰਦੇ ਹਾਂ ਕਿ ਅਸੀਂ ਬਹੁਤ ਪੁਰਾਤਨ ਹਾਂ, ਅਸੀਂ ਬਹੁਤ ਪੁਰਾਤਨ ਹਾਂ, ਪਰ ਜਦੋਂ ਨਵਾਂ ਕਰਦੇ ਹਾਂ ਉਹ ਸਾਡਾ ਮੌਲਿਕ ਹੁੰਦੇ ਨਹੀਂ। ਸਾਨੂੰ ਪਤਾ ਹੀ ਨਹੀਂ ਲੱਗਦਾ ਨਵਾਂ ਕਿਵੇਂ ਕਰਨਾ, ਕੀ ਕਰਨਾ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਘੱਟੋ ਘੱਟ ਇਸ ਕਲਚਰਲ ਪੋਲਿਊਸ਼ਨ ਦੇ ਲਈ ਇੱਕ ਐਡਵਾਈਜ਼ਰੀ ਤਾਂ ਸਿੱਧੂ ਸਾਹਿਬ ਸਾਡੇ ਕਰ ਸਕਦੇ ਆ ਨਾ ਸਰਕਾਰੀ ਵਿਭਾਗਾਂ ਨੂੰ, ਵੀ ਇਹ ਕਲਾਕਾਰ ਹੈ ਜਿਹੜਾ ਇਹ ਸਮਾਜ ਦੇ ਵਿਰੁੱਧ ਕਲਚਰਲ ਪੋਲਿਊਸ਼ਨ ਫੈਲਾ ਰਿਹਾ, ਕਿਰਪਾ ਕਰਕੇ ਸਰਕਾਰੀ ਵਿਭਾਗਾਂ ਦੇ ਵਿੱਚ ਇਹਨੂੰ ਨਾ ਬੁਲਾਇਆ ਜਾਵੇ। ਪਰ ਨਹੀਂ, ਸ਼ਾਇਦ ਅਸੀਂ ਕਲਚਰਲ ਪੋਲਿਊਸ਼ਨ ਫੈਲਾਉਣਾ ਚਾਹੁੰਦੇ ਹਾਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜੇ ਕਿਸੇ ਦੇਸ਼ ਨੂੰ ਖਤਮ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਕਲਚਰ ਖਤਮ ਕਰ ਦਿਓ, ਦੇਸ਼ ਆਪਣੇ ਆਪ ਹੀ ਖਤਮ ਹੋ ਜਾਊ, ਕੌਮ ਹੀ ਖਤਮ ਹੋ ਜਾਊ। ਸਾਡੀ ਕਲਚਰਲ ਵੈਲਿਊਜ਼ ਨਾ ਕਿਸੇ ਨੇ ਪੜ੍ਹੀਆਂ, ਨਾ ਕਿਸੇ ਨੇ ਪੜ੍ਹਾਈਆਂ, ਨਾ ਕਿਸੇ ਨੇ ਸਮਝੀਆਂ, ਨਾ ਕਿਸੇ ਨੇ ਸਮਝਾਈਆਂ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਗੀਤਕਾਰ ਬਣਨਾ ਤੁਹਾਨੂੰ ਨੰਦ ਲਾਲ ਨੂਰਪੁਰੀ ਤੁਹਾਡਾ ਪੜ੍ਹਿਆ ਹੋਣਾ ਚਾਹੀਦਾ, ਧਨੀ ਰਾਮ ਚਾਤਰਿਕ ਨੂੰ ਤੁਸੀਂ ਜਾਣਦੇ ਹੋਵੇ, ਸ਼ੇਖ ਕੁਮਾਰ ਬਟਾਲਵੀ ਦੀ ਤੁਸੀਂ ਲੂਣਾ ਪੜ੍ਹੀ ਹੋਵੇ, ਐਸਾ ਕੋਈ ਨਿਯਮ ਤਾਂ ਹੈ ਨਹੀਂ। ਪਰ ਇਹ ਨਿਯਮ ਇੱਕ ਅਜੀਬ ਜਿਹਾ ਹੀ ਆ ਗਿਆ ਕਿ ਤੁਸੀਂ ਦਾਰੂਆਂ ਤੇ ਗੀਤ ਗਾਓ, ਤੁਸੀਂ ਹਿੱਟ ਹੋ ਜਾਓਗੇ। ਕਿਸੇ ਨੇ ਘੱਟ ਨਹੀਂ ਕੀਤੀ ਹੋਈ, ਜੱਟ ਰਿਸਕੀ ਆਫਟਰ ਵਿਸਕੀ, ਇਹ ਵੀ ਗੀਤ ਗਾਇਆ ਹੋਇਆ। ਬੰਦੇ ਵੀ ਦੇਸੀਆਂ ਤੇ ਪੀਂਦੇ ਵੀ ਦੇਸੀਆਂ, ਇਹ ਵੀ ਗੀਤ ਗਾਇਆ ਹੋਇਆ। ਪਟਿਆਲਾ ਪੈਗ ਦੇ ਕਿੰਨੇ ਗੀਤ ਗਾਏ ਹੋਏ ਨੇ। ਇਹ ਮੰਨ ਲਿਆ ਗਿਆ ਕਿ ਜਿਹੜਾ ਗੀਤਕਾਰ ਗੀਤ ਲਿਖੂਗਾ ਸ਼ਰਾਬ ਤੇ ਉਹ ਹਿੱਟ ਹੋ ਜਾਊਗਾ, ਜਿਹੜਾ ਗਾਇਕ ਸ਼ਰਾਬ ਤੇ ਗੀਤ ਗਾਊਗਾ ਉਹ ਸੁਪਰ ਹਿੱਟ ਹੋ ਜਾਊਗਾ, ਕਿਉਂਕਿ ਸਾਰਾ ਮਸਲਾ ਸਿਰਫ ਕਮਰਸ਼ੀਅਲਿਜ਼ਮ ਦਾ, ਸਿਰਫ ਨੋਟਾਂ ਦਾ। ਸਾਨੂੰ ਤਾਂ ਨੋਟ ਚਾਹੀਦੇ ਨੇ ਹਰੇ ਹਰੇ, ਹੋਰ ਸਾਨੂੰ ਕੋਈ ਮਤਲਬ ਨਹੀਂ ਹੈ। ਲਾਊਡਨੈਸ ਅਸਲ 'ਚ ਪਹਿਲਾਂ ਤੋਂ ਹੀ ਹੈ। ਰਾਜੇ ਮਹਾਰਾਜੇ ਮੁਕਟ ਪਾਉਂਦੇ ਹੁੰਦੇ ਆ ਵੀ ਅਸੀਂ ਹੋਰਾਂ ਤੋਂ ਉੱਚੇ ਲੱਗੀਏ, ਸਾਡਾ ਸਿਰ ਹੈ ਜਿਹੜਾ ਹੋਰ ਉੱਚਾ ਬਣ ਜਾਏ। ਉੱਚੇ ਸਿੰਘਾਸਨ ਤੇ, ਵੱਡੇ ਸਿੰਘਾਸਨ ਤੇ, ਸਭ ਤੋਂ ਵੱਡੇ ਹਾਥੀ ਤੇ ਬਹਿਣਾ, ਹਾਥੀ ਦੀ ਛਤਰੀ ਬੜੀ ਉੱਚੀ, ਫਿਰ ਉੱਚਾ ਜਿਹਾ ਝੰਡਾ ਲਾਉਣਾ। ਅਸੀਂ ਉਹਨਾਂ ਦੀ ਨਕਲ ਕਰਦੇ ਹਾਂ। ਤੁਰਲੇ ਵਾਲੀਆਂ ਪੱਗਾਂ ਇੱਥੋਂ ਹੀ ਤਾਂ ਜਨਮ ਲੈਂਦੀਆਂ। ਲਾਊਡ ਹੋਣ ਦੀ ਕੋਸ਼ਿਸ਼, ਜਿੰਨੇ ਅਸੀਂ ਹੈ ਨਹੀਂ ਉਸ ਤੋਂ ਵੱਧ ਦਿਖਣ ਦੀ ਕੋਸ਼ਿਸ਼। ਕਰਜ਼ਾ ਲੈ ਕੇ ਵਿਆਹ ਕਰਾਉਣਾ, ਵੀ ਵਿਆਹ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਮੇਰਾ ਇੱਕ ਆਪਣਾ ਵਿਦਿਆਰਥੀ ਹੈ ਜਿਹੜਾ ਬਹੁਤ ਗਰੀਬ ਹੈ ਔਰ ਕਰਜ਼ਾ ਚੁੱਕ ਕੇ ਵਿਆਹ ਕਰਾ ਰਿਹਾ ਹੈ। ਮੈਂ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੇਰੀ ਸ਼ਾਦੀ ਦੇ ਵਿੱਚ 21,000 ਦੀ ਮਦਦ ਕਰ ਦਿਆਂਗਾ। ਉਹ 21,000 ਰੁਪਈਆ ਲੈ ਗਿਆ। ਥੋੜੇ ਦਿਨ ਬਾਅਦ ਫਿਰ ਮੇਰੇ ਕੋਲੇ ਆ ਗਿਆ, ਕਹਿੰਦਾ ਮੈਂ 10,000 ਰੁਪਈਆ ਹੋਰ ਲੈਣਾ। ਮੈਂ ਕਿਹਾ ਕਿਉਂ? ਕਹਿੰਦੇ ਸ਼ਰਾਬ ਚਲਾਉਣੀ ਹੈ। ਮੈਂ ਕਿਹਾ ਕਰਜ਼ਾ ਲੈ ਕੇ ਤਾਂ ਤੂੰ ਵਿਆਹ ਕਰਵਾ ਰਿਹਾ, ਸ਼ਰਾਬ ਕਿਉਂ ਚਲਾਉਣੀ ਹੈ? ਕਹਿੰਦਾ ਫਿਰ ਪਿੰਡ ਦੇ ਵਿੱਚ ਜੀ ਆਪਣੀ ਇੱਜ਼ਤ ਨਹੀਂ ਰਹਿ ਜਾਣੀ ਜੇ ਸ਼ਰਾਬ ਨਾ ਚੱਲੇ। ਇਹ ਕੀ ਚੀਜ਼ ਦਿਖਾਉਂਦੀ ਹੈ ਕਿ ਅਸੀਂ ਕਰਜ਼ਾ ਭਾਵੇਂ ਲੈ ਲਈਏ ਪਰ ਇਹ ਸਾਡਾ ਦਿਖਾਵਾ ਪਾਣਾ ਜਿਹੜਾ ਜਾਰੀ ਰਹਿਣਾ ਚਾਹੀਦਾ। ਸਾਡੇ ਲੀਡਰ ਵੀ ਘੱਟ ਨਹੀਂ ਹੈ। ਗਨਮੈਨ ਕਲਚਰ ਲਾਊਡਨੈਸ ਦਾ ਪ੍ਰਗਟਾਵਾ ਹੈ। ਜਦੋਂ ਬਹੁਤ ਲੰਬੇ ਲੰਬੇ ਕਾਫਲੇ ਜੇ ਨਿਕਲਦੇ ਅਸੀਂ ਉਹਨੂੰ ਉਨਾ ਹੀ ਵੱਡਾ ਲੀਡਰ ਮੰਨਦੇ ਹਾਂ। ਸਿਆਸਤ ਦੇ ਵਿੱਚ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਕਿਹੜਾ ਪ੍ਰਧਾਨ ਮੰਤਰੀ ਬਹੁਤ ਲਾਊਡ ਹੈ ਔਰ ਕਿਹੜਾ ਪ੍ਰਧਾਨ ਮੰਤਰੀ ਬੜਾ ਸ਼ਾਂਤ ਹੋ ਕੇ ਕੰਮ ਕਰਦਾ ਰਿਹਾ।
ਤਾਂ ਥੋਥਾ ਚਨਾ ਬਾਜੇ ਗਾਣਾ। ਜਿਹਦੇ ਕੋਲ ਕੁਛ ਹੁੰਦਾ ਨਹੀਂ ਉਸੇ ਨੂੰ ਲਾਊਡ ਹੋਣ ਦੀ ਲੋੜ ਪੈਂਦੀ ਹੈ। ਪੰਜਾਬ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਬੜਾ ਗੂੜ ਗਿਆਨੀ ਬੰਦਾ, ਬਹੁਤ ਕਿਤਾਬਾਂ ਪੜ੍ਹਦਾ ਹੈ, ਇਹੋ ਜਿਹੀ ਸੰਗਤ ਕਰਦਾ ਜਿਹੜੇ ਬੁੱਧੀਜੀਵੀਆਂ ਦੀ ਸੰਗਤ ਹੈ। ਇਸੇ ਕਰਕੇ ਉਹਨੂੰ ਕਿਸੇ ਗਨਮੈਨ ਦੀ ਲੋੜ ਨਹੀਂ। ਵੱਡੀਆਂ ਗੱਡੀਆਂ ਲੈਣੀਆਂ, ਵੱਡੇ ਕਾਫਲੇ 'ਚ ਜਾਣਾ, ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਗਿਆ। ਸੋ ਜਦੋਂ ਤੁਹਾਡੇ ਅੰਦਰ ਗਿਆਨ ਦੀ ਜੋਤ ਜਗ ਜਾਂਦੀ ਹੈ ਫਿਰ ਇਹ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਬਾਬਾ ਬੁੱਲੇ ਸ਼ਾਹ ਜੀ, ਸ਼ੇਖ ਫਰੀਦ ਜੀ, ਬਾਬਾ ਨਾਨਕ ਜੀ, ਚਣੱਕੇ, ਇਹਨਾਂ ਨੂੰ ਕਦੇ ਲਾਊਡ ਹੋਣ ਦੀ ਲੋੜ ਪਈ ਨਹੀਂ। ਸਾਡੇ ਗਾਇਕਾਂ ਦੇ ਵਿੱਚ ਉਹ ਗਾਇਕ ਦੇ ਨਾਲ ਸਭ ਤੋਂ ਪਹਿਲਾਂ ਗਨਮੈਨ ਆ ਜਾਂਦਾ ਜਿਹਦੇ ਹੱਲੇ ਪੱਲੇ ਕੁਛ ਨਹੀਂ ਹੁੰਦਾ। ਸੋ ਲਾਊਡਨੈਸ ਹਰ ਖੇਤਰ ਦੇ ਵਿੱਚ, ਹਰ ਖੇਤਰ ਲਾਊਡ ਹੋ ਕੇ ਦੱਸਣਾ ਚਾਹੁੰਦਾ। ਇਹ ਬਜ਼ਾਰੀਕਰਨ ਹੈ। ਇਹ ਉਸ ਪ੍ਰੋਡਕਟ ਦੇ ਵਿੱਚ ਕੁਛ ਨਹੀਂ ਹੁੰਦਾ, ਪਰ ਉਹ ਪ੍ਰੋਡਕਟ ਦੀ ਐਡ ਦੇ ਵਿੱਚ ਲਾਊਡ ਕਰਕੇ ਦੱਸਿਆ ਜਾਂਦਾ ਹੈ। ਲਿਬਾਸ ਦੇ ਨਾਲ ਲਾਊਡ ਹੁੰਦੇ ਅਸੀਂ, ਜ਼ਿਆਦਾ ਤੋਂ ਜ਼ਿਆਦਾ ਲਿਬਾਸ ਪਾ ਕੇ ਲਾਊਡ ਹੋਣਾ ਚਾਹੁੰਦੇ। ਰਾਜਿਆਂ ਦੀ ਕਾਸਟਿਊਮ ਹੈ ਜਿਹੜੀ, ਉਹ ਵੀ ਇਸ ਕਿਸਮ ਦੇ ਨਾਲ ਹੁੰਦੀ ਸੀ, ਕਈ ਪਰਤਾਂ ਬਣਦੀਆਂ ਹੁੰਦੀਆਂ ਸੀ, ਫਿਰ ਉਹਦੇ ਹੀਰੇ ਜਵਾਹਰਾਤ ਪਾਏ ਜਾਂਦੇ ਸੀ। ਲੰਬੀ ਜੀ ਤਲਵਾਰ, ਲਾੜੇ ਦੇ ਲਈ ਵੀ ਲੰਬੀ ਤਲਵਾਰ, ਕਿ ਅਸੀਂ ਲਾਊਡ ਹੈ। ਇਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਲਾਊਡਨੈਸ ਦਾ ਜਿਹੜਾ ਪ੍ਰਭਾਵ ਹੈ ਉਹ ਸਾਡੇ NRI ਵੀਰਾਂ ਕਰਕੇ ਜ਼ਿਆਦਾ ਹੋਇਆ। ਅਸੀਂ ਉਹਨਾਂ ਦੀ ਰੀਸ ਲੱਗੇ ਕਰਨ, ਪਤਾ ਨਹੀਂ ਕਿਵੇਂ, ਅਛੋਪਲੇ ਜੇ। ਉਹਨਾਂ ਨੇ ਆਪਣੀਆਂ ਕੋਠੀਆਂ ਦੇ ਉੱਤੇ ਪਾਣੀ ਦੇ ਲਈ ਜਹਾਜ਼ ਬਣਾਉਣੇ ਸ਼ੁਰੂ ਕਰਤੇ, ਤੇ ਅਸੀਂ ਵੀ ਗੁਰਦੁਆਰਿਆਂ ਦੇ ਵਿੱਚ ਜਹਾਜ਼ ਚੜਾਉਣੇ ਸ਼ੁਰੂ ਕਰਤੇ। ਜਿਸ ਤਰ੍ਹਾਂ ਦੇ ਅਸੀਂ ਹੈਗੇ ਸਾਨੂੰ ਉਸ ਤਰ੍ਹਾਂ ਦਾ ਹੀ ਰਹਿਣਾ ਚਾਹੀਦਾ। ਇਸ ਲਾਊਡਨੈਸ ਨੇ ਇਹ ਕੰਮ ਕੀਤਾ ਹੈ ਕਿ ਅਸੀਂ ਆਪਣੀ ਸਮਰੱਥਾ ਤੋਂ ਵੱਧ ਰਿਸ਼ਤੇਦਾਰੀਆਂ ਬਣਾਉਣਾ ਚਾਹੁੰਦੇ ਹਾਂ। ਅਸੀਂ ਆਪਣੇ ਡਰਾਇੰਗ ਰੂਮਾਂ ਦੇ ਵਿੱਚ ਬਹੁਤ ਵੱਡੇ ਲੀਡਰਾਂ ਦੀਆਂ ਫੋਟੋਆਂ ਲਾ ਕੇ ਹੀ ਬੜੇ ਖੁਸ਼ ਹੁੰਦੇ ਹਾਂ। ਡਰਾਇੰਗ ਰੂਮ ਦੇ ਵਿੱਚ ਲੀਡਰ ਦੇ ਨਾਲ ਤੁਹਾਡੇ ਖੜਿਆਂ ਦੀ ਫੋਟੋ ਦਾ ਮਤਲਬ ਇਹ ਹੁੰਦਾ ਵੀ ਸਾਡੀ ਉਸ ਲੀਡਰ ਤੱਕ ਵੀ ਸਾਡੀ ਪਹੁੰਚ ਹੈ। ਇਹ ਵੀ ਲਾਊਡਰ। ਧਾਰਮਿਕ ਤੌਰ ਤੇ ਅਸੀਂ ਲਾਊਡ ਹੋਣਾ ਚਾਹੁੰਦੇ ਹਾਂ ਕਿ ਜਦੋਂ ਸਾਡੇ ਘਰੇ ਕੋਈ ਪਾਠ ਵਗੈਰਾ ਹੁੰਦਾ ਤਾਂ ਅਸੀਂ ਬੜੀ ਉੱਚੀ ਸਪੀਕਰ ਲਾ ਕੇ ਦੱਸਦੇ ਹਾਂ ਲੋਕਾਂ ਨੂੰ ਵੀ ਦੇਖੋ ਸਾਡੇ ਘਰੇ ਪਾਠ ਹੋ ਰਿਹਾ, ਸਾਡੇ ਘਰ ਪਾਠ ਹੋ ਰਿਹਾ। ਅਸੀਂ ਬਹੁਤ ਧਾਰਮਿਕ ਹੈ, ਅਸੀਂ ਬਹੁਤ ਨੇੜੇ ਹਾਂ, ਤੇ ਜਾਂ ਨੇੜੇ ਹੋਣ ਲੱਗੇ ਹਾਂ, ਜਾਂ ਉਹ ਬੰਦਾ ਸਾਡੇ ਬਹੁਤ ਨੇੜੇ ਹੈ। ਇਹ ਸਾਰੀ ਲਾਊਡਨੈਸ ਕਰਕੇ ਇਹ ਹੋਇਆ ਕਿ ਅਸੀਂ ਵਿਕਲਾਂਗਤਾ ਵੱਲ ਵੱਧ ਰਹੇ ਹਾਂ। ਸਾਡੀ ਸੋਚ ਤੋਂ ਆਖੀ ਸਾਨੂੰ ਇੱਕ ਅਪਾਹਜਪਣ ਹੁੰਦਾ ਜਾ ਰਿਹਾ। ਅਸੀਂ ਤਾਂ ਮੌਤਾਂ ਦੇ ਸਮਾਗਮ ਵੀ ਛੱਡੇ ਨਹੀਂ ਹੈ। ਜਦੋਂ ਭੋਗ ਪੈਂਦਾ ਤਾਂ ਅਸੀਂ ਵੱਧ ਤੋਂ ਵੱਧ ਇਕੱਠ ਕਰਨਾ ਚਾਹੁੰਦੇ ਹਾਂ ਕਿ ਦੇਖੋ ਸਾਡੇ ਬਜ਼ੁਰਗ ਦਾ ਭੋਗ ਪਿਆ, ਇੰਨੇ ਬੰਦੇ ਉਸ ਦੇ ਵਿੱਚ ਹਾਜ਼ਰ ਹੋਏ। ਸ਼ਮਸ਼ਾਨ ਘਾਟ ਨੂੰ ਜਦੋਂ ਲੈ ਕੇ ਜਾ ਰਹੇ ਹੁੰਦੇ ਆ ਤਾਂ ਵੀ ਅਸੀਂ ਵੱਧ ਤੋਂ ਵੱਧ SMS ਕਰਕੇ, WhatsApp ਕਰਕੇ ਅਸੀਂ ਬੁਲਾਉਂਦੇ ਹਾਂ ਕਿ ਆਖਰੀ ਯਾਤਰਾ ਦੇ ਵਿੱਚ ਇੰਨੇ ਬੰਦੇ ਇਕੱਠੇ ਹੋਏ। ਸਾਡੇ ਪੁਰਖਿਆਂ ਦੀ ਦੇਖੋ, ਸਾਡੇ ਬਜ਼ੁਰਗਾਂ ਦੀ ਕਿੰਨੀ ਪਹੁੰਚ ਸੀ, ਕਿੰਨੇ ਲੋਕੀ ਜੁੜੇ ਹੋਏ ਸੀ। ਮਤਲਬ ਅਸੀਂ ਮੌਤ ਦੇ ਸਮਾਗਮ ਨੂੰ ਵੀ ਅਸੀਂ ਬਖਸ਼ਿਆ ਨਹੀਂ ਹੈ ਆਪਣੀ ਲਾਊਡਨੈਸ ਦਿਖਾਉਣ ਤੋਂ। ਇਹ ਵਕਤੀ ਖੁਸ਼ੀ ਦਿੰਦੀ ਹੈ, ਸ਼ਾਰਟ ਟਾਈਮ ਹੈਪੀਨੈਸ। ਸ਼ਾਰਟ ਟਾਈਮ ਦਾ ਮਤਲਬ ਚੰਦ ਮਿੰਟਾਂ ਦੀ, ਉਸ ਤੋਂ ਬਾਅਦ ਖਾਲੀ ਖੋਖਲਾਪਣ, ਤੇ ਸਾਡੇ ਕੋਲ ਆਹੀ ਰਹਿ ਗਿਆ। ਆਓ ਆਪਣੇ ਅੰਦਰ ਗਿਆਨ ਦੀ ਜੋਤ ਜਗਾਈਏ, ਆਪਣੇ ਅੰਦਰ ਨੂੰ ਜਾਣੀਏ, ਫਿਰ ਹੀ ਕੈਨਵਸ ਦਾ ਜਿਹੜਾ ਰੰਗ ਹੈ ਉਹ ਦਿਖਾਵਿਆਂ ਤੋਂ ਮੁਕਤ ਹੁੰਦਾ, ਤੇ ਫਿਰ ਸਾਡਾ ਅੰਦਰਲਾ ਗਿਆਨ ਤੁਹਾਡੀ ਸੱਚੀ ਮੁੱਚੀ ਜਿੰਦਾਬਾਦ ਕਰਾਉਂਦਾ। ਫਿਰ ਤੁਸੀਂ ਜ਼ਰੂਰ ਕਹਿੰਦੇ ਹੋ ਜ਼ਿੰਦਗੀ ਜਿੰਦਾਬਾਦ। ਖੈਰ ਹੋਵੇ ਪੰਜਾਬ ਦੇ ਪੈਰੋਕਾਰਾਂ ਦੀ, ਜ਼ਿੰਦਗੀ ਦੇ ਸੋਹਣੇ ਗੀਤਕਾਰਾਂ ਦੀ, ਸਭ ਦੀ ਖੈਰ ਹੋਵੇ। ਸੜਕਾਂ ਤੇ ਪੈਗ ਲਾਉਣੇ, ਬੁਲਟ ਚਲਾਉਣੇ, ਬੁਲਟਾਂ ਦੇ ਸਲਾਂਸਰ ਦੇ ਪਟਾਕੇ ਵਜਾਉਣੇ, ਟਰੈਕਟਰਾਂ ਦੇ ਸਲਾਂਸਰ ਲਾਉਣੇ, ਪੰਜਾਬੀਓ ਕਿੱਧਰ ਚੱਲੇ?
ਕਵੀਆਂ ਦੇ ਗੀਤ ਲਾਉਣੇ, ਵਿਆਹ ਦੇ ਲਈ ਵੱਡੇ ਵੱਡੇ ਪੈਲੇਸ ਬੁੱਕ ਕਰਾਉਣੇ, ਲਾੜਿਆਂ ਦੇ ਲਈ ਹੈਲੀਕਾਪਟਰ ਲਾਉਣੇ। ਪੰਜਾਬੀਓ ਕਿੱਧਰ ਚੱਲੇ ਹੋ? ਕਰਜ਼ਾ ਲੈ ਕੇ ਦਾਰੂ ਮੁਰਗੇ ਖਵਾਉਣੇ, ਦਾਰੂ ਦੇ ਲਈ ਕਰਜ਼ੇ ਚੜਾਉਣੇ। ਪੰਜਾਬੀਓ ਕਿੱਧਰ ਚੱਲੇ ਹੋ? ਡਾਂਸਰਾਂ ਦੇ ਗੋਲੀ ਮਾਰਨ ਲਈ ਗੁੰਡੇ ਬੁਲਾਉਣੇ। ਪੰਜਾਬੀਓ ਕਿੱਧਰ ਚੱਲੇ ਹੋ? ਛੋਟੇ ਘਰ ਵੱਡੇ ਗੇਟ ਲਾਉਣੇ, ਦਨਾਲੀਆਂ ਦੇ ਪਟੇ ਮੋਢੇ ਤੇ ਲਾਉਣੇ। ਪੰਜਾਬੀਓ ਕਿੱਧਰ ਚੱਲੇ ਹੋ? ਏਜੰਟਾਂ ਹੱਥ ਪਾਸਪੋਰਟ ਫੜਾਉਣੇ, ਪਾਠਾਂ ਦੇ ਨਾਂ ਤੇ ਵੱਡੇ ਵੱਡੇ ਸਪੀਕਰ ਲਾਉਣੇ, ਗੱਡੀਆਂ ਉੱਤੇ VIP ਸਟicker ਲਾਉਣੇ। ਪੰਜਾਬੀਓ ਕਿੱਧਰ ਚੱਲੇ ਹੋ? ਸਵੇਰੇ ਜਿਮ ਜਾਣਾ, ਸ਼ਾਮ ਨੂੰ ਟੀਕੇ ਲਾਉਣੇ, ਟਰੱਕ ਵੀ ਅਸੀਂ ਦਾਰੂ ਪੀ ਕੇ ਚਲਾਉਣੇ, ਮੈਗੀ ਤੇ 버ਗਰ ਘਰੇ ਬਣਾਉਣੇ। ਪੰਜਾਬੀਓ ਕਿੱਧਰ ਚੱਲੇ ਹੋ? ਸਾਡਾ ਆਈਕਨ ਕੌਣ ਬਣ ਗਿਆ? ਜਿਹੜਾ ਗੀਤ ਗਾ ਰਿਹਾ ਹੈ, ਲਾਣੇ ਬਿੱਲੋ ਪੈਗ ਬੱਲੀਏ ਗੱਡੀ ਦੀ ਡਿੱਗੀ ਖੋਲ ਕੇ। ਮਤਲਬ ਇੱਕ ਤਾਂ ਇਹ ਹੈ ਵੀ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਬੰਦਾ, ਪ੍ਰਚਾਰ ਕਰ ਰਿਹਾ ਵੀ ਸਾਡੇ ਜਿਹੜਾ ਆਬਕਾਰੀ ਐਕਟ ਹੈ, ਟੈਕਸੇਸ਼ਨ ਡਿਪਾਰਟਮੈਂਟ ਹੈ, ਜਿਹੜਾ ਲਾਇਸੈਂਸ ਦਿੰਦਾ ਅਹਾਤਿਆਂ ਦਾ, ਉਹ ਉਹਦੇ ਕਾਨੂੰਨ ਦੀ ਉਲੰਘਣਾ ਕਰ ਰਿਹਾ। ਕਾਨੂੰਨ ਇਹ ਕਹਿੰਦਾ ਵੀ ਤੁਸੀਂ ਲਾਇਸੈਂਸ ਸ਼ੁਦਾ ਜਗ੍ਹਾਵਾਂ ਤੋਂ ਇਲਾਵਾ ਕਿਤੇ ਸ਼ਰਾਬ ਨਹੀਂ ਪੀ ਸਕਦੇ, ਖਾਸ ਤੌਰ ਤੇ ਸੜਕਾਂ ਦੇ ਕੰਢਿਆਂ ਤੇ। ਪਰ ਉਹ ਕਹਿੰਦਾ ਡਿੱਗੀ ਖੋਲੋ, ਜਿੱਥੇ ਤੁਹਾਡਾ ਜੀ ਕਰਦਾ ਡਿੱਗੀ ਦੇ ਵਿੱਚ ਪੀਓ। ਆਬਕਾਰੀ ਡਿਪਾਰਟਮੈਂਟ ਨੂੰ ਇਹ ਸ਼ਾਇਦ ਦਿਖ ਨਹੀਂ ਰਿਹਾ। ਗਰੀਬ ਕੋਲੇ ਇੱਕ ਬੋਤਲ ਜੀ ਫੜੀ ਜਾਵੇ, ਉਹਦੇ 50-60 ਪਰਚੇ ਦਰਜ ਹੋ ਜਾਂਦੇ, ਉਹਦੇ ਲਈ ਨਹੀਂ ਕੁਛ। ਔਰ ਉਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਆ ਕਿ ਉਹਨੂੰ ਸਰਕਾਰੀ ਮਹਿਕਮਿਆਂ ਦੇ ਵਿੱਚ ਬ੍ਰਾਂਡ ਐਂਬੈਸਡਰ ਬਣਾਇਆ ਜਾ ਰਿਹਾ। ਉਹ ਜਿਹੜਾ ਵੀ ਹੈ ਆਹ ਕਾਰ ਦੇ ਵਿੱਚ ਡਿੱਗੀ ਖੋਲ ਕੇ ਨਾ ਸ਼ਰਾਬ ਪੀਣ ਦਾ ਪ੍ਰਚਾਰ ਕਰ ਰਿਹਾ ਬੰਦਾ, ਉਹਨੂੰ ਅੰਬੈਸਡਰ, ਚੰਡੀਗੜ੍ਹ UT ਐਡਮਿਨਿਸਟ੍ਰੇਸ਼ਨ ਨੇ ਉਹਨੂੰ ਸਫਾਈ ਦੇ ਲਈ ਅੰਬੈਸਡਰ ਬਣਾਤਾ। ਮਤਲਬ ਕਾਰ ਦੀ ਡਿੱਗੀ ਦੇ ਨਾਲੋਂ ਸ਼ਰਾਬ ਪਿਲਾ ਕੇ ਨਾ ਨੌਜਵਾਨਾਂ ਦੀ ਸੋਚ ਦੀ ਸਫਾਈ ਕਰੂਗਾ। ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਬੁਲਟ ਮੋਟਰਸਾਈਕਲ ਦੇ ਸਭ ਤੋਂ ਵੱਡੇ ਖਰੀਦਦਾਰ ਬਣ ਗਏ ਹਾਂ। ਯਾਨੀ ਕਿ ਸਾਨੂੰ ਆਪਣੀ ਮਰਦਾਨਗੀ ਦਿਖਾਉਣ ਦੇ ਲਈ ਇੱਕ ਬਹੁਤ ਵੱਡੀ ਬਾਈਕ ਦੀ ਲੋੜ ਪੈ ਗਈ ਹੈ। ਲਾਰਜਰ ਦੈਨ ਲਾਈਫ ਇਜ਼ ਕਾਲਡ ਲਾਊਡਨੈਸ। ਅਸੀਂ ਲਾਰਜ ਹੁੰਦੇ ਹਾਂ, ਆਪਣੇ ਆਪ ਨੂੰ ਐਨਲਾਰਜ ਕਰਦੇ ਹਾਂ, ਬਹੁਤ ਵੱਡਾ ਦਿਖਣਾ ਚਾਹੁੰਦੇ ਹਾਂ, ਆਵਾਜ਼ ਰਾਹੀਂ, ਲੰਬਾਈ ਰਾਹੀਂ। ਇਸੇ ਕਰਕੇ ਬੁਲਟ ਜਦੋਂ ਲੰਘਦਾ ਉਹਦੀ ਦੁੱਗ ਦੁੱਗ ਦੇ ਨਾਲ ਸ਼ਾਇਦ ਸਾਨੂੰ ਚੈਨ ਨਹੀਂ ਮਿਲੀ ਤੇ ਅਸੀਂ ਉਹਦੇ 'ਚ ਪਟਾਕੇ ਪਾਉਣੇ ਸ਼ੁਰੂ ਕਰਤੇ। ਖਿਆਲ ਰੱਖਿਓ, ਸਾਡੇ ਗੀਤਕਾਰ ਬੜੇ ਹੁਸ਼ਿਆਰ ਹੋ ਗਏ ਆ। ਗੀਤ ਗਾਇਆ, ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ ਤਾਂ ਮੈਂ ਰੱਖਿਆ ਪਟਾਕੇ ਪਾਉਣ ਨੂੰ। ਇੱਕ ਔਰਤ ਗਾ ਰਹੀ ਹੈ ਗੀਤ ਇਹ, ਜਦ ਕਿ ਪਟਾਕੇ ਮਾਰਨ ਦਾ ਮਤਲਬ ਇਹ ਵੀ ਔਰਤ ਦੇ ਨਾਲ ਕਿਸੇ ਕੁੜੀ ਦੇ ਨਾਲ ਛੇੜਖਾਨੀ ਕਰਨਾ। ਕਮਾਲ ਦੀ ਗੱਲ ਇਹ ਹੈ ਕਿ ਉਹਦੇ ਤੇ ਕੋਈ ਪਰਚਾ ਹੀ ਨਹੀਂ ਹੋ ਰਿਹਾ। ਇਹ ਗੀਤਕਾਰ ਹੈ ਜਿਹੜਾ ਪਹਿਲਾਂ ਪੰਜਾਬ ਦਾ, ਉਹ ਸੂਖਮ ਚੀਜ਼ਾਂ ਦੇ ਵਿੱਚੋਂ ਗੀਤ ਲੱਭ ਲਿਆਉਂਦਾ ਹੁੰਦਾ ਸੀ, ਸ਼ੋਖ ਰੰਗਾਂ ਚੋਂ ਗੀਤ ਲੱਭਦਾ ਸੀ, ਗੀਤਾਂ ਦੇ ਨੈਣਾਂ ਦੇ ਵਿੱਚੋਂ ਵੀ ਗੀਤ ਲੱਭ ਲਿਆਉਂਦਾ ਸੀ। ਮਾਈ ਨੀ ਮਾਈ ਮੇਰੇ ਗੀਤਾਂ ਦੇ ਨੈਣਾਂ ਵਿੱਚੋਂ ਬਿਰਹੋਂ ਦੀ ਰੜਕ ਪਵੇ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ ਤਾਂ ਵੀ ਸਾਡੀ ਪੀੜ ਨਾ ਸਵੇ। ਪਰ ਇਹ ਗੀਤਕਾਰ ਹੈ ਜਿਹੜਾ ਜੀ, ਹੁਣ ਇਹ ਬੁਲਟ ਮੋਟਰਸਾਈਕਲ ਦੇ ਸਲੈਂਸਰ ਦੇ ਅੰਦਰ ਘੁਸ ਗਿਆ। ਖਿਆਲ ਰੱਖਿਓ, ਹੁਣ ਅਗਲੀ ਵਾਰੀ ਇਹ ਬੂਟ ਜਰਾਬਾਂ 'ਚ ਵੀ ਘੁਸ ਸਕਦਾ ਤੁਹਾਡੇ, ਇਹ ਤੁਹਾਡੇ ਬਾਥਰੂਮ 'ਚ ਵੀ ਘੁਸ ਸਕਦਾ ਹੈ। ਫਿਰ ਗੀਤ ਲਿਖਿਆ ਜਾਊਗਾ, ਨਹਾਉਣ ਨਵਾਉਣ ਨੂੰ ਤਾਂ ਟੱਬ ਰੱਖਿਆ, ਗੀਜ਼ਰ ਤਾਂ ਲਾਇਆ ਪਟਾਕੇ ਪਾਉਣ ਨੂੰ। ਇਹ ਬੁਲਟ ਮੋਟਰਸਾਈਕਲਾਂ ਦੇ ਨੰਬਰ ਪਲੇਟਾਂ ਤੇ, ਲੰਡੀਆਂ ਜੀਪਾਂ ਦੇ ਉੱਤੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ ਹੈ, ਗਿੱਲ, ਗਰੇਵਾਲ, ਵੱਡੀਆਂ ਵੱਡੀਆਂ ਕੌਮਾਂ, ਵੱਡੇ ਵੱਡੇ ਗੋਤ। ਔਰ ਉਹ ਜੀਪਾਂ, ਉਹ ਬੁਲਟ ਮੋਟਰਸਾਈਕਲ ਕਰਜ਼ੇ ਨਾਲ ਲਏ ਹੁੰਦੇ ਨੇ। ਉਹਨਾਂ ਦੀ ਕਰਜ਼ਾ ਮਾਫੀ ਦੇ ਲਈ ਜਿਹੜਾ ਪੈਸਾ ਆ ਰਿਹਾ ਹੈ, ਉਹ ਉਸ ਬੰਦੇ ਤੋਂ ਲਿਆ ਜਾ ਰਿਹਾ ਜਿਹੜੇ ਬੁਲਟ ਦੀ ਮੋਟਰਸਾਈਕਲ ਦੀ ਆਵਾਜ਼ ਦਾ ਸ਼ਿਕਾਰ ਹੋ ਚੁੱਕਿਆ ਹੁੰਦਾ। ਜਦੋਂ ਬੁਲਟ ਮੋਟਰਸਾਈਕਲ ਲੰਘਦਾ, ਉਹਦੀ ਆਵਾਜ਼ ਦੇ ਨਾਲ ਬਜ਼ੁਰਗਾਂ ਦਾ ਦਿਲ ਹੌਲਣ ਲੱਗ ਜਾਂਦਾ, ਤੇ ਹੋਰ ਵੀ ਪਤਾ ਨਹੀਂ ਕਿੰਨੇ ਕੁੱਤੇ ਬਿੱਲੇ ਉਹਨਾਂ ਨੇ ਹਾਰਨਾਂ ਦੇ ਵਿੱਚ ਫਿੱਟ ਕਰੇ ਹੁੰਦੇ। ਇੱਕ ਕਲਚਰਲ ਪੋਲਿਊਸ਼ਨ, ਕਲਚਰਲ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਔਰ ਵੱਡੀ ਗੱਲ ਇਹ ਹੈ ਕਿ ਇਹਨਾਂ ਦੀਆਂ ਗਾਇਕੀਆਂ ਦੇ ਅਖਾੜੇ ਐਜੂਕੇਸ਼ਨਲ ਆਰਗੇਨਾਈਜੇਸ਼ਨ ਦੇ ਵਿੱਚ ਲੱਗਦੇ ਆ, ਵੱਡੇ ਵੱਡੇ ਇਸ਼ਤਿਹਾਰ ਲੱਗੇ ਹੁੰਦੇ ਆ, ਤੁਆਂਖੇ ਸ਼ਬਦ,
ਚਗਲੇ ਹੋਏ ਗੀਤ, ਸ਼ਬਦਾਂ ਦਾ ਗਰਭਪਾਤ ਕਰਦੇ ਇਹ ਗੀਤਕਾਰ, ਇਹਨਾਂ ਲਈ ਕੋਈ ਨਹੀਂ। ਕਮਾਲ ਦੀ ਗੱਲ ਹੈ, ਜੱਟਵਾਦ ਲਈ ਗੀਤ ਲਿਖਿਆ ਬੰਦੇ ਨੇ। ਪਿੰਡ ਦੇ ਵਿੱਚ ਸਵੇਰੇ ਸ਼ਾਮ ਗੁਰਦੁਆਰੇ ਦੀ ਆਵਾਜ਼ ਗੂੰਜਦੀ ਹੈ ਤੇ ਸਵੇਰੇ ਸ਼ਾਮ ਦੇ ਵਿਚਾਲੇ ਜਿਹੜਾ ਦੁਪਹਿਰ ਦਾ ਪਹਿਰ ਹੁੰਦਾ, ਟਰੈਕਟਰ ਤੇ ਵੱਡੀ ਉੱਚੀ ਗੀਤ ਵੱਜ ਰਿਹਾ ਹੁੰਦਾ। ਬੰਦਾ ਮਾਰ ਕੇ ਬਾਅਦ ਚ ਕਸੂਰ ਪੁੱਛੀਦਾ, ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ। ਜੱਟ ਉਹਨਾਂ ਪਿੰਡਾਂ ਦੀ ਪਛਾਣ ਬਣਦਾ ਜਾ ਰਿਹਾ ਵੀ ਜਿੱਥੇ ਬੰਦਾ ਮਾਰ ਕੇ ਅਸੀਂ ਕਸੂਰ ਪੁੱਛਦੇ। ਤੇ ਫਿਰ ਸ਼ਾਇਦ ਉਸ ਗੀਤਕਾਰ ਨੂੰ ਜਾਣਨਾ ਚਾਹੀਦਾ ਵੀ ਇਹ ਜਿਹੜੇ ਜੱਟ ਹੈ, ਸਾਡੇ ਜ਼ਿਮੀਂਦਾਰ ਹੈ, ਇਹਨੇ ਕਰਜ਼ੇ ਹੇਠ ਆ ਗਏ ਨਹੀਂ, ਇਹਨਾਂ ਦੀ ਹਾਲਤ ਖਰਾਬ ਹੈ, ਆਲੂ ਸੜਕਾਂ ਤੇ ਸਿੱਟੜੇ ਪੈ ਰਹੇ ਤੇ ਆਤਮ ਹੱਤਿਆ ਅਸੀਂ ਕਿੰਨੇ ਕਰ ਚੁੱਕੇ, ਸ਼ਾਇਦ ਉਹਨੂੰ ਪਤਾ ਨਹੀਂ ਹੋਊਗਾ। ਇਹ ਠੀਕ ਜ਼ਿੰਦਗੀ ਦੇ ਗੂੜੇ ਰੰਗਾਂ ਦਾ ਕੈਨਵਸ, ਸੁਖ ਜਿਹੇ ਮਦਹੋਸ਼ ਜਿਹੇ ਸਾਹ ਲੈਂਦੇ ਰੰਗਾਂ ਦਾ ਕੈਨਵਸ, ਆਪਣੀ ਤਸਵੀਰ ਦਾ ਕੈਨਵਸ, ਆਪਣੀ ਤਦਬੀਰ ਦਾ ਕੈਨਵਸ। ਖੈਰ ਹੋਵੇ ਸੱਜਣ ਬੇਲੀਆਂ ਦੀ, ਜਗਤ ਤਮਾਸ਼ਾ ਵੇਖਦੇ ਮੇਲਾ ਮੇਲੀਆਂ ਦੀ। ਖੈਰ ਹੋਵੇ ਪੰਜਾਬ ਦੇ ਪੈਰੋਕਾਰਾਂ ਦੀ, ਕੈਨਵਸ ਦੇ ਸੋਹਣੇ ਰੰਗ ਭਰਦੇ ਚਿੱਤਰਕਾਰਾਂ ਦੀ, ਸਭ ਦੀ ਖੈਰ ਹੋਵੇ। ਸੋ ਇਸ ਖੈਰੀਅਤ ਦੇ ਵਿੱਚ ਜ਼ਿੰਦਗੀ ਦਾ ਕੈਨਵਸ ਜਦੋਂ ਅਸੀਂ ਵੇਖਦੇ ਹਾਂ, ਬੜੇ ਸਿਆਣੇ, ਸੁਹਜ, ਪਿਆਰੇ, ਖੁਸ਼ਬੂਆਂ ਦਿੰਦੇ ਰੰਗ ਹੁੰਦੇ ਨੇ। ਪਰ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਅਸੀਂ ਫੀਅਰ ਕਹਿੰਦੇ ਹਾਂ, ਸਾਡੇ ਸਾਰੇ ਕੈਨਵਸ ਦੇ ਤਸਵੀਰਾਂ ਨੂੰ ਫੇਡ ਕਰ ਦਿੰਦਾ ਹੈ, ਬਿਲਕੁਲ ਖਤਮ ਕਰ ਦਿੰਦਾ ਹੈ। ਫੀਅਰ ਫੈਕਟਰ ਯਾਨੀ ਕਿ ਡਰ, ਭੈ, ਇਹ ਹਰ ਇੱਕ ਬੰਦੇ ਦਾ ਕੋਈ ਨਾ ਕੋਈ ਇੱਕ ਭੈ ਜ਼ਰੂਰ ਹੁੰਦਾ। ਇਹ ਭੈ ਪਰਛਾਵੇਂ ਵਾਂਗੂ ਤੁਹਾਡੇ ਨਾਲ ਤੁਰਦਾ ਹੈ। ਵਿਗਿਆਨ ਵੀ ਪਰਛਾਵੇਂ ਨੂੰ ਦੂਰ ਨਹੀਂ ਕਰ ਸਕਦਾ। ਪਿੰਡਾਂ ਦੇ ਵਿੱਚ ਕਹਾਵਤ ਹੈ ਕਿ ਵਹਿਮ ਦਾ ਕੋਈ ਇਲਾਜ ਨਹੀਂ। ਡਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਵਹਿਮ ਹੈ। ਡਰ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਡਰ ਇੱਕ ਬਹੁਤ ਇਨਵਿਜ਼ੀਬਲ ਚੀਜ਼ ਹੁੰਦਾ ਹੈ, ਅਦ੍ਰਿਸ਼ ਚੀਜ਼। ਖੇਤਾਂ ਦੇ ਵਿੱਚ ਇੱਕ ਡਰਨਾ ਖੜਾ ਹੁੰਦਾ ਹੈ, ਪਸ਼ੂ ਪੰਛੀਆਂ ਨੂੰ ਡਰਾਉਣ ਦੇ ਲਈ ਲਾਇਆ ਜਾਂਦਾ ਹੈ। ਉਹ ਡਰਨਾ ਨਾ ਹਿੱਲ ਸਕਦਾ, ਨਾ ਜੁੱਲ ਸਕਦਾ, ਨਾ ਚੀਖ ਮਾਰ ਸਕਦਾ, ਨਾ ਡਰਾ ਸਕਦਾ ਹੈ, ਪਰ ਸਾਰੇ ਜਾਨਵਰ ਉਸ ਤੋਂ ਡਰਦੇ ਆ। ਬਹੁਤ ਛੇਤੀ ਮਨੁੱਖ ਨੇ ਇਹ ਜਾਣ ਲਿਆ ਸੀ। ਜਦੋਂ ਖੇਤੀਬਾੜੀ ਹੋਂਦ ਵਿੱਚ ਆਈ, ਉਦੋਂ ਤੋਂ ਹੀ ਜਾਣ ਲਿਆ ਸੀ ਮਨੁੱਖ ਨੇ ਕਿ ਕੋਈ ਡਰ ਹੈ ਜਿਸ ਤੋਂ ਮਨੁੱਖ ਨੂੰ ਡਰਾਇਆ ਜਾ ਸਕਦਾ ਹੈ। ਮਨੂ ਨੇ ਵੀ ਡਰਾਇਆ। ਮਨੂ ਸਮ੍ਰਿਤੀ ਦੇ ਵਿੱਚ ਸਭ ਤੋਂ ਵੱਧ ਡਰ ਹੈ ਜਿਹੜਾ, ਉਹ ਧਰਮ ਦਾ, ਰਿਲੀਜੀਅਸ ਫੀਅਰ ਹੈ ਜਿਹੜਾ ਕ੍ਰੀਏਟ ਕੀਤਾ ਜਾਂਦਾ ਹੈ। ਡਰ ਦੀ ਸ਼ੁਰੂਆਤ ਮਾਂ ਤੋਂ ਸ਼ੁਰੂ ਹੁੰਦੀ ਹੈ। ਦੁਨੀਆ ਦੇ ਵਿੱਚ ਤਕਰੀਬਨ 500 ਦੇ ਕਰੀਬ ਡਰ ਹੈ ਜਿਹੜੇ ਮਨੋਵਿਗਿਆਨੀਆਂ ਨੇ ਲੱਭੇ ਨੇ, ਜਿਹਦੇ ਵਿੱਚ ਅਸੀਂ ਚੂਹੇ ਤੋਂ ਡਰਨਾ, ਛਿਪਕਲੀ ਤੋਂ ਡਰਨਾ, ਸੱਪ ਤੋਂ ਡਰਨਾ, ਇਹ ਆਮ ਜਿਹੇ ਡਰ ਹੁੰਦੇ ਨੇ। ਕਈ ਲੋਕ ਰਾਤ ਤੋਂ ਡਰਦੇ ਨੇ, ਕਈ ਲੋਕ ਦਿਨ ਤੋਂ ਡਰਦੇ ਨੇ, ਕੋਈ ਲੋਕ ਸੜਕ ਤੇ ਜਾਣ ਤੋਂ ਡਰਦੇ ਨੇ। ਸੜਕ ਤੇ ਤੁਸੀਂ ਜਾ ਰਹੇ ਹੋ, ਤੁਹਾਡੀ ਬੈਲਟ ਲੱਗੀ ਹੋਈ ਹੈ, ਤੁਸੀਂ ਹੈਲਮਟ ਪਾਇਆ ਹੋਇਆ, ਤੁਹਾਡੇ ਕੋਲ ਕਾਗਜ਼ ਪੱਤਰ ਪੂਰੇ ਨੇ, ਬੜੇ ਅੱਛੇ ਤਰੀਕੇ ਨਾਲ ਤੁਸੀਂ ਚਲਾ ਰਹੇ ਹੋ, ਇਹ ਤੁਹਾਡੀ ਚੇਤਨਤਾ ਦਾ ਪ੍ਰਤੀਕ ਹੈ। ਤੁਸੀਂ ਅਵੇਅਰ ਹੋ, ਆਪਣੇ ਆਪ ਨੂੰ ਪਿਆਰ ਕਰਦੇ ਹੋ। ਪਰ ਬਹੁਤ ਅੱਛਾ ਹਾਈਵੇ ਹੈ, 60 ਦੀ ਔਸਤ ਸਪੀਡ ਹੈ, ਪਰ ਤੁਸੀਂ 40 ਦੀ ਸਪੀਡ ਤੇ ਜਾ ਰਹੇ ਹੋ, ਤਾਂ ਇਹ ਤੁਹਾਡਾ ਡਰ ਹੈ। ਬੜੇ ਡਰ ਕੇ ਜੇ ਕਈ ਲੋਕ ਡਰਾਈਵਿੰਗ ਕਰਦੇ ਆ, ਉਹ ਆਪ ਤਾਂ ਮਰਦੇ ਆ, ਦੂਜਿਆਂ ਨੂੰ ਵੀ ਮਰਵਾ ਦਿੰਦੇ ਆ। ਇਹ ਡਰ ਹੀ ਹੈ। ਇਸੇ ਤਰ੍ਹਾਂ ਦਾ ਹੀ ਹੁੰਦਾ ਹੈ ਵੀ ਤੁਸੀਂ ਆਪ ਵੀ ਮੁਸੀਬਤ 'ਚ ਪੈਂਦੇ ਹੋ, ਦੂਸਰੇ ਨੂੰ ਵੀ ਮੁਸੀਬਤ 'ਚ ਪਾ ਦਿੰਦੇ ਹੋ। ਡਰ। ਮਾਂ ਜਦੋਂ ਗਰਭ ਕਾਲ ਦੇ ਵਿੱਚ ਹੁੰਦੀ ਹੈ, ਉਦੋਂ ਮਾਂ ਦੇ ਵਿੱਚ ਡਰ ਪਾਇਆ ਜਾਂਦਾ ਹੈ। ਨਹੀਂ ਆਏ ਨਾ ਕਰ, ਨਹੀਂ ਉਹ ਨਾ ਕਰ। ਉਹ ਮਾਂ ਦੇ ਅੰਦਰ ਇੱਕ ਇਨਸਿਕਿਉਰਿਟੀ ਵਾਲਾ ਡਰ ਪੈਦਾ ਸ਼ੁਰੂ ਹੋ ਜਾਂਦਾ ਹੈ ਕਿ ਮੇਰੇ ਗਰਭ ਨੂੰ ਕੁਛ ਹੋ ਨਾ ਜਾਏ, ਮੇਰੇ ਬੱਚੇ ਨੂੰ ਕੁਛ ਹੋ ਨਾ ਜਾਵੇ। ਬੱਚਾ ਜਨਮ ਲੈਂਦਾ ਹੈ, ਉਸ ਸਮੇਂ ਵੀ ਖਾਸ ਤਰ੍ਹਾਂ ਦੇ ਛੰਨਣ ਮੰਨਣ ਕੀਤੇ ਜਾਂਦੇ ਨੇ ਘਰਾਂ ਦੇ ਵਿੱਚ। ਉਹਦੇ ਕਾਲੇ ਧਾਗੇ ਪਾਏ ਜਾਂਦੇ ਨੇ। ਇਹ ਕਾਲੇ ਧਾਗਿਆਂ ਦਾ ਰਿਵਾਜ਼ ਇਹ ਜਿਹੜਾ ਡਰ ਦੀ ਹੀ ਪੈਦਾਇਸ਼ ਹੈ। ਇਹ ਜਿੰਨੇ ਵੀ ਡੇਰੇ ਨੇ, ਇਹ ਸਾਰੇ ਡਰ ਵੇਚਦੇ ਨੇ। ਸਵੇਰੇ ਟੀਵੀ ਔਨ ਕਰੋ, ਜੋਤਸ਼ੀ ਡਰ ਵੇਚ ਰਿਹਾ ਹੁੰਦਾ, ਆਹ ਰਾਸ਼ੀ ਦੇ ਵਿੱਚ ਜੇ ਐਂ ਹੋ ਗਿਆ ਤਾਂ ਐਂ ਹੋਊਗਾ। ਇਹ ਡਰ ਹੈ ਜਿਹੜਾ, ਇਹ WhatsApp ਤੇ ਸੋਸ਼ਲ ਮੀਡੀਆ ਤੇ ਬੜਾ ਵੇਚਿਆ ਜਾਂਦਾ ਹੈ। ਇਸਕੋ ਸ਼ੇਅਰ ਕਰੋ,
नहीं तो कोई श्राप लगेगा, देखना तुम्हारा क्या नुकसान होगा। और रब बेचारा कहना मैनू तो भाई मोबाइल हजे आउंदे ही नहीं है, मैं कित्थों तुहानूं मैसेज भेजता। बच्चा पैदा होंदा ऐ नहीं करना, वो नहीं करना, उधर नहीं जाना, आ नहीं खाना, वो नहीं खाना, ਉਹਦੇ अंदर डर पैदा हो जाता है। बच्चा स्कूल ਦੇ ਵਿੱਚ ਜਾਂਦਾ है, स्कूल 'ਚ टीचर डराਉਂਦੇ ਨੇ ਕੰਮ नहीं ਕੀਤਾ ਕੱਲ ਨੂੰ ਤੈਨੂੰ ਕੁੱਟ ਪਊਗੀ, ਪੇਪਰ ਆਉਣ ਵਾਲੇ ਆ ਦੇਖੀ ਤੈਨੂੰ ਮੈਂ ਫੇਲ ਕਰ ਦੇਣਾ। ਬੱਚਾ ਸਕੂਲ ਦੇ ਵਿੱਚ ਇੱਕ ਡਰ ਦੇ ਵਿੱਚ ਪੈਦਾ ਹੁੰਦਾ ਹੈ, ਖਾਸ ਤਰ੍ਹਾਂ ਦੇ ਖੌਫ ਦੇ ਵਿੱਚ ਪੈਦਾ ਹੁੰਦਾ ਹੈ। ਬੱਚਾ ਰੋਟੀ ਨਹੀਂ ਖਾਂਦਾ, ਮਾਂ ਕਹਿੰਦੀ ਆ ਸੌਂ ਜਾ, ਨਹੀਂ ਮਾਊ ਆ ਜਾਊਗਾ, ਆ ਦੁੱਧ ਪੀ ਲੈ, ਨਹੀਂ ਮਾਊ ਆ ਜਾਊਗਾ। ਇਹ ਮਾਊ ਸਾਰੀ ਉਮਰ ਫਿਰ ਖਹਿੜਾ ਨਹੀਂ ਛੱਡਦਾ ਹੈ, ਮਾਊ ਡਿਵੈਲਪ ਹੁੰਦਾ ਜਾਂਦਾ। ਬੱਚਾ ਵੱਡਾ ਹੁੰਦਾ ਹੈ, ਉਹਦਾ ਡਰ ਹੋਰ ਪਰਿਪੱਕ ਹੁੰਦਾ ਰਹਿੰਦਾ। ਗਰਮੀਆਂ ਦੇ ਦਿਨਾਂ ਦੇ ਵਿੱਚ ਮਾਪਿਆਂ ਨੇ ਜਾਂ ਥੱਕੇ ਟੁੱਟੇ ਹੋਏ ਆ ਜਾਂ ਕੋਈ ਉਹਨਾਂ ਨੇ ਜ਼ਰੂਰੀ ਕੰਮ ਕਰਨਾ ਹੈ ਤਾਂ ਉਹ ਬੱਚੇ ਨੂੰ ਕਹਿੰਦੇ ਆ ਕਿ ਉਹ ਸਾਡੇ ਘਰ ਦੇ ਵਿੱਚ ਹੀ ਰਹੇ, ਬਾਹਰ ਨਾ ਜਾਵੇ, ਸਾਨੂੰ ਲੱਭਣਾ ਨਾ ਪਵੇ, ਕਿਉਂਕਿ ਜੂਨ ਦਾ ਮਹੀਨਾ ਧੁੱਪਾਂ ਬਹੁਤ ਹੈ। ਤਾਂ ਕਹਿ ਦਿੰਦੇ ਹੁੰਦੇ ਕਿ ਅੰਬ ਦੇ ਉੱਪਰ ਚੜੇਲ ਨੱਚਦੀ ਹੈ। ਉਹ ਸਾਰੀ ਉਮਰ ਬਹੁਤ ਵੱਡੇ ਦਰਖਤਾਂ ਤੋਂ ਡਰਦਾ ਰਹਿੰਦਾ ਹੈ। ਹੌਲੀ ਹੌਲੀ ਬੱਚਾ ਮੈਚਿਓਰ ਹੁੰਦਾ, ਉਮਰ ਵੱਧਦੀ ਹੈ। ਕਾਲਜ ਦੇ ਵਿੱਚ ਹੋਰ ਤਰ੍ਹਾਂ ਦਾ ਡਰ ਪਾਇਆ ਜਾਂਦਾ ਉਹਦੇ ਵਿੱਚ ਕਿ ਤੂੰ ਚੰਗੇ ਨੰਬਰ ਨਹੀਂ ਲੱਤੇ ਤਾਂ ਤੈਨੂੰ ਨੌਕਰੀ ਨਹੀਂ ਮਿਲਣੀ, ਤੂੰ ਮੈਰਿਟ ਵਿੱਚ ਨਹੀਂ ਆਇਆ ਤੈਨੂੰ ਖਤਮ ਕਰ ਦਿੱਤਾ ਜਾਊਗਾ, ਤੈਨੂੰ A ਗ੍ਰੇਡ ਤੈਨੂੰ ਲੈਣੀ ਪੈਣਾ, ਜੇ ਤੇਰਾ A ਗ੍ਰੇਡ ਨਹੀਂ ਆਇਆ ਤੂੰ ਖਤਮ ਹੋ ਜਾਏਗਾ। ਇਹ ਡਰ ਹੋਰ ਡਰਾਇਆ ਜਾਂਦਾ ਇਹਨੂੰ। ਇਹ ਡਰ ਇੰਨਾ ਕੈਸ਼ ਕੀਤਾ ਜਾਂਦਾ ਹੈ, ਜੇ ਡਰ ਨਾ ਹੋਵੇ ਤਾਂ ਸਾਰੀਆਂ ਬੀਮਾ ਕੰਪਨੀਆਂ ਨੇ ਜਿਹੜੀਆਂ ਫੇਲ ਹੋ ਜਾਣ। ਇਸ ਡਰ ਦੇ ਨਾਲ ਇੰਨਾ ਕੁ ਖੇਡਿਆ ਜਾਂਦਾ ਹੈ ਕਿ ਇਹ ਡਰ ਨਾ ਕਿਸੇ ਰੂਪ ਦੇ ਵਿੱਚ ਵਿਕਦਾ ਹੀ ਰਹਿੰਦਾ। ਇਹ ਖੇਤਾਂ ਤੋਂ ਹੁਣ ਸਾਡੇ ਦਿਮਾਗਾਂ ਦੇ ਅੰਦਰ ਚਲੇ ਗਿਆ। ਖਾਣੇ ਦਾ ਡਰ ਪੈਦਾ ਕੀਤਾ ਜਾਂਦਾ ਹੈ। ਟੈਲੀਵਿਜ਼ਨ ਵਾਲੇ ਆਪਣੀ ਖਬਰਾਂ ਵੇਚਣ ਦੇ ਲਈ ਪੂਰੀ ਸਨਸਨੀ ਬਣਾ ਦਿੰਦੇ ਆ, ਛੋਟੀ ਜੀ ਵਾਰਦਾਤ ਨੂੰ ਬਹੁਤ ਵੱਡੀ ਸਨਸਨੀ ਬਣਾ ਕੇ ਇੱਕ ਡਰ ਖੌਫ ਉੱਥੇ ਵੇਚਿਆ ਜਾ ਰਿਹਾ। ਅਖਬਾਰਾਂ ਨੇ ਜਿਹੜੀਆਂ ਉਹ ਖਬਰਾਂ ਲਾ ਕੇ ਇੱਕ ਡਰ ਇਨਸਾਨ ਦੇ ਅੰਦਰ ਪੈਦਾ ਕਰੀਆਂ, ਇੱਕ ਅਜੀਬ ਜਿਹਾ ਡਰ। ਇਨਸਿਕਿਉਰਿਟੀ, ਔਰਤਾਂ ਦੇ ਵਿੱਚ ਇਨਸਿਕਿਉਰਿਟੀ ਕਨਸੈਪਟ ਜ਼ਿਆਦਾ ਹੁੰਦਾ ਹੈ। ਔਰਤਾਂ ਇਸੇ ਕਰਕੇ ਛੇਤੀ ਘਬਰਾ ਜਾਂਦੀਆਂ ਨੇ। ਇਹ ਸਾਡਾ ਸੱਭਿਅਤਾਵਾਂ ਨੇ ਜਿੰਨੀਆਂ ਵੀ ਇਹ ਸਾਰੀਆਂ ਮਰਦ ਦੀਆਂ ਬਣਾਈਆਂ ਹੋਈਆਂ, ਤਾਂ ਮਰਦ ਪ੍ਰਧਾਨ ਸਮਾਜ ਨਹੀਂ, ਮਰਦ ਪ੍ਰਧਾਨ ਸੱਭਿਅਤਾ ਹੈ। ਸੋ ਇਹਦੇ ਵਿੱਚ ਔਰਤ ਜਿਹੜੀ ਇਨਸਿਕਿਉਰਿਟੀ 'ਚ ਜਿਉਂਦੀ ਹੈ ਉਹ ਜ਼ਿਆਦਾ ਭੈਭੀਤ ਹੁੰਦੀ ਹੈ। ਡਰ ਨੂੰ ਦੂਰ ਕਰਨ ਦੇ ਬਹੁਤ ਸਾਰੇ ਮਨੋਵਿਗਿਆਨੀਆਂ ਨੇ ਤਰੀਕੇ ਦੱਸੇ ਨੇ। ਡਰ ਨੂੰ ਵੀ ਡਰ ਵਾਂਗੂ ਦੂਰ ਕਰਵਾਇਆ ਜਾ ਰਿਹਾ। ਬੜੇ ਸੌਖੇ ਜਿਹੇ ਢੰਗ ਨੇ ਕਿ ਡਰ ਨੂੰ ਹੀ ਆਪਣਾ ਹਥਿਆਰ ਜਿਨ੍ਹਾਂ ਲੋਕਾਂ ਨੇ ਬਣਾ ਲਿਆ, ਉਹ ਲੋਕ ਦੁਨੀਆ ਨੂੰ ਜਿੱਤ ਗਏ। ਸਾਡੇ ਹਿੰਦੁਸਤਾਨ ਦੇ ਵਿੱਚ ਇਕਨੋਮਿਕਲੀ ਫੀਅਰ ਕ੍ਰੀਏਟ ਕੀਤਾ ਜਾਂਦਾ ਹੈ ਕਿ ਤੂੰ ਜੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਤਾਂ ਤੂੰ ਡੁੱਬ ਜਾਏਗਾ। ਆਹ ਦੇਖ ਲੈ, ਆਹ ਜੈਲੀ ਹੈ ਜਿਹੜਾ ਇਹ ਆਪਣਾ ਬਿਜ਼ਨਸ ਕਰਕੇ ਆਇਆ ਸੀ, ਉਹ ਡੁੱਬ ਗਿਆ। ਤੁਹਾਡਾ ਹੌਸਲਾ ਪਸਤ ਹੋ ਜਾਏਗਾ। ਇਹ ਡਰ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਤੁਹਾਡੇ ਮੂਹਰੇ ਖੜ ਜਾਊਗਾ। ਉਹ ਵੇਖ ਲੈ, ਉਹਦੇ ਸ਼ੋਰੂਮ ਨੂੰ ਅੱਗ ਲੱਗ ਗਈ, ਰਾਤੋਂ ਰਾਤ ਸਾਰਾ ਸਮਾਨ ਤਬਾਹ ਹੋ ਗਿਆ। ਇੱਕ ਡਰ। ਇੱਕ ਪੋਲੀਟੀਕਲੀ ਫੀਅਰ ਕਿ ਜੇ ਸਰਕਾਰ ਆ ਗਈ ਤਾਂ ਪਤਾ ਨਹੀਂ ਕੀ ਕਰ ਦੂਗੀ ਤੁਹਾਡਾ, ਤੁਸੀਂ ਸਾਨੂੰ ਵੋਟਾਂ ਪਾਓ। ਇੱਕ ਜੈਨੇਟਿਕ ਡਰ ਕਿ ਜੇ ਤੂੰ ਆਹ ਨਾ ਕੀਤਾ ਤਾਂ ਸਾਡੀ ਇੱਜ਼ਤ ਨੂੰ, ਸਾਡੀ ਕੌਮ ਨੂੰ, ਸਾਡੇ ਪੂਰੇ ਖਾਨਦਾਨ ਨੂੰ ਧੱਬਾ ਲੱਗ ਜੂਗਾ। ਸੋ ਇਸ ਤਰ੍ਹਾਂ ਦੇ ਜਿਹੜੇ ਡਰ ਨੇ ਇਹ ਕ੍ਰੀਏਟ ਕੀਤੇ ਜਾਂਦੇ ਨੇ। ਇਹ ਡਰ ਤੁਹਾਡਾ ਖਹਿੜਾ ਨਹੀਂ ਛੱਡਦੇ ਹੈ। ਇਹ ਡਰ ਬਾਅਦ ਵਿੱਚ ਡਿਵੈਲਪ ਹੁੰਦੇ ਜਾਂਦੇ ਆ। ਸੋ ਮਨੋਵਿਗਿਆਨੀਆਂ ਨੇ ਬੜੀਆਂ ਖੋਜਾਂ ਕੀਤੀਆਂ ਨੇ ਇਸ ਦੇ ਉੱਤੇ। ਉਹਨਾਂ ਨੇ ਕਿਹਾ ਕਿ ਇਸ ਡਰ ਨੂੰ ਹੀ ਹਥਿਆਰ ਬਣਾਉਣਾ ਪੈਣਾ। ਮੈਂ ਤੁਹਾਨੂੰ ਉਦਾਹਰਨ ਦੇਣੀ ਚਾਹੁੰਦਾ ਕਿ ਸ਼ਾਹਰੁਖ ਖਾਨ ਦੇ ਹਰ ਰੋਮਾਂਟਿਕ ਅੰਦਾਜ਼ ਦੇ ਵਿੱਚ, ਹਰ ਗੀਤ ਡਾਂਸ ਦੇ ਵਿੱਚ ਉਹਦੀਆਂ ਬਾਹਾਂ ਇਸ ਤਰ੍ਹਾਂ ਖੜੀਆਂ ਹੋ ਜਾਂਦੀਆਂ ਨੇ ਔਰ ਉਹ ਇਸ ਤਰ੍ਹਾਂ ਦਾ ਉਹਦਾ ਜੈਸਚਰ ਹੁੰਦਾ ਹੈ। ਤੇ ਸ਼ਾਹਰੁਖ ਖਾਨ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਮੈਨੂੰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਨੇ ਜਿਵੇਂ ਕੋਈ ਮੇਰੀਆਂ ਬਾਹਾਂ ਕੱਟ ਰਿਹਾ ਹੋਵੇ। ਸੋ ਉਹਨੇ ਆਪਣੀ ਬਾਹਾਂ ਨੂੰ ਹੀ ਆਪਣਾ ਹਥਿਆਰ ਬਣਾ ਲਿਆ। ਸੋ ਮਨੋਵਿਗਿਆਨੀ ਕਹਿੰਦੇ ਨੇ ਜੇ ਤੁਹਾਨੂੰ ਸੱਪ ਤੋਂ ਡਰ ਲੱਗਦਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸੱਪ ਦੀਆਂ ਫੋਟੋਆਂ ਦਿਖਾਈਆਂ ਜਾਂਦੀਆਂ, ਸੱਪ ਦੇ ਖਿਡੌਣੇ ਵੀ ਤੁਹਾਨੂੰ ਦੱਸੇ ਜਾਂਦੇ ਆ, ਸੱਪ ਦੀਆਂ ਨਸਲਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਅੰਤ ਦੇ ਵਿੱਚ ਤੁਹਾਨੂੰ ਅਸਲੀ ਸੱਪ ਦੇ ਨਾਲ ਖੇਡਣ ਦਾ ਮੌਕਾ ਵੀ ਦਿੱਤਾ ਜਾਂਦਾ ਹੈ। ਹੌਲੀ ਹੌਲੀ ਤੁਹਾਡਾ ਡਰ ਖਤਮ ਹੋ ਜਾਂਦਾ ਹੈ। ਇਹ ਡਰ ਨੂੰ ਖਤਮ ਕਰਨ ਦੇ ਲਈ ਸਭ ਤੋਂ ਸੌਖਾ, ਸਭ ਤੋਂ ਸਲੀਕੇ ਵਾਲਾ ਕੰਮ ਇਹ ਹੈ ਕਿ ਤੁਸੀਂ ਆਪਣੇ ਅੰਦਰ ਦੇਖਣਾ ਮੈਨੂੰ ਡਰ ਹੈ ਕਿਸ ਕਿਸਮ ਦਾ, ਕਿਉਂ ਡਰਿਆ ਜਾਂਦਾ ਹੈ। ਬॉयਫ੍ਰੈਂਡ ਨੂੰ ਇਹ ਡਰ ਹੁੰਦਾ ਕਿ ਮੇਰੀ ਗਰਲਫ੍ਰੈਂਡ ਹੈ ਜਿਹੜੀ ਕਿਸੇ ਹੋਰ ਬੰਦੇ ਨੂੰ ਪਸੰਦ ਨਾ ਕਰ ਲੇ।
ਪਤੀ ਨੂੰ ਇਹ ਡਰ ਹੁੰਦਾ ਹੈ ਕਿ ਜਿਹੜੀ ਮੇਰੀ ਪਤਨੀ ਹੈ ਉਹ ਮੇਰੇ ਦਾਇਰੇ ਤੋਂ ਬਾਹਰ ਨਾ ਚਲੀ ਜਾਵੇ। ਪਿਓ ਨੂੰ ਡਰ ਹੁੰਦਾ ਹੈ ਕਿ ਮੇਰਾ ਪੁੱਤ ਉਸੇ ਰਾਹਾਂ ਤੇ ਚੱਲ ਰਿਹਾ ਹੈ ਕਿ ਨਹੀਂ ਜਿਸ ਰਾਹਾਂ ਤੇ ਮੈਂ ਤੋਰਨਾ ਚਾਹੁੰਦਾ। ਧਰਮ ਨੂੰ ਡਰ ਹੁੰਦਾ ਕਿ ਮੇਰੇ ਪੈਰੋਕਾਰ ਤਾਂ ਨਹੀਂ ਟੁੱਟ ਰਹੇ। ਸੋ ਇਸ ਕਿਸਮ ਦੇ ਡਰ ਹੈ ਜਿਹੜੇ, ਇਹਦੇ ਨਾਲ ਡਰ ਖਤਮ ਨਹੀਂ ਹੁੰਦਾ। ਸੋ ਸੌਖਾ ਤਰੀਕਾ ਹੈ, ਤੁਸੀਂ ਆਪਣੇ ਅੰਦਰ ਦੇਖੋ ਮੈਨੂੰ ਕਿਸ ਕਿਸਮ ਦਾ ਡਰ ਹੈ ਔਰ ਉਸ ਡਰ ਨੂੰ ਹੀ ਆਪਣਾ ਹਥਿਆਰ ਬਣਾਉਣਾ। ਸਿਕੰਦਰ ਦੀ ਉਦਾਹਰਨ ਇੱਕ ਸਭ ਤੋਂ ਵੱਡੀ ਉਦਾਹਰਨ ਹੈ। ਜਦੋਂ ਉਹਨੂੰ ਲੱਗਦਾ ਸੀ ਕਿ ਮੇਰੀਆਂ ਫੌਜਾਂ ਨੇ ਜਿਹੜੀਆਂ ਹਾਰਨ ਵਾਲੀਆਂ ਨੇ, ਉਹ ਝੂਠੇ ਮੈਸੇਜ ਵੀ ਲਾ ਦਿੰਦਾ ਹੁੰਦਾ ਸੀ ਕਿ ਉਹਨਾਂ ਕੋਲੇ ਆਪੋਜ਼ਿਟ ਜਿਹੜੀ ਫੌਜ ਹੈ ਉਹ ਘੱਟ ਹੈ। ਆਪਣੀ ਫੌਜ ਦਾ ਡਰ ਹੈ ਜਿਹੜਾ ਉਹ ਖਤਮ ਕਰ ਦਿੰਦਾ ਹੁੰਦਾ ਸੀ। ਹੁਣ ਬਹੁਤ ਸਾਰੀਆਂ ਜਿਹੜੀਆਂ ਸਪੋਰਟਸ ਦੀਆਂ ਟੀਮਾਂ ਨੇ ਉਹਨਾਂ ਦੇ ਨਾਲ ਕਾਉਂਸਲਰ ਜਾਂਦੇ ਨੇ ਜਿਹੜਾ ਵੀ ਕੋਈ ਖਿਡਾਰੀ ਡਰਦਾ ਹੈ ਉਹਦੀ ਕਾਉਂਸਲਿੰਗ ਕਰਦੇ ਨੇ। ਸੋ ਤੁਹਾਡੀ ਤਰੱਕੀ ਉਦੋਂ ਹੀ ਹੋ ਸਕਦੀ ਹੈ ਜਦੋਂ ਤੁਸੀਂ ਬੇਖੌਫ ਹੋਵੋ। ਜਿਵੇਂ ਫੁੱਲ ਖਿੜਦਾ ਹੈ, ਫੁੱਲ ਬੇਖੌਫ ਇੰਨਾ ਕੁ ਖਿੜਦਾ ਹੈ ਕਿ ਉਹਨੂੰ ਪਤਾ ਹੈ ਕਿ 4 ਦਿਨਾਂ ਬਾਅਦ ਮੇਰੇ ਪੱਤੇ ਝੜ ਜਾਣੇ ਨੇ, ਪਰ ਉਹ ਆਪਣੀ ਖੁਸ਼ਬੂ ਨਿਰੰਤਰ ਛੱਡਦਾ ਰਹਿੰਦਾ। ਉਹ ਆਪਣੀ ਖਿੜਾਹਟ ਲੋਕਾਂ ਤੱਕ ਪਹੁੰਚਾਉਂਦਾ ਰਹਿੰਦਾ ਅੰਤਮ ਸਾਹ ਤੱਕ। ਚਿੜੀ ਸਭ ਤੋਂ ਛੋਟਾ ਪੰਛੀ ਹੁੰਦੀ ਹੈ ਪਰ ਅਸਮਾਨ ਦੇ ਵਿੱਚ ਬੇਖੌਫ ਉੱਡਦੀ ਹੈ। ਉਹਨੂੰ ਪਤਾ ਵੀ ਬਾਜ ਵੀ ਆ ਸਕਦੇ ਆ। ਤਾਂ ਚਿੜੀਆਂ ਦੇ ਵਿੱਚ ਜਜ਼ਬਾ ਭਰਨ ਲਈ ਤਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਚਿੜੀਆਂ ਸੇ ਮੈਂ ਬਾਜ ਲੜਾਉਂ ਤਬ ਗੋਬਿੰਦ ਸਿੰਘ ਨਾਮ ਕਹੂੰ। ਇਹ ਚਿੜੀਆਂ ਨੇ ਜਿਹੜੀਆਂ ਇਹ ਬੇਖੌਫ ਹੋ ਕੇ ਜੀਣ। ਇਹ ਪਰਿੰਦੇ ਸਾਈਬੇਰੀਆ ਤੋਂ ਪੰਛੀ ਸਾਡੇ ਪੰਜਾਬ ਦੇ ਵਿੱਚ ਪਹੁੰਚਦੇ 5000 ਕਿਲੋਮੀਟਰ ਦੀ ਉਡਾਨ ਭਰਦੇ ਨੇ ਬਿਨਾਂ ਕੁਝ ਖਾਦਿਆਂ ਪੀਤਿਆਂ, ਬਿਨਾਂ ਕੋਈ ਬ੍ਰੇਕ ਲਿਆ, ਪਰ ਉਹਨਾਂ ਅੰਦਰ ਕੋਈ ਭੈ ਜਾਂ ਕੋਈ ਡਰ ਨਹੀਂ ਹੁੰਦਾ। ਇਸੇ ਕਰਕੇ ਏਡੀ ਵੱਡੀ ਉਡਾਨ ਭਰ ਲੈਂਦੇ ਆ। ਇਸੇ ਕਰਕੇ ਹੀ ਉਹ ਇੱਥੇ ਆ ਕੇ ਬੱਚੇ ਆਪਣੇ ਜੰਮ ਲੈਂਦੇ ਆ। ਅਦਰਵਾਈਜ਼ ਉਹ ਪੰਛੀ ਖਤਮ ਹੋ ਚੁੱਕੇ ਹੁੰਦੇ ਜੇ ਉਹਨਾਂ ਅੰਦਰ ਕੋਈ ਡਰ ਹੁੰਦਾ। ਜੰਗਲ ਦੇ ਵਿੱਚ ਸ਼ੇਰ ਤੋਂ ਸਭ ਡਰਦੇ ਆ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣਾ ਜਿਉਣਾ ਛੱਡ ਦਿੰਦੇ ਆ, ਉਹ ਆਪਣਾ ਖਾਣਾ ਪਾਣੀ ਛੱਡ ਦਿੰਦੇ ਆ। ਉਹ ਬਕਾਇਦਗੀ ਦੇ ਨਾਲ ਚੋਗਾ ਵੀ ਚੁਗਦੇ ਆ, ਪਾਣੀ ਵੀ ਪੀਂਦੇ ਆ ਔਰ ਉਹ ਇਸ ਗੱਲ ਨੂੰ ਸਮਝਦੇ ਆ ਕਿ ਸਾਰੀ ਫੂਡ ਚੇਨ ਜੋ ਹੋਣਾ ਹੋਣਾ ਹੀ ਹੋਣਾ। ਇਹਨਾਂ ਨਾ ਭੂਤ ਬਾਰੇ ਸੋਚਦੇ ਆ ਨਾ ਭਵਿੱਖ ਬਾਰੇ ਸੋਚਦੇ ਆ। ਸੋ ਇਨਸਿਕਿਉਰਿਟੀ ਦੇ ਵਿੱਚੋਂ ਨਿਕਲਣਾ ਬੜਾ ਜ਼ਰੂਰੀ ਹੈ। ਜੇ ਤੁਸੀਂ ਆਪਣੀ ਜ਼ਿੰਦਗੀ 'ਚ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਆਪਣਾ ਡਰ ਦੇਖੋ, ਡਰ ਨੂੰ ਪਛਾਣੋ, ਡਰ ਨੂੰ ਹੀ ਹਥਿਆਰ ਬਣਾਉਣਾ ਪੈਣਾ। ਜਿਸ ਦਿਨ ਤੁਸੀਂ ਆਪਣਾ ਡਰ ਜਿੱਤ ਲਿਆ ਉਸੇ ਦਿਨ ਤੁਸੀਂ ਪਛਾਣੋਗੇ ਕਿ ਮੇਰਾ ਪੋਰਟਰੇਟ ਜਿਹੜਾ ਮੈਂ ਆਪਣੇ ਹੱਥ ਦੇ ਨਾਲ ਬਣਾ ਰਿਹਾ ਉਹ ਕਿੰਨਾ ਖੂਬਸੂਰਤ ਹੈ। ਉਹਨਾਂ ਪੰਛੀਆਂ ਵਾਂਗੂ ਕਿੰਨੀ ਲੰਬੀ ਉਡਾਨ ਭਰ ਰਿਹਾ ਹੈ, ਉਸ ਫੁੱਲ ਵਾਂਗੂ ਕਿੰਨੀ ਖੁਸ਼ਬੂ ਦੇ ਰਿਹਾ ਹੈ। ਇੱਕ ਵਪਾਰੀ ਕੋਲੇ 10 ਗਧੇ ਨੇ। ਪੁਰਾਣੇ ਸਮੇਂ ਦੇ ਵਿੱਚ ਵਪਾਰੀ ਸਾਰਾ ਸਮਾਨ ਗਧਿਆਂ ਦਾ ਕੀਲੇ ਰੱਸੀ ਨਾਲ ਲੈ ਕੇ ਚੱਲਦੇ ਹੁੰਦੇ ਸੀ। ਰਾਤ ਪੈ ਗਈ, ਉਹਨਾਂ ਨੇ ਸਾਰੀ ਗਧੇ ਆ ਜਿਹੜੇ ਬੰਨ੍ਹ ਦਿੱਤੇ, ਕੀਲਾ ਗੱਡਿਆ, ਰੱਸੀ ਨਾਲ ਬੰਨ੍ਹਤੇ। ਪਰੰਤੂ ਇੱਕ ਕੀਲਾ ਕਿਤੇ ਰਸਤੇ 'ਚ ਗੁੰਮ ਗਿਆ, ਰੱਸੀ ਵੀ ਗੁੰਮ ਗਈ। 9 ਗਧੇ ਤਾਂ ਉਹਨਾਂ ਨੇ ਬੰਨ੍ਹ ਲਏ ਪਰ ਇੱਕ ਗਧਾ ਰਹਿ ਗਿਆ। ਰਾਤ ਨੂੰ ਸੌਣ ਨਾ ਹੋ ਤਾਂ ਉਹ ਇੱਕ ਬਜ਼ੁਰਗ ਕੋਲੇ ਗਏ, ਕਹਿੰਦੇ ਜੀ ਤੁਹਾਡੇ ਕੋਲੇ ਕੋਈ ਕੀਲਾ ਹੈਗਾ ਜਾਂ ਰੱਸੀ ਹੋਵੇ, ਸਾਡਾ ਇੱਕ ਗਧਾ ਰਹਿ ਗਿਆ, ਕਿਤੇ ਰਾਤ ਨੂੰ ਕਿਤੇ ਚਲੀ ਨਾ ਜਾਵੇ, ਅਸੀਂ ਸੌਂ ਜਾਈਏ, ਅਸੀਂ ਸੌਂ ਨਹੀਂ ਪਾ ਰਹੇ, ਅਸੀਂ ਬੜੀ ਦੂਰੋਂ ਆਏ ਹਾਂ। ਤਾਂ ਬਜ਼ੁਰਗ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਤੁਸੀਂ 9 ਗਧੇ ਬੰਨ੍ਹਤੇ, ਇਹਨੂੰ ਵੀ ਬੰਨ੍ਹ ਦਿਓ, ਬਿਨਾਂ ਕੀਲੇ ਤਾਂ ਬਿਨਾਂ ਰੱਸੀ ਤੇ ਬੰਨ੍ਹ ਦਿਓ। ਕਹਿੰਦੇ ਜੀ ਕਮਾਲ ਦੀ ਗੱਲ ਹੈ, ਬਿਨਾਂ ਕੀਲੇ ਤੇ ਬਿਨਾਂ ਰੱਸੀ ਤੇ ਕਿਵੇਂ ਬੰਨ੍ਹਿਆ ਜਾਊਗਾ? ਉਹ ਕਹਿੰਦੇ ਬਨਾਵਟੀ ਤਰੀਕੇ ਨਾਲ ਬੰਨ੍ਹ ਦਿਓ ਨਾ। ਤੇ ਉਹ ਵਿਚਾਰੇ ਲਾਚਾਰ ਸੀ, ਕੋਈ ਰਸਤਾ ਤਾਂ ਹੈ ਨਹੀਂ ਸੀ। ਉਹ ਗਏ ਤਾਂ ਉਹਨਾਂ ਨੇ ਕੀਲਾ ਪੂਰਾ ਗੱਡਿਆ ਤੇ ਗਧੇ ਦੇ ਗਰਦਨ ਦੇ ਵਿੱਚੋਂ ਨਕਲੀ ਰੱਸੀ ਗੂਠਾ ਜਿਹਾ ਫੇਰ ਦਿੱਤਾ ਤੇ ਉਹ ਇਹ ਸੋਚ ਕੇ ਸੌਂ ਗਏ ਵੀ ਜੇ ਬਚ ਗਿਆ ਤਾਂ ਠੀਕ ਆ, ਪਰ ਸੌਣਾ ਬੜਾ ਜ਼ਰੂਰੀ ਹੈ। ਉਹਨਾਂ ਨੂੰ ਨੀਂਦ ਆ ਗਈ। ਉਸ ਤੋਂ ਬਾਅਦ ਸਵੇਰੇ ਜਦੋਂ ਉੱਠੇ ਤਾਂ ਉਹਨਾਂ ਨੇ ਆਪਣੇ ਗਧੇ ਦੀ ਗਿਣਤੀ ਕੀਤੀ ਤਾਂ ਹੈਰਾਨੀ ਵਾਲੀ ਗੱਲ ਸੀ ਕਿ 10 ਦੇ 10 ਗਧੇ ਪੂਰੇ ਸੀ। ਉਹ 10ਵਾਂ ਗਧਾ ਵੀ ਉੱਥੇ ਬੈਠਾ ਰਿਹਾ। ਹੁਣ 9 ਗਧੇ ਤਾਂ ਉੱਠ ਗਏ ਪਰ 10ਵਾਂ ਗਧਾ ਨਹੀਂ ਉੱਠਿਆ। ਉਸ ਗਧੇ ਦੇ ਬਹੁਤ ਦਲੱਤੀਆਂ ਮਾਰੀਆਂ ਉਹਨਾਂ ਨੇ ਪਰ ਉਹ ਗਧਾ ਨਹੀਂ ਉੱਠਿਆ। ਉਹ ਫਿਰ ਬਜ਼ੁਰਗ ਕੋਲੇ ਚਲ ਗਏ। ਉਹ ਕਹਿੰਦੇ ਤੁਸੀਂ ਕਿਹੋ ਜਿਹਾ ਜਾਦੂ ਮੰਤਰ ਮਾਰਿਆ ਵੀ ਸਾਡਾ ਤਾਂ ਗਧਾ ਉੱਠ ਨਹੀਂ ਰਿਹਾ? ਕਹਿੰਦੇ ਜਿਵੇਂ ਹੀ ਤੁਸੀਂ ਬੰਨਿਆ ਸੀ ਉਵੇਂ ਖੋਲ ਦਿਓ। ਕਹਿੰਦੇ ਜੀ ਕੀ ਮਤਲਬ? ਉਹ ਕਹਿੰਦੇ ਜਾਲੀ ਤਰੀਕੇ ਦੇ ਨਾਲ, ਬਨਾਵਟੀ ਤਰੀਕੇ ਦੇ ਨਾਲ ਤੁਸੀਂ ਬੰਨਿਆ ਸੀ, ਉਸੇ ਤਰੀਕੇ ਨਾਲ ਖੋਲ ਦਿਓ। ਉਹ ਵਪਾਰੀ ਗਏ, ਉਸੇ ਤਰ੍ਹਾਂ ਅੰਗੂਠਾ ਜਿਹਾ ਘੁਮਾ ਕੇ ਪੁੱਠੇ ਪਾਸੇ ਤੋਂ ਕੀਲਾ ਗੱਡਿਆ, ਬਕਾਇਦਾ ਗਧਾ ਉੱਠ ਕੇ ਸਭ ਤੋਂ ਮੂਹਰੇ ਲੱਗ ਗਿਆ। ਇਹ ਸੀ ਇੱਕ ਡਰ। ਉਹਨੂੰ ਐਂ ਲੱਗਿਆ ਕਿ ਮੈਨੂੰ ਬੰਨ੍ਹ ਦਿੱਤਾ ਗਿਆ। ਸੋ ਦੋਸਤੋ, ਅੱਜ ਦੀ ਕਮਰਸ਼ੀਅਲ ਦੁਨੀਆ ਜਿਹੜੀ ਇਹ ਬਹੁਤ ਜ਼ਿਆਦਾ ਡਰ ਵੇਚ ਰਹੀ ਹੈ। ਇਸੇ ਡਰ ਦਾ ਉਹ ਬਾਜ਼ਾਰੀਕਰਨ ਕਰਕੇ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਸ ਤੋਂ ਆਪਾਂ ਨੇ ਬਚਣਾ ਹੈ। ਉਹ ਗਧੇ ਵਾਂਗ ਸਾਨੂੰ ਵੀ ਕਿਸੇ ਕੀਲੇ ਦੇ ਨਾਲ ਬੰਨ੍ਹਿਆ ਜਾ ਰਿਹਾ ਹੈ
ਜਿਹੜਾ ਅਦ੍ਰਿਸ਼ ਹੈ। ਜਿਸ ਦਿਨ ਤੁਸੀਂ ਆਪਣੇ ਡਰ ਉੱਤੇ ਕਾਬੂ ਪਾ ਲਿਆ, ਉਸ ਦਿਨ ਤੁਹਾਡੀ ਜ਼ਿੰਦਗੀ ਦਾ ਪੋਰਟਰੇਟ ਇੰਨਾ ਸੋਹਣਾ ਖੂਬਸੂਰਤ ਨਿਕਲ ਕੇ ਬਾਹਰ ਆਏਗਾ ਕਿ ਤੁਸੀਂ ਆਪਣੇ ਬਣਾਏ ਪੋਰਟਰੇਟ ਤੇ ਦੰਗ ਰਹਿ ਜਾਓ। ਤੁਹਾਡੀ ਪ੍ਰਤਿਭਾ ਪੂਰੀ ਤਰ੍ਹਾਂ ਬਾਹਰ ਨਿਕਲ ਕੇ ਆਏਗੀ ਤੇ ਉਸ ਦਿਨ ਤੁਸੀਂ ਵੀ ਕਹੋਗੇ ਕਿ ਜ਼ਿੰਦਗੀ ਜਿੰਦਾਬਾਦ। ਅਦਬੀ ਦੁਨੀਆ ਦੇ ਲੋਕੋ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਸ ਮੋਮਬੱਤੀ ਵਾਂਗ ਦਹਿਕ ਰਹੇ ਹਾਂ, ਪਿਘਲ ਰਹੇ ਹਾਂ, ਸਾਡੇ ਅੰਦਰੋਂ ਸੇਕ ਨਿਕਲ ਰਿਹਾ। ਇਹ ਨਿਕਲਣਾ ਜਾਇਜ਼ ਵੀ ਹੈ। ਅਸੀਂ ਇੰਨੇ ਘਿਨਾਉਣੇ ਹੋ ਗਏ ਕਿ ਨਿੱਕੀ ਜੀਆਂ ਬਾਲੜੀਆਂ ਨੂੰ ਵੀ ਅਸੀਂ ਬਦਨੀਤੀਆਂ ਨਾਲ, ਵਹਿਸ਼ੀਆਂ ਨਾਲ ਉਹਨਾਂ ਨਾਲ ਹਰਕਤ ਕਰ ਰਹੇ ਹਾਂ। 16 ਦਸੰਬਰ 2012 ਨੂੰ ਹਜੇ ਅਸੀਂ ਭੁੱਲੇ ਨਹੀਂ ਸੀ। ਉਹਦਾ ਗਮ ਹੈ, ਉਹਦੇ ਜ਼ਖਮ ਅਜੇ ਹੱਲੇ ਸੀ ਕਿ ਅਸੀਂ ਉਸ ਤੋਂ ਬਾਅਦ ਸ਼ਿਮਲੇ ਵਿੱਚ ਅਸੀਂ ਗੁੜੀਆਂ ਨੂੰ ਦਫਨ ਕਰ ਦਿੰਦੇ ਹਾਂ ਆਪਣੇ ਖੂਨੀ ਪੰਜਾ ਦੇ ਨਾਲ। ਉਸ ਤੋਂ ਬਾਅਦ ਅਸੀਂ ਆਫਿਸਾਂ ਨੂੰ ਆਪਣੇ ਖੂਨੀ ਪੰਜਾ ਦਾ ਸ਼ਿਕਾਰ ਬਣਾ ਲੈਂਦੇ ਹਾਂ। ਸਾਰੇ ਮੁਲਕ ਦੇ ਵਿੱਚ ਇੱਕ ਬਗਾਵਤ ਪਨਪ ਰਹੀ ਹੈ, ਇੱਕ ਅੰਦੋਲਨ ਪਨਪ ਰਿਹਾ ਹੈ। ਟੈਲੀਵਿਜ਼ਨਾਂ ਦੇ ਵਿੱਚ, ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਇੱਕ ਬੜੀ ਬਹਿਸ ਚੱਲ ਰਹੀ ਹੈ ਕਿ ਬਲਾਤਕਾਰੀਆਂ ਨੂੰ ਫਾਹੇ ਲਾਇਆ ਜਾਵੇ, ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ, ਦਫਾ 302 ਉਹਦੇ ਵਿੱਚ ਫਾਂਸੀ ਦੀ ਸਜ਼ਾ ਮੁਕਰਰ ਕੀਤੀ ਜਾਂਦੀ ਹੈ। ਜਾਣੀ ਕਿ ਜੇ ਅਸੀਂ ਕਿਸੇ ਦਾ ਕਤਲ ਕਰ ਦਈਏ ਤਾਂ ਫਾਂਸੀ ਦੀ ਸਜ਼ਾ ਮਿਲਦੀ ਹੈ, ਤਾਂ ਕਿ ਸਾਡੇ ਮੁਲਕ ਦੇ ਵਿੱਚ ਕਤਲ ਹੋਣੇ ਬੰਦ ਹੋ ਗਏ। WhatsApp ਤੇ Facebook ਤੇ ਇੱਕ ਬੜੀ ਵੀਡੀਓ ਚੱਲ ਰਹੀ ਹੈ ਕਿ ਅਰਬਨ ਕੰਟਰੀ ਦੇ ਵਿੱਚ ਇੱਕ ਬਲਾਤਕਾਰੀ ਨੂੰ 4 ਮਿੰਟਾਂ 'ਚ ਫੜ ਕੇ ਉਹਦੇ ਸਿਰ 'ਚ ਗੋਲੀਆਂ ਮਾਰ ਕੇ ਉਹਨੂੰ ਕ੍ਰੇਨ ਦੇ ਨਾਲ ਬਿਲਕੁਲ ਚਰਸਤੇ ਦੇ ਵਿੱਚ ਟੰਗ ਦਿੱਤਾ ਗਿਆ। ਤਾਂ ਕੀ ਉਹਨਾਂ ਮੁਲਕਾਂ ਦੇ ਵਿੱਚ ਰੇਪ ਦੀਆਂ ਘਟਨਾਵਾਂ ਬੰਦ ਹੋ ਗਈਆਂ? ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਰਾਜ ਤੋਂ ਲੈ ਕੇ ਹੁਣ ਤੱਕ ਕਬਾਇਲੀ ਇਲਾਕਿਆਂ ਦੇ ਵਿੱਚ ਇਹ ਕਾਨੂੰਨ ਲਾਗੂ ਹੈ ਕਿ ਉੱਥੇ ਹੱਥਾਂ ਪੈਰਾਂ ਨੂੰ ਵੀ ਵੱਢਿਆ ਜਾਂਦਾ ਹੈ ਤੇ ਉਹਦੀ ਲਾਸ਼ ਹੈ ਜਿਹੜੀਆਂ ਇਲਾਕਾਵਾਂ ਨੂੰ ਪਾਈ ਜਾਂਦੀ 1 ਘੰਟੇ ਦੇ ਵਿੱਚ। ਤਾਂ ਕੀ ਉਹਨਾਂ ਮੁਲਕਾਂ ਦੇ ਵਿੱਚ ਬਲਾਤਕਾਰ ਬੰਦ ਹੋ ਗਏ? ਨਹੀਂ ਦੋਸਤੋ, ਨਹੀਂ। ਜਿਹੜੇ ਦੁਨੀਆ ਦੇ ਔਰਤਾਂ ਪ੍ਰਤੀ ਮਹਿਫੂਜ਼ ਮੁਲਕ ਨੇ, ਜਿੱਥੇ ਰੇਪ ਦੀ ਰੇਸ਼ੋ ਹੈ ਜਿਹੜੀ ਸਭ ਤੋਂ ਘੱਟ ਹੈ, ਜਿਨ੍ਹਾਂ ਵਿੱਚ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਵਿਟਜ਼ਰਲੈਂਡ, ਇਹ ਜਿਹੜੇ ਮੁਲਕ ਨੇ, ਇੱਥੇ ਬਲਾਤਕਾਰੀਆਂ ਦੇ ਲਈ ਫਾਂਸੀ ਦੀ ਸਜ਼ਾ ਮੁਕਰਰ ਹੈ ਹੀ ਨਹੀਂ। ਹਾਲਾਂਕਿ ਮੈਂ ਇਹਨਾਂ ਦੇ ਬਿਲਕੁਲ ਸਖਤ ਖਿਲਾਫ ਹਾਂ, ਇਸ ਘਿਨਾਉਣੇ ਅਪਰਾਧ ਦੇ ਬਿਲਕੁਲ ਸਖਤ ਖਿਲਾਫ ਹਾਂ, ਕਿਉਂਕਿ ਜਿਸ ਦੇ ਨਾਲ ਇਹ ਘਟਨਾ ਵਾਪਰਦੀ ਹੈ ਉਸ ਦਾ ਦਰਦ ਤਾਂ ਉਹੀ ਜਾਣਦਾ ਹੈ। ਅੱਜ ਬਹਿਸ ਆ ਜਿਹੜੀ ਸਾਡੀ, ਕਿਤੇ ਸਾਨੂੰ ਮੀਡੀਆ ਨੇ ਸਾਡੇ ਸਾਹਮਣੇ ਇਹ ਬਹਿਸ ਪਰੋਸਤਾ ਨਹੀਂ ਦਿੱਤੀ ਜਾਣਬੁੱਝ ਕੇ, ਕਿਉਂਕਿ ਸਾਡਾ ਸਾਰਾ ਹੀ ਮੀਡੀਆ ਪਕਾਊ ਹੈ। ਜਿਹੜੀਆਂ ਵੀ ਬਹਿਸਾਂ ਟੈਲੀਵਿਜ਼ਨਾਂ ਦੇ ਸਟੂਡੀਓ ਦੇ ਵਿੱਚ ਹੁੰਦੀਆਂ ਨੇ, ਖਾਸ ਮਕਸਦ ਬਿਲਕੁਲ ਸਕ੍ਰਿਪਟਡ, ਉਹਦੇ ਜਿਹੜੇ ਐਕਸਪਰਟ ਹੁੰਦੇ ਨੇ ਸਾਰੀ ਕਠਪੁਤਲੀ ਦੇ ਵਾਂਗ ਬੋਲਦੇ ਨੇ। ਅੱਜ ਇਹ ਬਹਿਸ ਕਿਉਂ ਨਹੀਂ ਹੋ ਰਹੀ ਕਿ ਸਾਡੇ ਮੁਲਕ ਦੇ ਵਿੱਚ ਇਹਨਾਂ ਘਟਨਾਵਾਂ ਦਾ ਦੁਹਰਾ ਕਿਉਂ ਬਾਰ-ਬਾਰ ਹੋ ਰਿਹਾ ਹੈ? ਬਲਾਤਕਾਰੀ ਤਿਆਰ ਕਿਉਂ ਹੋ ਰਹੇ ਨੇ? ਇੱਕ ਬਲਾਤਕਾਰੀ ਤਿਆਰ ਕਿਉਂ ਹੁੰਦਾ? ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਰੇਪ ਵਰਗੇ ਖਤਰਨਾਕ ਅਪਰਾਧ ਨੂੰ ਰੋਕ ਸਕਦੀਆਂ ਨੇ? ਇਹਨਾਂ ਚੀਜ਼ਾਂ ਤੇ ਬਹਿਸ ਕਿਉਂ ਨਹੀਂ ਹੋ ਰਹੀ? ਇੱਕ ਰੇਪ ਕਰਨ ਦੇ ਲਈ ਇੱਕ ਬੰਦਾ ਕਿੰਨੇ ਸਮੇਂ ਤੋਂ ਤਿਆਰ ਹੁੰਦਾ ਹੈ? ਇਹਨਾਂ ਚੀਜ਼ਾਂ ਦੇ ਉੱਤੇ ਸੈਮੀਨਾਰ ਕਿਉਂ ਨਹੀਂ ਹੋ ਰਹੇ? ਇਹ ਚੀਜ਼ਾਂ ਸੋਚਣ ਵਾਲੀਆਂ ਨੇ। ਮੈਂ ਆਪਣੀ DP ਆਸਿਫਾ ਦੀ ਲਾਈ ਹੈ। ਜਿੱਥੇ ਕਿਤੇ ਵੀ ਮੈਨੂੰ ਕਾਲ ਆਈ ਹੈ, ਮੈਂ ਮੋਮਬੱਤੀ ਲੈ ਕੇ ਉਹਨਾਂ ਸਮਾਗਮਾਂ ਦੇ ਵਿੱਚ ਪਹੁੰਚਿਆ, ਉਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਮੈਂ ਪਹੁੰਚਿਆ, ਪਰੰਤੂ ਇਹ ਕਿਤੇ ਵੀ ਗੱਲ ਨਹੀਂ ਉੱਠੀ ਕਿ ਅਸੀਂ ਰੇਪ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਕਿਹਨਾਂ ਲੋਕਾਂ ਨੂੰ ਜ਼ਿੰਮੇਵਾਰ ਮੰਨਦੇ ਹਾਂ। ਉਹਨਾਂ ਲੋਕਾਂ ਤੇ ਅਸੀਂ ਕਾਰਵਾਈ ਕਰਨ ਲਈ ਕਿਉਂ ਨਹੀਂ ਕਹਿੰਦੇ? ਮੈਂ ਉਹਨਾਂ ਚੀਜ਼ਾਂ ਦਾ ਪੂਰੀ ਤਰ੍ਹਾਂ ਵਿਸ਼ਲੇਸ਼ਣ ਕੀਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਮੇਰੀ ਵੀਡੀਓ ਨੂੰ ਪੂਰੀ ਤਰ੍ਹਾਂ ਵੇਖਣਾ। ਬਹੁਤ ਲੰਬਾ ਸਮਾਂ ਮੈਂ ਤੁਹਾਡਾ ਨਹੀਂ ਲਊਂਗਾ, ਲੇਕਿਨ ਬੜੀਆਂ ਅਹਿਮ ਗੱਲਾਂ ਕਰੂੰਗਾ, ਖਾਸ ਤੌਰ ਤੇ ਪੇਰੈਂਟਸ ਦੇ ਲਈ, ਖਾਸ ਤੌਰ ਤੇ ਮਾਪਿਆਂ ਦੇ ਲਈ ਜਾਂ ਹੋਣ ਵਾਲੇ ਮਾਪਿਆਂ ਦੇ ਲਈ, ਨੌਜਵਾਨਾਂ ਦੇ ਲਈ ਵੀ ਇਹ ਜ਼ਰੂਰੀ ਹੈ ਕਿ ਇੱਕ ਬਲਾਤਕਾਰੀ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਉਸ ਦੇ ਵਿੱਚ ਅਸੀਂ ਇਹੋ ਜਿਹੀ ਚੀਜ਼ਾਂ ਭਰ ਦਿੰਦੇ ਹਾਂ,
ਉਹ ਚੀਜ਼ਾਂ ਕਿੱਥੋਂ ਆਉਂਦੀਆਂ ਨੇ? ਇੱਕ ਵਿਅਕਤੀ ਦੇ ਜੀਵਨ ਨੂੰ ਤਿੰਨ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ: ਸਮਾਜ, ਰਾਜਨੀਤੀ, ਆਰਥਿਕਤਾ। ਮੈਂ ਪਹਿਲਾਂ ਰਾਜਨੀਤੀ ਤੇ ਗੱਲ ਕਰਦਾ। ਰਾਜਨੀਤੀ ਸਾਡੀ ਹੈ ਜਿਹੜੀ ਸੱਤਾਧਾਰੀਆਂ ਦੇ ਅਧੀਨ ਚੱਲਦੀ ਹੈ। ਸੱਤਾਧਾਰੀ ਆਪਣੀ ਸੱਤਾ ਨੂੰ ਬਚਾਉਣ ਦੇ ਲਈ ਰਾਜਨੀਤੀ ਕਰਦੇ ਨੇ। ਫਰਾਂਸ ਦੇ ਮਸ਼ਹੂਰ ਯੋਧਾ ਨੈਪੋਲੀਅਨ ਬਰਨਾਪਾਰਟ ਨੇ ਕਿਹਾ ਸੀ ਕਿ ਸੱਤਾ ਭਾਵੁਕਤਾ ਤੋਂ ਹਮੇਸ਼ਾ ਦੂਰ ਰਹਿੰਦੀ ਹੈ। ਜੇ ਸੱਤਾਹੀਣ ਹੋਣਾ ਹੈ ਤਾਂ ਤੁਹਾਨੂੰ ਇਨਸਾਨੀਅਤ ਕਬੂਲ ਕਰਨੀ ਪਊਗੀ, ਜੇ ਸੱਤਾਸੀਨ ਹੋਣਾ ਹੈ ਤਾਂ ਇਨਸਾਨੀਅਤ ਦਾ ਕਤਲ ਕਰਨਾ ਪਊਗਾ। ਅੱਜ ਸਾਡੀ ਸੱਤਾ ਇਹੋ ਜਿਹੇ ਸਨਕੀ ਰਾਜੇ ਕੋਲੇ ਹੈ ਜਿਹੜਾ 4 ਮਹੀਨਿਆਂ ਦੇ ਵਿੱਚ 12 ਵਿਦੇਸ਼ੀ ਦੌਰੇ ਕਰਦਾ। ਇੱਧਰ ਸਾਡੀਆਂ ਬਲੜੀਆਂ ਨੇ ਜਿਹੜੀਆਂ, ਉਹਨਾਂ ਦੀਆਂ ਲਾਸ਼ਾਂ 2-2 ਮਹੀਨਿਆਂ ਤੱਕ, 1-1 ਮਹੀਨਿਆਂ ਤੱਕ ਨਹੀਂ ਮਿਲਦੀਆਂ। ਬਾਵਜੂਦ ਇਸ ਦੇ ਉਹਨਾਂ ਦੇ ਵਿਦੇਸ਼ੀ ਦੌਰਿਆਂ ਦੇ ਵਿੱਚ ਕੋਈ ਘਾਟ ਨਹੀਂ ਆ ਰਹੀ। ਸਾਡਾ ਮੁਲਕ ਹੈ ਜਿਹੜਾ ਸਾਰਾ ਸੜਕਾਂ ਤੇ ਘੁੰਮ ਰਿਹਾ, ਪਰ ਜਨਾਬ ਸੂਟ ਬੂਟ ਪਾ ਕੇ, ਕੁੜਤਾ ਪਜਾਮਾ ਪਾ ਕੇ, ਸੋਹਣਾ ਸੁਨੱਖਾ ਵਿਦੇਸ਼ੀ ਦੌਰੇ ਤੇ ਜਾ ਰਹੇ ਨੇ। ਕਿਉਂਕਿ ਰਾਜਾ ਹਮੇਸ਼ਾ ਹੀ ਸਨਕੀ ਹੁੰਦਾ ਹੈ। ਸਨਕ ਤੇ ਸੱਤਾ, ਇਹੋ ਜਿਹੇ ਰਾਜੇ ਸਾਡੇ ਮੁਲਕ ਦੇ ਵਿੱਚ ਪਹਿਲਾਂ ਵੀ ਹੋਏ ਨੇ। ਇੱਕ ਰਾਜਾ ਸੀ, ਉਸ ਦੇ ਪੈਰਾਂ ਨੂੰ ਕੰਡਾ ਚੁੱਭ ਗਿਆ ਤੇ ਸਲਾਹਕਾਰਾਂ ਨੇ ਹੁਕਮ ਦਿੱਤਾ ਕਿ ਸਾਰੇ ਰਾਜ ਦੇ ਵਿੱਚੋਂ ਕੰਡੇ ਦੀਆਂ ਝਾੜੀਆਂ ਨੇ ਜਿਹੜੀਆਂ ਗਾਇਬ ਕਰ ਦਿੱਤੀਆਂ ਜਾਣ। ਹਜ਼ਾਰਾਂ ਕਰਮਚਾਰੀ ਕੰਡੇ ਦੀਆਂ ਝਾੜੀਆਂ ਪੱਟਣ ਲੱਗ ਗਏ। ਧੂੜ, ਘੱਟਾ, ਮਿੱਟੀ, ਖਜ਼ਾਨੇ ਤੇ ਬੋਝ ਪੈਣ ਲੱਗਿਆ, ਖਜ਼ਾਨਾ ਖਾਲੀ ਹੋਣ ਲੱਗ ਗਏ। ਲੋਕ ਬੇਹਾਲ ਹੋ ਗਏ ਕਿਉਂਕਿ ਸਾਰੇ ਕੰਮਾਂ ਕਾਰਾਂ ਤੋਂ ਛੱਡ ਕੇ ਉਹਨਾਂ ਨੂੰ ਜ਼ਬਰਦਸਤੀ ਇਸ ਝਾੜੀਆਂ ਪੱਟਣ ਦੇ ਕੰਮ ਦੇ ਲਈ ਲਾਇਆ ਗਿਆ। ਤਾਂ ਇੱਕ ਦੇਸੀ ਜਿਹਾ ਗਰੀਬ ਜਿਹਾ ਜੱਟ ਰਾਜੇ ਕੋਲੇ ਜਾਂਦਾ ਤੇ ਉਹਨੂੰ ਇੱਕ ਬਹੁਤ ਵਧੀਆ ਜੁੱਤੀ ਉਹਦੇ ਪੈਰਾਂ ਦੇ ਵਿੱਚ ਪਾ ਦਿੰਦਾ। ਰਾਜਾ ਜੀ ਜੁੱਤੀ ਪਾ ਲਿਓ, ਤੁਹਾਨੂੰ ਕਦੇ ਕੰਡਾ ਨਹੀਂ ਚੁਭੂਗਾ। ਤਾਂ ਰਾਜੇ ਨੇ ਉਸ ਨੂੰ ਅੰਦਰ ਕਰਵਾ ਦਿੱਤਾ ਇਸ ਦੋਸ਼ ਦੇ ਵਿੱਚ ਕਿ ਇਸ ਨੇ ਇਹ ਨੇਕ ਸਲਾਹ ਸਾਨੂੰ ਪਹਿਲਾਂ ਕਿਉਂ ਨਹੀਂ ਦਿੱਤੀ, ਇਸੇ ਬੰਦੇ ਕਰਕੇ ਸਾਡਾ ਖਜ਼ਾਨਾ ਜਿਹੜਾ ਖਾਲੀ ਹੋ ਗਿਆ। ਤਾਂ ਇਹ ਹੁੰਦਾ ਸਨਕੀ ਰਾਜਾ। ਸ਼ੁਕਰ ਹੈ ਸਾਡਾ ਸਨਕੀ ਰਾਜਾ ਵਿਦੇਸ਼ਾਂ ਦੇ ਵਿੱਚ ਹੀ ਰਹਿੰਦਾ, ਇੱਥੇ ਰਹਿੰਦਾ ਹੁੰਦਾ ਹੋਰ ਨੁਕਸਾਨ ਹੁੰਦਾ। ਸੋ ਸਾਡੀ ਸੱਤਾ ਹੈ ਜਿਹੜੀ, ਉਹਦੇ ਕੋਲੇ ਹਮੇਸ਼ਾ ਹੀ ਗ੍ਰਹਿ ਵਿਭਾਗ ਹੁੰਦਾ ਹੈ। ਹਰੇਕ ਮੁੱਖ ਮੰਤਰੀ ਹੈ ਜਿਹੜਾ ਗ੍ਰਹਿ ਵਿਭਾਗ ਤਕਰੀਬਨ ਆਪਣੇ ਕੋਲ ਹੀ ਰੱਖਦਾ। ਕੁਝ ਅਪਵਾਦ ਹੈਗੇ ਨੇ। ਤਾਂ ਪੁਲਿਸ ਹੈ ਜਿਹੜੀ ਗ੍ਰਹਿ ਵਿਭਾਗ ਦੇ ਅਧੀਨ ਹੁੰਦੀ ਹੈ। ਸਾਨੂੰ ਨਿੱਕੀ ਨਿੱਕੀ ਗੱਲ ਉੱਤੇ ਪੁਲਿਸ ਕੋਲੇ ਇਨਸਾਫ ਮੰਗਣ ਦੇ ਲਈ ਰੋਸ ਮੁਜ਼ਾਹਰੇ ਕਰਨੇ ਪੈਂਦੇ ਨੇ। ਸਾਡੇ ਕੋਲੋਂ ਇੱਕ ਵਰਗ ਇਹੋ ਜਿਹਾ, ਉਹ ਸੀਬੀਆਈ ਦੀ ਜਾਂਚ ਦੀ ਮੰਗ ਕਰ ਰਿਹਾ। ਸੀਬੀਆਈ ਜਾਂਚ ਦੇ ਵਿੱਚ ਕੋਇਲਾ ਘਟਾਲਾ ਵੀ ਤਾਂ ਹੋਇਆ ਸੀ, ਸਾਰੇ ਲੋਕੀ ਬਰੀ ਹੋ ਗਏ। ਸੀਬੀਆਈ ਵੀ ਕਿਹਦੇ ਅੰਡਰ ਹੈ? ਇਹ ਪੁਲਿਸ ਕਿਹਨਾਂ ਦੇ ਅੰਡਰ ਹੈ? ਜਵਾਹਰ ਲਾਲ ਨਹਿਰੂ ਨੇ ਇੱਕ ਵਾਰੀ ਪੁਲਿਸ ਬਾਰੇ ਬਿਆਨ ਦਿੱਤਾ ਸੀਗਾ ਕਿ ਇਹ ਸਰਕਾਰੀ ਗੁੰਡੇ ਹੁੰਦੇ ਨੇ, ਸਰਕਾਰ ਦਾ ਚਿਹਰਾ ਵੀ ਹੁੰਦੇ ਨੇ। ਇਨਵੈਸਟੀਗੇਸ਼ਨਾਂ ਦੇ ਨਾਂ ਤੇ ਹਰ ਚੀਜ਼ ਆਪਣੇ ਤਰੀਕੇ ਦੇ ਨਾਲ ਮੋਲਡ, ਫੋਲਡ, ਫੈਬਰੀਕੇਟ ਕੀਤੀ ਜਾਂਦੀ। ਸਵਾਮੀ ਅਸੀਮਾਨੰਦ ਦੇ ਖਿਲਾਫ ਐਨਆਈਏ ਚਾਰਜਸ਼ੀਟ ਪੇਸ਼ ਕਰਦੀ ਹੈ, ਉਸੇ ਦੇ ਖਿਲਾਫ ਸਬੂਤ ਨਹੀਂ ਪੇਸ਼ ਕਰਦੀ ਤੇ ਉਹ ਬੰਦਾ ਬਰੀ ਹੋ ਜਾਂਦਾ ਹੈ। ਤੇ ਉਹਦੇ ਵਿਰੋਧ ਦੇ ਵਿੱਚ ਉਹੀ ਜੱਜ ਹੈ ਜਿਹੜਾ ਆਪਣਾ ਅਸਤੀਫਾ ਦਿੰਦਾ, ਕਿਉਂਕਿ ਉਸ ਨੂੰ ਪਤਾ ਕਿ ਇਨਵੈਸਟੀਗੇਸ਼ਨ ਦੇ ਵਿੱਚ ਗੜਬੜ ਕੀਤੀ ਗਈ ਹੈ। ਸੋ ਇਹ ਸਾਡੀਆਂ ਸਾਰੀਆਂ ਮੰਗਾਂ ਨੇ ਕਿਤੇ ਮੈਨੂੰ ਐਂ ਲੱਗਦਾ ਵੀ ਕਿਤੇ ਨਿਰਰਥਕ ਤਾਂ ਨਹੀਂ ਹੈਗੀਆਂ, ਸਾਰਥਕ ਨੇ ਨਹੀਂ, ਕਿਉਂਕਿ ਅਸੀਂ ਬਲਾਤਕਾਰੀ ਤਿਆਰ ਕਰ ਰਹੇ ਹਾਂ। ਸਭ ਤੋਂ ਵੱਧ ਸਾਡੇ ਬੱਚੇ ਨੇ ਜਿਹੜੇ ਆਪਣਾ ਮੋਬਾਈਲ ਦਾ ਡਾਟਾ ਹੈ ਪੌਰਨ ਮੂਵੀਜ਼ ਵੇਖ ਕੇ ਖਰਚ ਕਰ ਰਹੇ ਨੇ। ਇਹ ਮੈਂ ਨਹੀਂ ਕਹਿੰਦਾ, ਇਹ ਅੰਕੜੇ ਨੇ। ਮੋਬਾਈਲ ਐਡਿਕਸ਼ਨ ਦੇ ਉੱਤੇ ਮੈਂ ਐਪੀਸੋਡ ਕੀਤਾ ਹੈ, ਤੁਸੀਂ ਮੇਰੇ ਚੈਨਲ ਤੋਂ ਵੇਖ ਸਕਦੇ ਹੋ। ਸਨੀ ਲਿਓਨ ਸਾਡੇ ਮੁਲਕ ਦੇ ਵਿੱਚ ਸਭ ਤੋਂ ਵੱਧ ਸਰਚ ਕੀਤੀ ਜਾਂਦੀ ਹੈ। ਹਿੰਦੁਸਤਾਨ ਦਾ ਕਾਮੇਡੀ ਦਾ ਸਭ ਤੋਂ ਫੂਹੜ, ਸਭ ਤੋਂ ਡਬਲ ਮੀਨਿੰਗ ਸ਼ੋਅ ਕਪਿਲ ਸ਼ਰਮਾ ਦਾ ਸਭ ਤੋਂ ਵੱਧ TRP ਵਾਲਾ ਸ਼ੋਅ ਹੁੰਦਾ। ਸੋ ਅਸੀਂ ਸੋਚ ਸਕਦੇ ਹਾਂ ਕਿ ਸਾਡੀ ਸੋਚ, ਸਾਡੀ ਸਭਿਅਤਾ ਕਿੱਥੇ ਖੜੀ, ਸਾਡੀ ਨੈਤਿਕ, ਸਾਡੀ ਕਲਚਰਲ ਵੈਲਿਊਜ਼ ਕੀ ਨੇ। ਸਾਡੀ ਕਲਚਰਲ ਵੈਲਿਊਜ਼ ਇਹ ਹੈ ਕਿ ਗ੍ਰੈਂਡ ਮਸਤੀ ਵਰਗੀਆਂ ਫਿਲਮਾਂ ਆਉਂਦੀਆਂ ਨੇ ਤੇ ਕਰੋੜਾਂ ਰੁਪਏ ਸਾਡੇ ਕੋਲੋਂ ਕਮਾ ਕੇ ਜਾਂਦੀਆਂ ਨੇ। ਸਾਡੇ ਨੌਜਵਾਨ ਗ੍ਰੈਂਡ ਮਸਤੀ ਵਰਗੀਆਂ ਫਿਲਮਾਂ ਦੇਖਦੇ ਨੇ। ਪੰਜਾਬੀ ਮੀਡੀਆ ਦੀ ਗੱਲ ਕਰਾਂ, ਪੰਜਾਬੀ ਗਾਇਕਾਂ ਦੀ ਗੱਲ ਕਰਾਂ ਤਾਂ ਇਹਨਾਂ ਨੇ ਅਸ਼ਲੀਲਤਾ ਤਾਂ ਰੱਜ ਕੇ ਪਰੋਸੀ ਹੈ। ਇਹਨਾਂ ਨੇ ਤੇਰੀ ਭਿੱਜਗੀ ਕੁੜਤੀ ਲਾਲ ਪਸੀਨੇ ਨਾਲ ਕੁੜੇ ਵੀ ਗਾਇਆ, ਇਹਨਾਂ ਨੇ ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ ਵੀ ਗਾਇਆ। ਇਹਨਾਂ ਨੇ ਤਾਂ ਹੱਦ ਹੀ ਕਰਤੀ ਹੈ। ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਹਥਿਆਰ ਵੀ ਫੜਾਤੇ। ਤੇ ਵੱਡੀ ਗੱਲ ਇਹ ਹੈ ਕਿ ਅਸੀਂ ਉਹਨਾਂ ਦੇ ਖਰੀਦਦਾਰ ਹਾਂ, ਅਸੀਂ ਉਹਨਾਂ ਦੇ ਸਭ ਤੋਂ ਵੱਡੇ ਉਪਭੋਗਤਾ ਹੈ। ਤਾਂ ਸਾਡੇ ਦਿਮਾਗਾਂ ਦੇ ਵਿੱਚ, ਸਾਡੇ ਨੌਜਵਾਨਾਂ ਦੇ ਦਿਮਾਗਾਂ 'ਚ ਅਸ਼ਲੀਲਤਾ ਭਰ ਗਈ ਤੇ ਅਸੀਂ ਬਲਾਤਕਾਰ ਵਰਗੇ ਅਪਰਾਧ ਕਰਨ ਲੱਗੇ। ਕਿੱਥੋਂ ਸ਼ਰਮ ਕਰਾਂਗੇ? ਕਾਮ, ਸੈਕਸ ਸਾਡੇ ਦਿਮਾਗਾਂ 'ਚ
ਭਰ ਦਿੱਤਾ ਗਿਆ। ਉਹਦਾ ਨਿਕਾਸ ਸੈਕਸ ਐਜੂਕੇਸ਼ਨ ਸਾਡੇ ਸਕੂਲਾਂ 'ਚ, ਸਾਡੇ ਘਰਾਂ 'ਚ ਹੈ ਹੀ ਨਹੀਂ। ਵੱਡੇ ਮੁਲਕਾਂ ਦੇ ਵਿੱਚ, ਡਿਵੈਲਪਡ ਕੰਟਰੀ ਦੇ ਵਿੱਚ ਸੈਕਸ ਐਜੂਕੇਸ਼ਨ ਇਸੇ ਕਰਕੇ ਤਾਂ ਉਹਨਾਂ ਨੂੰ ਪੜ੍ਹਾਈ ਜਾਂਦੀ ਹੈ ਕਿ ਤੁਸੀਂ ਇਸ ਚੀਜ਼ ਨੂੰ ਅੰਡਰਸਟੈਂਡ ਕਰੋ। ਸਾਡੇ ਕੋਲੇ ਖੁਜਾਹੂ ਦਾ ਮੰਦਿਰ ਵੀ ਹੈ, ਸਾਡੇ ਕੋਲੇ ਰਿਸ਼ੀ ਬਾਦਸ਼ਾਹ ਦਾ ਕਾਮ ਸੂਤਰਾ ਵੀ ਲਿਖਿਆ ਹੋਇਆ, ਪਰ ਅਸੀਂ ਸਾਰੇ ਉਹ ਪਰਾਂ ਭਗਾ ਕੇ ਮਾਰੇ ਸੀ। ਸੋ ਕਲਚਰਲ ਵੈਲਿਊਜ਼ ਤੇ ਨਹੀਂ। ਸਾਡੀ ਸਭਿਅਤਾ ਕੀ ਹੈ? ਅਸੀਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਹਾਂ। ਜਿੱਥੇ ਔਰਤਾਂ ਦੀ ਇੱਜ਼ਤ ਹੀ ਹੈ ਨਹੀਂ, ਸਾਡੇ ਦੋ ਮਰਦਾਂ ਦੀ ਲੜਾਈ ਹੁੰਦੀ ਹੈ, ਅਸੀਂ ਮਾਵਾਂ ਭੈਣਾਂ ਨੂੰ ਤਾਂ ਵਿੱਚ ਘੜੀਸਦੇ ਹਾਂ। ਸਾਨੂੰ ਸਾਡੇ ਘਰਾਂ ਦੇ ਵਿੱਚ, ਸਾਡੀ ਸਭਿਅਤਾ ਦੇ ਵਿੱਚ, ਸਾਡੀ ਵਿਕਲਾਂਗ ਸਭਿਅਤਾ ਦੇ ਵਿੱਚ ਔਰਤਾਂ ਦੀ ਇੱਜ਼ਤ ਕਰਨੀ ਨਹੀਂ ਸਿਖਾਈ ਜਾਂਦੀ। ਬੱਚੇ ਨੂੰ ਸਿਖਾਉਣ ਦੀ ਲੋੜ ਨਹੀਂ ਹੁੰਦੀ। ਜਦੋਂ ਪਿਓ ਹੈ, ਬੱਚੇ ਦੀ ਮਾਂ ਦਾ ਸਤਿਕਾਰ ਕਰਦਾ, ਬੱਚਾ ਸਹਿਜੇ ਹੀ ਉਸ ਚੀਜ਼ ਨੂੰ ਗ੍ਰਹਿਣ ਕਰਦਾ। ਜਦੋਂ ਪਿਓ ਸ਼ਰਾਬ ਪੀ ਕੇ ਆਉਂਦਾ, ਆਪਣੀ ਮਾਂ ਦੇ ਨਾਲ ਕੁੱਟਮਾਰ ਕਰਦਾ, ਜਦੋਂ ਉਹੀ ਬੱਚੇ ਦੇ ਵਿਆਹ, ਉਸ ਬੱਚੇ ਦੀ ਗ੍ਰਸਤੀ ਸ਼ੁਰੂ ਹੋ ਜਾਂਦੀ ਤਾਂ ਵਿਆਹ ਹੋ ਜਾਂਦਾ ਹੈ, ਉਹੀ ਸਲੂਕ ਉਹ ਆਪਣੀ ਪਤਨੀ ਨਾਲ ਕਰਦਾ। ਤੇ ਉਹਦੇ ਲਈ ਔਰਤ ਇੱਕ ਵਸਤੂ ਹੀ ਰਹਿ ਜਾਂਦੀ ਹੈ ਤੇ ਉਹ ਕਿਤੇ ਨਾ ਕਿਤੇ ਜਨਮਦਾਤੀ ਬਣਦੀ ਹੈ, ਬਲਾਤਕਾਰ ਦੀ। ਔਰ ਸਾਡੇ ਲਈ ਇਹ ਔਰਤਾਂ ਨੇ ਹਮੇਸ਼ਾ ਤੋਂ ਹੀ, ਪੁਰਾਣੇ ਸਮੇਂ ਤੋਂ ਹੀ ਬਦਲਾਖੋਰੀ ਦਾ ਸਮਾਨ ਨੇ। ਮਹਾਭਾਰਤ ਦੇ ਵਿੱਚ ਦ੍ਰੋਪਦੀ ਨੂੰ ਦਾਅ ਤੇ ਲਾਇਆ ਗਿਆ। ਰਾਮਾਇਣ ਦੇ ਵਿੱਚ ਸੀਤਾ ਜਿਹੜੀ ਉਹ ਅਗਵਾ ਕੀਤੀ ਗਈ। ਮਰਦਾਂ ਦੀ ਆਪਸ ਵਿੱਚ ਲੜਾਈ ਹੈ, ਸਾਡੇ ਲਈ ਇੱਕ ਵਸਤੂ ਹੈ। ਪਾਕਿਸਤਾਨ ਦੀ ਮੁਖਤਾਰਾਬਾਈ ਹੈ ਜਿਹੜੀ, ਉਹ ਦੋ ਧਿਰਾਂ ਦੀ ਆਪਸੀ ਲੜਾਈ ਦੀ ਸ਼ਿਕਾਰ ਹੋ ਜਾਂਦੀ ਹੈ। ਮੁਖਤਾਰਾਬਾਈ ਅਸੀਂ ਭੁੱਲੇ ਨਹੀਂ ਉਸ ਨੂੰ। ਸੋ ਸਾਡੇ ਲਈ ਜਦੋਂ ਇਹ ਇੱਕ ਵਸਤੂ ਬਣ ਕੇ ਰਹੂਗੀ, ਉਦੋਂ ਸਾਡੇ ਬੱਚੇ ਨੇ ਜਿਹੜੇ, ਸਾਡੇ ਨੌਜਵਾਨ ਹੈ ਜਿਹੜੇ, ਗੁੰਮਰਾਹ ਹੋਣਗੇ। ਇਹਦੇ ਨਾਲ ਉਮਰ ਵਰਗ ਦਾ ਕੋਈ ਸਰੋਕਾਰ ਨਹੀਂ ਹੈ। ਮੈਂ ਸਰਵੇਖਣ ਕੀਤਾ, ਸਰਵੇਖਣ ਦੇ ਵਿੱਚ ਇਹ ਆਇਆ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਜਾਂ ਏਸ਼ੀਆ ਦੇ ਵਿੱਚ ਕਿਸ ਕਿਸਮ ਦੇ ਵਰਗ ਨੇ ਜਿਹੜੇ, ਉਮਰ ਵਰਗ ਹੈ, ਰੇਪ ਦੀਆਂ ਘਟਨਾਵਾਂ ਦੇ ਜਿਹੜੇ ਮੁਲਜ਼ਮ ਨੇ, ਉਹਦੇ ਵਿੱਚ ਬਜ਼ੁਰਗ ਤੋਂ ਲੈ ਕੇ ਨਾਬਾਲਗ ਬੱਚੇ ਹੈ ਜਿਹੜੇ, ਉਹ ਸ਼ਾਮਲ ਨੇ। ਦਿੱਲੀ ਨਿਰਭਇਆ ਕਾਂਡ ਦੇ ਵਿੱਚ ਵੀ ਨਾਬਾਲਗ ਬੱਚਾ ਸੀ। ਆਸਿਫਾ ਦੇ ਕੇਸ ਦੇ ਵਿੱਚ ਵੀ ਇੱਕ ਨਾਬਾਲਗ ਬੱਚਾ ਜਿਹੜਾ ਸ਼ਾਮਲ ਹੈ। ਸੋ ਐਜੂਕੇਸ਼ਨ ਡਿਪਾਰਟਮੈਂਟ ਪੰਜਾਬ ਦਾ ਇੱਕ ਸਕੀਮ ਲਾਗੂ ਕਰ ਰਿਹਾ ਹੈ, ਇੱਕ ਯੋਜਨਾ ਲਾਗੂ ਕਰ ਰਿਹਾ ਹੈ ਕਿ 50 ਸਾਲਾਂ ਤੋਂ ਘੱਟ ਅਧਿਆਪਕ ਜਿਹੜੇ ਕੁੜੀਆਂ ਦੇ ਸਕੂਲ 'ਚ ਨਹੀਂ ਪੜ੍ਹਾਉਣਗੇ। ਕਿਉਂਕਿ ਸਾਡੀ ਐਜੂਕੇਸ਼ਨ ਸਿਸਟਮ ਹੈ ਬੜਾ ਧੱਕੇਨੁਸੀ। ਮੈਂ ਪੂਰੀ ਦੁਨੀਆ ਦਾ ਐਜੂਕੇਸ਼ਨ ਸਿਸਟਮ ਸਟੱਡੀ ਕਰਕੇ, ਅਧਿਐਨ ਕਰਕੇ ਇੱਕ ਬਹੁਤ ਜਲਦੀ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰੂੰਗਾ ਐਜੂਕੇਸ਼ਨ ਸਿਸਟਮ ਦੇ ਉੱਤੇ। ਸਾਡਾ ਐਜੂਕੇਸ਼ਨ ਸਿਸਟਮ ਪੂਰੀ ਦੁਨੀਆ 'ਚ ਕਿੱਥੇ ਸਟੈਂਡ ਕਰਦਾ ਹੈ, ਕਿਹੋ ਜਿਹੇ ਸਕੂਲ 'ਚ ਦਾਖਲਾ ਲੈਣਾ ਚਾਹੀਦਾ, ਕਿਹੋ ਜਿਹੇ ਇੰਸਟੀਚਿਊਟ ਦੇ ਵਿੱਚ ਪੜ੍ਹਨਾ ਚਾਹੀਦਾ। ਸਾਡਾ ਐਜੂਕੇਸ਼ਨ ਸਿਸਟਮ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਉਭਾਰਨ ਲਈ, ਉਹਨੂੰ ਤਰਾਸ਼ਣ ਲਈ, ਉਹਨੂੰ ਤਲਾਸ਼ਣ ਲਈ ਅਸਫਲ ਹੈ। ਉਹੋ ਜਿਹੇ ਵਿੱਚ ਰੇਪ ਦੀਆਂ ਘਟਨਾਵਾਂ ਨੇ ਜਿਹੜੀਆਂ ਸਹਿਜੇ ਹੀ ਵਾਪਰਨਗੀਆਂ। ਤੀਸਰਾ, ਕਿ ਜਦੋਂ ਵੀ ਅਸੀਂ ਕੋਈ ਅਪਰਾਧ ਕਰਦੇ ਹਾਂ ਤਾਂ ਟੈਲੀਵਿਜ਼ਨ ਸਾਡੀ ਮਦਦ ਕਰਦਾ ਹੈ। ਸਾਵਧਾਨ ਇੰਡੀਆ, ਕ੍ਰਾਈਮ ਪੈਟਰੋਲ, ਇਹ ਸਾਨੂੰ ਦੱਸਦੇ ਨੇ ਜੇ ਤੁਸੀਂ ਅਪਰਾਧ ਕਰਦੇ ਹੋ ਤਾਂ ਕਿਹੜੀਆਂ ਚੀਜ਼ਾਂ ਦੇ ਵਿੱਚ ਫੜੇ ਜਾਂਦੇ ਹੋ। ਤਾਂ ਸਾਡੇ ਲਈ ਅਪਰਾਧ ਤੋਂ ਬਾਅਦ ਸਬੂਤ ਨੂੰ ਮਿਟਾਉਣ ਦੇ ਲਈ ਇਹ ਸੀਰੀਅਲ ਨੇ ਜਿਹੜੇ ਸਾਡੀ ਮਦਦ ਕਰ ਰਹੇ ਨੇ। ਇਹ ਸੀਰੀਅਲ ਬੰਦ ਹੋਣੇ ਚਾਹੀਦੇ ਨੇ। ਇੱਕ ਬੱਚੀ ਦਾ ਰੇਪ ਕਰੋ, ਉਹਦਾ ਗਲਾ ਘੁੱਟ ਦਿਓ, ਉਹਨੂੰ ਮਾਰ ਦਿਓ, ਉਹ ਬੋਲ ਹੀ ਨਹੀਂ ਸਕਦੀ, ਉਹ ਗਵਾਹੀ ਨਹੀਂ ਦੇ ਸਕਦੀ ਮੇਰੇ ਨਾਲ ਹੋਇਆ ਕਿ। ਤੇ ਕੌਣ ਲੋਕ ਤੁਸੀਂ ਕਰਨੇ ਵਾਲੇ? ਇਹ ਕ੍ਰਾਈਮ ਪੈਟਰੋਲ ਸਿਖਾਉਂਦੇ ਸਾਨੂੰ। ਸਾਈਕੋਲੋਜੀਕਲੀ ਟ੍ਰੀਟਮੈਂਟ, ਕਿ ਅਸੀਂ ਆਪਣੇ ਬੱਚਿਆਂ ਦੇ ਨਾਲ, ਆਪਣੇ ਜਿਹੜੇ ਮੇਲ ਬੱਚੇ ਨੇ ਉਹਨਾਂ ਦੇ ਵਿੱਚੋਂ ਬਚਪਨ ਤੋਂ ਹੀ ਇਹ ਅਹਿਸਾਸ ਕਰਾਉਂਦੇ ਵੀ ਮੁੰਡਾ ਜੰਮ ਪਿਆ। ਅਸੀਂ ਪੂਰੇ ਪਿੰਡ ਦੇ ਵਿੱਚ ਢੋਲ ਵਜਾ ਕੇ ਖੁਸ਼ੀਆਂ ਮਨਾਉਂਦੇ ਕਿ ਮੁੰਡਾ ਜੰਮ ਪਿਆ। ਉਹ ਮੁੰਡੇ ਨੂੰ ਮੁੰਡੇ ਹੋਣ ਦਾ ਟ੍ਰੀਟਮੈਂਟ ਇਹੋ ਜਿਹਾ ਦਿੱਤਾ ਜਾਂਦਾ ਕਿ ਉਹ ਆਪਣੇ ਆਪ ਨੂੰ ਮਰਦ ਮਹਿਸੂਸ ਕਰਦਾ ਤੇ ਬਾਕੀ ਦੁਨੀਆ ਨੂੰ ਧੱਕੇਨੁਸੀ ਦੁਨੀਆ ਮਹਿਸੂਸ ਕਰਦਾ। ਸੋ ਵੱਖਰੀ ਗੱਲ ਹੈ ਕਿ ਸਾਡੇ ਬੀਜੇਪੀ ਨੇ ਬੜਾ ਵਧੀਆ ਨਾਰਾ ਦਿੱਤਾ ਕਿ ਬੇਟੀ ਬਚਾਓ ਬੇਟੀ ਪੜਾਓ। ਯਾਨੀ ਕਿ ਇਹ ਨਾਰਾ ਨਹੀਂ ਹੈ, ਚੇਤਾਵਨੀ ਦੇਤੀ ਵੀ ਆਪਣੀ ਪਹਿਲਾਂ ਬੇਟੀ ਬਚਾਓ, ਮੁੜ ਕੇ ਫੇਰ ਪੜਾਇਓ ਉਹਨੂੰ। ਜੇ ਬੇਟੀ ਬਚਾ ਸਕਦੇ ਹੋ ਤਾਂ ਹੀ ਪੜ੍ਹਨ ਭੇਜਿਆ ਕਰੋ ਉਹਨੂੰ। ਸੋ ਸਰਕਾਰਾਂ ਇਹ ਨਾਰਾ ਦੇ ਕੇ, ਇਹ ਚੇਤਾਵਨੀ ਦੇ ਕੇ ਉਹ ਤਾਂ ਲਾਂਭੇ ਹੋ ਗਈਆਂ। ਸਾਨੂੰ ਸਕੂਲਾਂ ਦੇ ਵਿੱਚ ਚੈਪਟਰ ਸ਼ਾਮਲ ਕਰਨੇ ਚਾਹੀਦੇ ਹੈ ਸਿਲੇਬਸ ਦੇ ਵਿੱਚ ਕਿ ਔਰਤਾਂ ਪ੍ਰਤੀ ਅਪਰਾਧ ਕਿੰਨੇ ਨੇ, ਕਿਸ ਕਿਸਮ ਦੇ ਅਸੀਂ ਜਗਨੇ ਅਪਰਾਧ ਕਰਦੇ ਹਾਂ। ਇਹ ਆਸਿਫਾ ਦੇ ਮਾਮਲੇ, ਇਹ ਦਿੱਲੀ ਦੇ, ਇਹ ਗੁੜੀਆ ਦੇ ਮਾਮਲੇ, ਸ਼ਿਮਲਾੜੀ ਦੇ, ਇਹ ਸਾਰੇ ਚੈਪਟਰਾਂ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਆ
ਤਾਂ ਕਿ ਸਾਡੇ ਬੱਚਿਆਂ ਦੇ ਵਿੱਚ ਪਹਿਲਾਂ ਤੋਂ ਹੀ ਇਹਨਾਂ ਮਾਮਲਿਆਂ ਨੂੰ ਲੈ ਕੇ ਸਹਿਣ ਸੰਵੇਦਨਸ਼ੀਲਤਾ ਡਰ ਇਹ ਪੈਦਾ ਹੋਵੇ। ਸੈਮੀਨਾਰ ਹੋਣੇ ਚਾਹੀਦੇ ਨੇ ਕਾਲਜਾਂ ਦੇ ਵਿੱਚ, ਕਿਹੜੇ ਕਿਹੜੇ ਤੱਤ ਨੇ, ਕਿਹੜੇ ਕਿਹੜੇ ਪੱਖ ਨੇ। ਸੋ ਮੈਂ ਇਸ ਚੀਜ਼ ਦੇ ਨਾਲ ਇਤਫਾਕ ਨਹੀਂ ਰੱਖਦਾ, ਕਿਉਂਕਿ ਨਿਰਭੈ ਘੰਟ ਤੋਂ ਬਾਅਦ ਸਰਕਾਰ ਨੇ ਬੜੀ ਹਾਈ ਲੈਵਲ ਦੀ, ਬੜੇ ਰਿਟਾਇਰਡ ਜੱਜਾਂ ਦੀ ਇੱਕ ਕਮੇਟੀ ਗਠਿਤ ਕੀਤੀ ਸੀ ਕਿ ਕਾਨੂੰਨ ਕਿਹੜੇ ਕਿਹੜੇ ਅਮੈਂਡ ਹੋਣੇ ਚਾਹੀਦੇ ਆ। ਉਸ ਕਮੇਟੀ ਦੀ ਰਿਪੋਰਟ ਸੀ ਕਿ ਕਾਨੂੰਨ ਬਹੁਤ ਕਾਫੀ ਨੇ। ਇੱਕ ਨਾਬਾਲਗ ਬੱਚਿਆਂ ਨੂੰ ਰੇਅਰ ਟੂ ਰੇਅਰੈਸਟ ਕੇਸ ਹੈ ਜਿਹੜਾ, ਉਹਦੇ ਵਿੱਚ ਉਹਨਾਂ ਨੂੰ ਜੁਵੇਨਲ ਕੋਰਟ ਦੇ ਵਿੱਚੋਂ ਕੱਢਿਆ ਗਿਆ ਸੀ। ਸੋ ਇਹ ਸਾਡੀ ਮੰਗ ਹੈ ਜਿਹੜੀ, ਇਹਨਾਂ ਵਿੱਚੋਂ ਇਹ ਹੈ ਕਿ ਪੁਲਿਸ ਹੈ ਜਿਹੜੀ, ਉਹ ਗ੍ਰਹਿ ਵਿਭਾਗ ਹੈ ਜਿਹੜਾ, ਉਹ ਸਿਆਸਤ ਤੋਂ, ਸੱਤਾ ਤੋਂ ਰਹਿਤ ਹੋਵੇ। ਸਾਨੂੰ ਨਿੱਕੀ ਦੀ ਗੱਲਾਂ ਉੱਤੇ ਵੀ ਸੜਕਾਂ ਦੇ ਉੱਤੇ ਜਸਟਿਸ ਮੰਗਣਾ ਨਾ ਪਵੇ। ਇਹਨਾਂ ਚੀਜ਼ਾਂ ਦੀ ਸਾਨੂੰ ਮੰਗ ਜ਼ਰੂਰ ਕਰਨੀ ਚਾਹੀਦੀ ਹੈ। ਇਹਨਾਂ ਚੀਜ਼ਾਂ ਦੀ ਮੰਗ ਕਰਨੀ ਚਾਹੀਦੀ ਹੈ ਕਿ ਇਹ ਜਿਹੜੀਆਂ ਫੂਹੜਤਾ, ਇਹ ਜਿਹੜੀਆਂ ਅਸ਼ਲੀਲਤਾ ਨੇ ਸਾਡੇ ਘਰਾਂ ਦੇ ਵਿੱਚ, ਸਾਡੇ ਇੰਟਰਨੈਟ ਤੇ ਸਾਡੇ ਟੈਲੀਵਿਜ਼ਨਾਂ ਦੇ ਵਿੱਚ ਪਰੋਸੀਆਂ ਜਾ ਰਹੀਆਂ ਨੇ, ਇਹਨੂੰ ਪਰੋਸਣ ਦੇ ਲਈ ਕੌਣ ਜ਼ਿੰਮੇਵਾਰ ਹੈ? ਇਹ ਬਾਜ਼ਾਰ ਨੂੰ ਰੋਕਿਆ ਕਿਉਂ ਨਹੀਂ ਜਾਂਦਾ? ਇਹ ਵਪਾਰੀ ਕੌਣ ਹੁੰਦੇ ਨੇ ਸਾਡੀ ਸੋਚ ਦੇ ਨਾਲ ਖਿਲਵਾੜ ਕਰਨ ਵਾਲੇ? ਸੋ ਇਹਨਾਂ ਮੁੱਦਿਆਂ ਨੂੰ ਚੱਕਣ ਦੀ ਲੋੜ ਹੈ ਦੋਸਤੋ। ਇਹਨਾਂ ਸੰਵੇਦਨਸ਼ੀਲ ਵਿਸ਼ਿਆਂ ਦੇ ਉੱਤੇ ਹੋਰ ਫੈਕਟ ਨੇ, ਹੋਰ ਡਾਟੇ ਨੇ, ਜਿਹੜੇ ਹੋਰ ਸਾਡੇ ਨਾਲ ਜੁੜੇ ਮੁੱਦੇ ਨੇ, ਮੈਂ ਤੁਹਾਡੇ ਨਾਲ ਸਾਂਝੇ ਕਰਦਾ ਰਹੂੰਗਾ। ਉਦੋਂ ਤੱਕ ਸਤਿ ਸ਼੍ਰੀ ਅਕਾਲ। ਜ਼ਿੰਦਗੀ ਦੇ ਗੂੜੇ ਰੰਗਾਂ ਦਾ ਕੈਨਵਸ, ਸੁਖ ਜਿਹੇ ਮਦਹੋਸ਼ ਜਿਹੇ ਸਾਹ ਲੈਂਦੇ ਰੰਗਾਂ ਦਾ ਕੈਨਵਸ, ਆਪਣੀ ਤਸਵੀਰ ਦਾ ਕੈਨਵਸ, ਆਪਣੀ ਤਦਬੀਰ ਦਾ ਕੈਨਵਸ। ਸੋ ਅੱਜ ਅਸੀਂ ਉਸ ਰੰਗ ਦੀ ਗੱਲ ਕਰਨੀ ਹੈ ਜਿਹਦੇ ਬਾਰੇ ਗੁਰਬਾਣੀ ਵੀ ਕਹਿੰਦੀ ਹੈ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਕਿ ਵਿਦਿਆ ਦਾ ਜਿਹੜਾ ਵਿਚਾਰ ਹੈ ਉਹੀ ਤੁਹਾਡਾ ਪਰਉਪਕਾਰ ਕਰ ਸਕਦਾ ਹੈ। ਪਰ ਨਾਲ ਹੀ ਨਾਲ ਇੱਕ ਦੁਖਾਂਤਕ ਖਬਰ ਵੀ ਆਉਂਦੀ ਹੈ ਕਿ ਹਰਿਆਣਾ ਦੇ ਵਿੱਚ ਇੱਕ ਪ੍ਰਿੰਸੀਪਲ ਹੈ, ਉਹਦਾ ਕਤਲ ਕੀਤਾ ਜਾਂਦਾ, ਉਹਦੇ ਹੀ ਆਪਣੇ ਵਿਦਿਆਰਥੀ ਵੱਲੋਂ, ਔਰ +2 ਦਾ ਵਿਦਿਆਰਥੀ ਹੈ। ਲਾਇਸੈਂਸੀ ਰਿਵਾਲਵਰ ਲੈ ਕੇ ਪ੍ਰਿੰਸੀਪਲ ਦੇ ਕਮਰੇ 'ਚ ਘੁਸ ਜਾਂਦਾ, ਪ੍ਰਿੰਸੀਪਲ ਦੇ ਗੋਲੀਆਂ ਮਾਰਦਾ, ਚਪੜਾਸੀ ਫੜਨ ਦਾ ਯਤਨ ਕਰਦਾ, ਚਪੜਾਸੀ ਦੇ ਵੀ ਫਾਇਰ ਕਰਦਾ, ਤੇ ਅੰਤ ਦੇ ਵਿੱਚ ਜਦੋਂ ਉਹਦੀ ਗੋਲੀਆਂ ਖਤਮ ਹੋ ਜਾਂਦੀਆਂ ਉਦੋਂ ਉਹ ਭੀੜ ਦੇ ਕਾਬੂ ਆਉਂਦਾ। ਤੇ ਜਦੋਂ ਉਹਨੂੰ ਪੁੱਛਿਆ ਕਤਲ ਦਾ ਕਾਰਨ, ਤਾਂ ਉਹ ਕਹਿੰਦਾ ਵੀ ਮੇਰੇ ਪੇਰੈਂਟਸ ਨੂੰ ਕੋਈ ਸ਼ਿਕਾਇਤ ਲਾਉਣੀ ਸੀ, ਜਿਸ ਕਰਕੇ ਮੈਂ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ। ਸੋ ਇਹ ਖਬਰਾਂ ਨੇ ਜਿਹੜੀਆਂ ਤੁਹਾਡੇ ਕੈਨਵਸ ਦਾ ਰੰਗ ਹੈ ਜਿਹੜਾ ਫਿੱਕਾ ਕਰ ਦਿੰਦੀਆਂ। ਐਜੂਕੇਸ਼ਨ, ਵਿਦਿਆ, ਇਹ ਹਰ ਇੱਕ ਬੰਦਾ ਆਪਣੇ ਬੱਚੇ ਨੂੰ ਵਧੀਆ ਤੋਂ ਵਧੀਆ, ਸੋਹਣੀ ਤੋਂ ਸੋਹਣੀ ਐਜੂਕੇਸ਼ਨ ਦਿਵਾਉਣੀ ਚਾਹੁੰਦਾ ਹੈ। ਇੱਕ ਰਿਕਸ਼ੇ ਵਾਲਾ, ਇੱਕ ਮਜ਼ਦੂਰ, ਇੱਕ IAS ਅਫਸਰ, ਇੱਕ ਵੱਡਾ ਲੀਡਰ ਆਪਣੇ ਬੱਚੇ ਨੂੰ ਆਪਣੀ ਹੈਸੀਅਤ ਤੋਂ ਵੱਧ ਕੇ ਉਹਦੇ ਲਈ ਕਿਤਾਬਾਂ, ਉਹਦੇ ਲਈ ਸਕੂਲ ਲੱਭਦਾ ਹੈ। ਐਜੂਕੇਸ਼ਨ ਹੈ ਕੀ? ਸਾਡੀ ਐਜੂਕੇਸ਼ਨ ਬਾਜ਼ਾਰੀਕਰਨ ਦੀ ਮੁੱਖ ਧਾਰਾ ਤੇ ਚੱਲ ਰਹੀ ਹੈ। ਸਿਰਫ ਵੱਡੀਆਂ ਵੱਡੀਆਂ ਬਿਲਡਿੰਗਸ, ਪੀਲੀਆਂ ਬੱਸਾਂ, ਸੋਹਣੀ ਦਿੱਖ ਵਾਲੀ ਵਰਦੀ, ਇਹੀ ਰਹਿ ਗਈ ਐਜੂਕੇਸ਼ਨ। ਇੱਕ ਬੱਚਾ ਸਵੇਰੇ ਉੱਠਦਾ ਹੈ, ਤਿਆਰ ਹੁੰਦਾ ਹੈ, ਤੇ ਪਹਿਲਾਂ ਉਹ ਬੱਸ ਦਾ ਇੰਤਜ਼ਾਰ ਕਰਦਾ ਹੈ, ਬੱਸ 'ਚ ਬਹਿੰਦਾ ਹੈ। ਬੱਸ ਉਹ ਸਾਰੇ ਬੱਚਿਆਂ ਨੂੰ ਚੱਕਦੀ, ਘੁੰਮਦੀ, ਘੁਮਾਉਂਦੀ ਸਕੂਲ ਪਹੁੰਚਦੀ ਹੈ 2 ਘੰਟੇ ਬਾਅਦ। ਤੇ ਇਹੀ ਪ੍ਰੋਸੈਸ ਮੁੜ ਤੋਂ ਹੀ ਫੇਰ ਦੁਹਰਾਇਆ ਜਾਂਦਾ ਜਦੋਂ ਬੱਚੇ ਨੂੰ ਛੁੱਟੀ ਹੁੰਦੀ ਹੈ। ਜਾਣੀ ਕਿ ਇੱਕ ਬੱਚੇ ਦੇ ਔਸਤ ਇੱਕ ਦਿਨ ਦੇ ਵਿੱਚ 2 ਘੰਟੇ ਸਫ਼ਰ 'ਚ ਲੱਗ ਜਾਂਦੇ ਆ। ਪੂਰੀ ਪੜ੍ਹਾਈ ਦੇ ਦਰਮਿਆਨ ਕਿੰਨੇ ਘੰਟੇ ਉਹਨੇ ਬੱਸ ਦਾ ਇੰਤਜ਼ਾਰ ਕਰਦੇ ਆ ਤੇ ਬੱਸ 'ਚ ਬਹਿੰਦੇ ਹੀ ਕੱਟ ਦਿੱਤੇ। ਇਹ ਸਾਡੀ ਐਜੂਕੇਸ਼ਨ ਹੈ। ਸਾਡੀ ਐਜੂਕੇਸ਼ਨ ਨੇ ਦੂਜਾ ਸਾਡੇ ਬੱਚੇ ਦੇ ਵਿੱਚ ਇੱਕ ਸਭ ਤੋਂ ਦੁਖਾਂਤਕ ਪਹਿਲੂ ਇਹ ਭਰ ਦਿੱਤਾ ਹੈ, ਕੰਪੀਟੀਸ਼ਨ। ਹਰ ਪੇਰੈਂਟਸ ਬੱਚੇ ਨੂੰ ਇਹ ਕਹਿੰਦਾ ਹੈ ਕਿ ਕੰਪੀਟੀਸ਼ਨ ਦਾ ਯੁੱਗ ਹੈ, ਕੀ ਕਰੇਗਾ ਤੂੰ? ਕੰਪੀਟੀਸ਼ਨ ਇੱਕ ਕੰਪੈਰੀਜ਼ਨ ਪੈਦਾ ਕਰ ਦਿੱਤਾ ਹੈ। ਇੱਕ ਬੱਚਾ A ਗ੍ਰੇਡ ਲੈ ਰਿਹਾ ਹੈ,
ਦੂਜਾ ਬੱਚਾ ਹੀ ਹੈ ਜਿਹੜਾ ਨਾਲ ਬੈਠਾ ਉਹ B ਗ੍ਰੇਡ ਲੈ ਰਿਹਾ ਤੇ ਟੀਚਰ A ਗ੍ਰੇਡ ਵਾਲੇ ਨੂੰ ਸਨਮਾਨਿਤ ਕਰ ਰਿਹਾ ਹੈ, B ਗ੍ਰੇਡ ਵਾਲਾ ਇਨਫੈਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਰਿਹਾ। ਸਾਰੇ ਬੱਚੇ ਇੱਕੋ ਜਿਹੇ ਕਿਵੇਂ ਹੋ ਸਕਦੇ ਆ ਜਦੋਂ ਕੁਦਰਤ ਇੱਕੋ ਨਸਲ ਦੇ ਦਰਖਤ ਨੂੰ ਵੀ ਇੱਕੋ ਜਿਹੀ ਸ਼ੇਪ ਨਹੀਂ ਦਿੰਦੀ, ਇੱਕੋ ਦਰਿਆ ਦੇ ਪੱਥਰ ਇੱਕੋ ਜਿਹੇ ਨਹੀਂ ਹੁੰਦੇ, ਇੱਕੋ ਕਿਸਮ ਦੇ ਫੁੱਲ ਇੱਕੋ ਜਿਹੇ ਨਹੀਂ ਹੁੰਦੇ, ਤਾਂ ਤੁਹਾਡੇ ਬੱਚੇ ਸਾਰੇ ਇੱਕੋ ਜਿਹੇ ਕਿਸ ਤਰ੍ਹਾਂ ਹੋ ਸਕਦੇ ਆ? ਅਸੀਂ ਘਰੇ ਵੀ ਕਹਿੰਦੇ ਆ, ਜੇ ਦੋ ਬੱਚੇ ਨੇ, ਆ ਦੇਖ ਲੈ ਤੇਰੀ ਭੈਣ ਇੰਨੇ ਨੰਬਰ ਲੈ ਗਈ, ਤੂੰ ਨਲਾਇਕ ਦਾ ਨਲਾਇਕ। ਕੁਦਰਤ ਨੇ ਦੋਨਾਂ ਨੂੰ ਵੱਖੋ ਵੱਖਰਾ ਬਣਾਇਆ। ਮੇਰੀ ਸ਼ਕਲ ਦੇ ਹੋਰ ਬੰਦੇ ਹੋ ਸਕਦੇ ਨੇ, ਦੋ ਜੁੜਵਾ ਭਰਾ ਹੁੰਦੇ ਨੇ, ਭੈਣ ਭਰਾ ਵੀ ਜੁੜਵਾ ਹੋ ਸਕਦੇ ਨੇ, ਪਰ ਕੁਦਰਤ ਇੱਕ ਬਖਰੇਵਾ ਜ਼ਰੂਰ ਪਾਉਂਦੀ ਹੈ ਕਿ ਸਾਡੇ ਫਿੰਗਰਪ੍ਰਿੰਟਸ ਵੱਖੋ ਵੱਖਰੇ ਹੁੰਦੇ ਨੇ, ਸਾਰੀ ਫਿੰਗਰ ਦੇ ਨਹੀਂ, ਸਿਰਫ ਅੰਗੂਠੇ ਦੇ। ਇਸੇ ਕਰਕੇ ਆਧਾਰ ਕਾਰਡ ਦੇ ਵਿੱਚ ਸਿਰਫ ਅੰਗੂਠਾ ਲਾਇਆ ਜਾਂਦਾ ਕਿਉਂਕਿ ਇਹ ਫਿੰਗਰਪ੍ਰਿੰਟ ਹੈ, ਹੋਰ ਕਿਸਮ ਦਾ ਬਿਲਕੁਲ ਹੋ ਹੀ ਨਹੀਂ ਸਕਦਾ। ਆ ਜਿਹੜੇ ਬੜੇ ਖਾਸ ਕਿਸਮ ਦੇ ਟੈਕਨੀਕਲ ਚੋਰ ਹੁੰਦੇ ਆ, ਜਦੋਂ ਬੈਂਕਾਂ ਦੇ ਵਿੱਚ ਡਾਕਾ ਮਾਰਦੇ ਆ, ਉਹ ਸਿਰਫ ਅੰਗੂਠੇ ਦੇ ਉੱਤੇ ਆਪਣੀ ਟੇਪ ਲਗਾ ਲੈਂਦੇ ਆ ਤਾਂ ਕਿ ਸਿਰਫ ਸਾਡੇ ਅੰਗੂਠੇ ਦੇ ਫਿੰਗਰਪ੍ਰਿੰਟਸ ਟ੍ਰੇਸ ਨਾ ਹੋਣ। ਇਹ ਕੰਪੈਰੀਜ਼ਨ ਨੇ ਸਾਡੀ ਐਜੂਕੇਸ਼ਨ ਨੂੰ ਬਿਲਕੁਲ ਕਰਪਸ਼ਨ ਦੇ ਕੰਢੇ ਤੇ ਖੜਾ ਕਰ ਦਿੱਤਾ ਹੈ। ਇਹੀ ਕੰਪੈਰੀਜ਼ਨ ਬੱਚੇ ਦੇ ਨਾਲ ਨਾਲ ਚੱਲਦਾ, ਇਹੀ ਕੰਪੀਟੀਸ਼ਨ ਬੱਚੇ ਦੇ ਨਾਲ ਨਾਲ ਚੱਲਦਾ, ਉਹਦੇ ਮਨ 'ਚ ਪੱਕਾ ਹੋ ਜਾਂਦਾ ਤੇ ਇਹੀ ਭ੍ਰਸ਼ਟਾਚਾਰ ਦੀ ਪ੍ਰਿਸ਼ਠ ਭੂਮੀ ਬਣਦਾ ਹੈ। ਸਾਡਾ ਐਜੂਕੇਸ਼ਨ ਦਾ ਮੁੱਖ ਪਾਠ, ਜਿਹਦੇ ਬਾਰੇ ਪਾਸ਼ ਨੇ ਕਿਹਾ ਸੀ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਨਹੀਂ, ਸਗੋਂ ਦੋਹਾਂ ਅੱਖਾਂ ਦਾ ਟੀਰ ਹੈ। 3 ਇਡੀਅਟ ਫਿਲਮ, ਰਾਜਕੁਮਾਰ ਹਿਰਾਨੀ, ਉਹ ਹਰੇਕ ਅਧਿਆਪਕ ਨੂੰ ਦੇਖਣ ਦੇ ਲਈ ਇਸ ਕਰਕੇ ਜ਼ਰੂਰੀ ਹੈ ਕਿ ਉਹ ਅਧਿਆਪਕ ਦੀ ਅੱਖਾਂ ਖੋਲਦੀ ਹੈ ਕਿ ਸਰਟੀਫਿਕੇਟ ਦੇਣੀ ਐਜੂਕੇਸ਼ਨ, ਕੀ ਅਗਲੀ ਕਲਾਸ ਦੇ ਵਿੱਚ ਕਰ ਦੇਣਾ ਐਜੂਕੇਸ਼ਨ, ਕੀ ਐਗਜ਼ਾਮ ਦੇ ਵਿੱਚ A+ ਗ੍ਰੇਡ ਲੈ ਜਾਣਾ ਹੀ ਐਜੂਕੇਸ਼ਨ। 3 ਇਡੀਅਟ ਦੇ ਵਿੱਚ ਦੱਸਦੇ ਆ ਕਿ ਜਿਹੜਾ ਸਭ ਤੋਂ ਹੁਸ਼ਿਆਰ ਬੱਚਾ ਹੁੰਦਾ, ਜਿਹਨੂੰ ਟੀਚਰ ਵੀ ਹੁਸ਼ਿਆਰ ਸਮਝਦੇ ਆ, ਟੀਚਰ ਹੈ ਜਿਹੜੇ ਖਾਸ ਕਿਸਮ ਦੇ ਵਰਗ ਨੂੰ ਹੁਸ਼ਿਆਰ ਬੱਚਾ ਸਮਝਦੇ ਹੁੰਦੇ ਆ, ਚਾਹੇ ਉਹਦੇ ਗੱਲ ਸਮਝ ਆਈ ਹੋਵੇ ਚਾਹੇ ਨਾ ਆਈ ਹੋਵੇ। ਬੜੇ ਸੌਖੇ ਢੰਗ ਦੇ ਨਾਲ ਉਹਦੇ 'ਚ ਇੱਕ ਬੱਚਾ ਦੱਸ ਦਿੰਦਾ ਕਿ ਮਸ਼ੀਨ ਕੀ ਕੰਮ ਕਰਦੀ ਹੈ, ਜਿਵੇਂ ਜਿਪ ਹੈ ਕੰਮ ਸੌਖਾ ਕਰ ਦਿੰਦੀ ਹੈ, ਮਸ਼ੀਨ ਦਾ ਇੰਨਾ ਕੰਮ ਹੈ। ਪਰ ਇੱਕ ਬੱਚਾ ਪੂਰੀ ਟੈਕਨੀਕਲ ਤਰੀਕੇ ਦੇ ਨਾਲ, ਪੂਰੀ ਤੇਜ਼ੀ ਦੇ ਨਾਲ ਡੈਫੀਨੇਸ਼ਨ ਦੱਸਦਾ ਵਟ ਇਜ਼ ਅ ਮਸ਼ੀਨ, ਉਹ ਬੰਦਾ ਫਸਟ ਵੀ ਆਉਂਦਾ। ਲਾਈਫ 'ਚ ਜਦੋਂ ਪੂਰੀ ਜਕੜਕੰਦ ਹੁੰਦੀ ਹੈ ਸੰਘਰਸ਼ ਦੀ, ਉਦੋਂ ਬੱਚਾ ਕਿੱਥੇ ਸਟੈਂਡ ਕਰਦਾ ਹੈ। ਤੇ ਜਿੰਨੇ ਵੀ ਉਹ ਸ਼ਰਾਰਤੀ ਹੁੰਦੇ ਨੇ 3 ਇਡੀਅਟ, 3 ਪਰਸਨਸ, ਉਹ ਕਿੱਥੇ ਜਾ ਕੇ ਜਾਂਦੇ ਨੇ? ਸੋਨਮ ਵਾਂਗਚੁਕ, ਲਦਾਖ ਦਾ ਉਹ ਸ਼ਖਸ ਜਿਹੜਾ ਸੱਚੀ ਮੁੱਚੀ ਅਧਿਆਪਕ ਹੈ, ਜਿਹਦੇ ਉੱਤੇ 3 ਇਡੀਅਟ ਫਿਲਮ ਬਣੀ ਹੈ, ਔਰ ਉਹਦੀ ਯੂਨੀਵਰਸਿਟੀ ਨੂੰ ਕਿਹਾ ਜਾਂਦਾ ਦਾ ਯੂਨੀਵਰਸਿਟੀ ਆਫ ਫੇਲੀਅਰਸ, ਜਿੱਥੇ ਫੇਲੀਅਰਸ ਨੂੰ ਇਨਵਾਈਟ ਕੀਤਾ ਜਾਂਦਾ ਵੀ ਆਓ ਮੇਰੇ ਕੋਲ ਪੜ੍ਹੋ। ਸਾਡਾ ਸਮਾਜ, ਸਾਡੇ ਸਕੂਲ, ਸਾਡਾ ਐਜੂਕੇਸ਼ਨ ਸਿਸਟਮ ਫੇਲੀਅਰ ਨੂੰ ਨਫ਼ਰਤ ਕਰਦਾ ਹੈ, ਪਰ ਫੇਲੀਅਰ ਨੂੰ ਇਹ ਦੱਸ ਦਿੰਦਾ ਵੀ ਤੂੰ ਕੁਝ ਨਹੀਂ ਕਰ ਸਕਦਾ, ਤੂੰ ਡਫਰ ਹੈ। ਇਸੇ ਕਰਕੇ ਜਦੋਂ ਰਿਜ਼ਲਟ ਆਉਂਦੇ ਨੇ ਤਾਂ ਵਿਦਿਆਰਥੀ ਸਾਡੇ ਖੁਦਕੁਸ਼ੀਆਂ ਕਰਦੇ ਨੇ, ਨਹਿਰਾਂ ਵੱਲ ਤੁਰ ਪੈਂਦੇ ਨੇ। ਕਈ ਤਾਂ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨਹਿਰ ਵੱਲ ਤੁਰ ਪੈਂਦੇ ਨੇ। ਇਹ ਦਿੱਤਾ ਹੈ ਸਾਡੀ ਐਜੂਕੇਸ਼ਨ ਨੇ ਸਾਨੂੰ। ਉਹ ਬੱਚਾ ਜਿਹੜਾ ਆਪਣੇ ਪ੍ਰਿੰਸੀਪਲ ਦਾ ਕਤਲ ਕਰ ਰਿਹਾ ਹੈ, ਉਹਦੇ ਵਿੱਚ ਉਹ ਅਧਿਆਪਕ ਜ਼ਿੰਮੇਵਾਰ ਨਹੀਂ ਜਿਹੜੇ ਇਹਨੂੰ ਪੜ੍ਹਾਉਂਦੇ ਰਹੇ। ਰੋਜ਼ ਸਵੇਰੇ ਨੂੰ ਨੈਤਿਕਤਾ ਦਾ ਪਾਠ ਪੜ੍ਹਾਇਆ ਜਾਂਦਾ, ਮਾਰਨਿੰਗ ਅਸੈਂਬਲੀ ਦੇ ਵਿੱਚ ਪਾਠ ਪੜ੍ਹਾਇਆ ਜਾਂਦਾ ਹੋਊਗਾ, ਬੜੀਆਂ ਕਿਤਾਬਾਂ ਵੀ ਇਹਨੂੰ ਪੜ੍ਹਾਈਆਂ ਜਾਂਦੀਆਂ ਹੋਣੀਆਂ ਮੋਰਲ ਐਜੂਕੇਸ਼ਨ ਦੀਆਂ। ਉਹ ਕਿੱਥੇ ਗਈ ਉਹ ਮੋਰਲ ਐਜੂਕੇਸ਼ਨ? ਇਹਦਾ ਮਤਲਬ ਉਹ ਟੀਚਰ ਵੀ ਜ਼ਿੰਮੇਵਾਰ ਨੇ। ਸਭ ਤੋਂ ਪਹਿਲਾਂ ਟੀਚਰ ਹੁੰਦਾ ਹੈ ਮਾਂ, ਦੂਜਾ ਟੀਚਰ ਪਿਓ, ਤੀਜਾ ਟੀਚਰ ਜਿੱਥੇ ਅਸੀਂ ਸਕੂਲ 'ਚ ਬੱਚੇ ਨੂੰ ਆਪਣੇ ਨੂੰ ਪਾਉਂਦੇ ਹਾਂ। ਜੇ ਤਿੰਨੇ ਟੀਚਰ ਜੋ ਕਹਿੰਦੇ ਵੀ ਇੱਕ ਟੀਚਰ ਵੀ ਵਧੀਆ ਨਿਕਲ ਜਾਏ ਨਾ, ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਹੋ ਜਾਂਦੀ ਹੈ। ਸੱਚੀ ਮੁੱਚੀ ਵਿੱਦਿਆ ਕਮਾਲ ਕਰਕੇ ਦਿਖਾਉਂਦੀ ਹੈ। ਫਿਰ ਖੁਸ਼ਵੰਤ ਸਿੰਘ ਜੀ 40 ਸਾਲ ਦੀ ਉਮਰ ਦੇ ਵਿੱਚ ਲਿਖਣਾ ਸ਼ੁਰੂ ਕਰਦੇ ਆ। ਹਿੰਦੁਸਤਾਨ ਦੇ ਮਸ਼ਹੂਰ ਰਾਈਟਰ, ਪਹਿਲਾਂ LLB ਕਰਦੇ ਹੋ, ਫਿਰ ਲਾਹੌਰ ਦੇ ਵਿੱਚ ਪ੍ਰੈਕਟਿਸ ਕਰਦੇ ਆ, ਫਿਰ ਲਿਖਣਾ ਸ਼ੁਰੂ ਕਰਦੇ ਆ। ਤਾਂ ਇਹਦਾ ਮਤਲਬ ਇਹ ਵੀ 40 ਸਾਲ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਰਾਈਟਰ ਹਾਂ। ਤਾਂ ਕਿੱਥੇ ਗਈ ਉਹ ਐਜੂਕੇਸ਼ਨ ਜਿਹੜੇ ਸਕੂਲ ਦੇ ਵਿੱਚ ਉਹਨਾਂ ਨੂੰ ਪੜ੍ਹਾਉਂਦੇ ਰਹੇ ਵੀ ਤੇਰੇ ਅੰਦਰ ਇਹ ਟੈਲੈਂਟ ਹੈ? ਸਾਡੀ ਐਜੂਕੇਸ਼ਨ ਸਾਡਾ ਟੈਲੈਂਟ ਹੀ ਨਹੀਂ ਲੱਭ ਰਹੀ।
ਅਸੀਂ ਜ਼ਿੰਮੇਵਾਰ ਠਹਿਰਾਉਂਦੇ ਹਾਂ। ਬੜਾ ਮੈਂ ਸੁਣਦਾ ਸੈਮੀਨਾਰਾਂ ਦੇ ਵਿੱਚ ਜਾਂਦਾ ਮੈਂ, ਜਦੋਂ ਐਜੂਕੇਸ਼ਨ ਦੇ ਉੱਤੇ ਮੈਨੂੰ ਬੁਲਾਇਆ ਜਾਂਦਾ ਹੈ ਤੇ ਉੱਥੇ ਕਿਹਾ ਜਾਂਦਾ ਵੀ ਲਾਰਡ ਮੈਕਾਲੇ ਨੇ ਸਾਡੀ ਐਜੂਕੇਸ਼ਨ ਦੇ ਵਿੱਚ ਗਾਜਰ ਬੂਟੀ ਬੀਜ ਦਿੱਤੀ। ਤਾਂ ਸਵਾਲ ਤਾਂ ਉਦੋਂ ਵੀ ਪੈਦਾ ਹੁੰਦੇ ਜਿਹੜੀ ਸਾਡੀ ਪੁਰਾਤਨ ਐਜੂਕੇਸ਼ਨ ਪ੍ਰਣਾਲੀ ਹੈ, ਜਿੱਥੇ ਏਕਲਵਯ ਦਾ ਅੰਗੂਠਾ ਲੈ ਲਿਆ ਸੀ ਉਹਦੇ ਗੁਰੂ ਨੇ, ਕਿਉਂਕਿ ਉਹ ਅਰਜੁਨ ਨੂੰ ਚਾਹੁੰਦਾ ਸੀ। ਇੰਨੀ ਗੱਲ ਤੇ ਭੀਲ ਜਾਤੀ ਦਾ ਸੀ ਇੱਕ ਅਧਿਆਪਕ ਜਿਹਦਾ ਸਾਡਾ ਬੜਾ ਸਤਿਕਾਰ ਹੈ, ਤੇ ਸਿਰਫ ਭੀਲ ਜਾਤੀ ਦਾ ਏਕਲਵਯ ਉਹਦਾ ਅੰਗੂਠਾ ਲੈ ਲਿਆ ਉਹਦੇ ਕੋਲ। ਇਹ ਸਾਡੀ ਐਜੂਕੇਸ਼ਨ ਸਿਸਟਮ। ਆਜ਼ਾਦੀ ਤੋਂ ਪਹਿਲਾਂ ਮੁਸਲਿਮ ਲੋਕ ਸਾਡੇ ਟੀਚਰ ਹੁੰਦੇ ਸੀ, ਕਿਉਂਕਿ ਸਾਡੀ ਜਿਹੜੀ ਸਰਕਾਰੀ ਭਾਸ਼ਾ ਹੈ ਉਰਦੂ ਤੇ ਫਾਰਸੀ ਹੁੰਦੀ ਸੀ, ਤੇ ਅਸੀਂ ਸਾਰੇ ਮੁਸਲਮਾਨ ਹੈ ਜਿਹੜੇ, ਇਸ ਕਰਕੇ ਸਾਡੇ ਟੀਚਰ ਹੁੰਦੇ ਸੀ। ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਈਸਾਈ ਮਿਸ਼ਨਰੀ ਸਾਡੇ ਇੱਥੇ ਦਸਤਕ ਦਿੰਦੇ ਆ, ਮਿਸ਼ਨਰੀ ਸਕੂਲ ਖੋਲ੍ਹਦੇ ਆ। ਉਸ ਟਾਈਮ ਦੋ ਤਰ੍ਹਾਂ ਦੀ ਐਜੂਕੇਸ਼ਨ ਪ੍ਰਣਾਲੀਆਂ ਸਾਡੇ ਲਾਗੂ ਹੋ ਗਈਆਂ, ਇੱਕ ਅੰਗਰੇਜ਼ਾਂ ਦੀ, ਇੱਕ ਸਾਡੀ ਪੁਰਾਣੀ। ਜਦੋਂ ਅੰਗਰੇਜ਼ੀ ਪੜ੍ਹਨ ਦਾ ਰਿਵਾਜ ਚੱਲਿਆ ਤੇ ਈਸਾਈ ਮਿਸ਼ਨਰੀ ਸਕੂਲਾਂ ਵੱਲ ਅਸੀਂ ਰੁਚਿਤ ਹੋ ਗਏ ਤੇ ਅਸੀਂ ਉਹ ਪੜ੍ਹਨ ਲੱਗ ਪਏ। ਮਤਲਬ ਕੋਈ ਇਸ ਕਿਸਮ ਦਾ ਚੇਂਜ ਨਹੀਂ ਹੈ ਕਿ ਕੋਈ ਬਹੁਤ ਵੱਡਾ ਰੈਵੋਲੂਸ਼ਨਰੀ ਹੈ, ਸਿਰਫ ਕਿਉਂਕਿ ਅਸੀਂ ਅੰਗਰੇਜ਼ਾਂ ਦੀ ਨਕਲ ਕਰਨਾ ਚਾਹੁੰਦੇ ਸੀ, ਉਹਨਾਂ ਵਰਗੇ ਬਣਨਾ ਚਾਹੁੰਦੇ ਸੀ, ਇਸ ਕਰਕੇ ਅੰਗਰੇਜ਼ੀ ਹੈ ਜਿਹੜੀ ਇਸ ਕਰਕੇ ਸਿੱਖਣੀ ਸ਼ੁਰੂ ਕਰ ਦਿੱਤੀ, ਕਿਉਂਕਿ ਅੰਗਰੇਜ਼ ਨੌਕਰੀ ਤਾਂ ਹੀ ਦੇਣਗੇ ਜੇ ਉਹਨੂੰ ਅੰਗਰੇਜ਼ੀ ਆਉਂਦੀ ਹੋਊਗੀ, ਕਿਉਂਕਿ ਕਮਿਊਨੀਕੇਸ਼ਨ ਤਾਂ ਹੀ ਹੋਊਗਾ। ਸਾਡੀ ਐਜੂਕੇਸ਼ਨ ਪ੍ਰਣਾਲੀ ਇਹੋ ਜਿਹੀ ਹੈ ਕਿ ਬੱਚੇ ਦੇ ਅੰਦਰ ਦੀ ਕੋਈ ਪ੍ਰਤਿਭਾ ਨੂੰ ਖੋਜਣ ਤੋਂ ਇਹ ਅਸਮਰਥ ਹੈ। ਮਿਲਖਾ ਸਿੰਘ ਜੇ ਕਿਸੇ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਤਾਂ ਸ਼ਾਇਦ ਕਦੇ ਐਥਲੀਟ ਨਾ ਬਣਦਾ। ਬਿਲ ਗੇਟਸ ਜੇ ਬਹੁਤ ਪੜ੍ਹ ਜਾਂਦਾ ਤਾਂ ਸੌਫਟਵੇਅਰ ਦੀ ਕੰਪਨੀ ਖੋਲ ਕੇ ਉਹ ਬੰਦਾ ਦੁਨੀਆ ਦਾ ਸਭ ਤੋਂ ਰਿਚੈਸਟ ਪਰਸਨ ਨਾ ਬਣਦਾ। ਸੈਮੀਨਾਰ ਦੇ ਵਿੱਚ ਸਭ ਤੋਂ ਵੱਧ ਸਵਾਲ ਮੇਰੇ ਲਈ ਇਹ ਹੁੰਦਾ ਹੈ ਕਿ ਸਕੂਲ ਕਿਹੜਾ ਵਧੀਆ, ਕਾਲਜ ਕਿਹੜਾ ਵਧੀਆ, ਕਿੱਥੇ ਬੱਚੇ ਨੂੰ ਪੜ੍ਹਾਈ, ਇੰਸਟੀਚਿਊਟ ਕਿਹੜਾ ਵਧੀਆ। ਸਕੂਲ, ਕਾਲਜ, ਇੰਸਟੀਚਿਊਟ ਉਹੀ ਵਧੀਆ ਜਿਹੜਾ ਤੁਹਾਡੇ ਬੱਚੇ ਦੀ ਕ੍ਰੀਏਟੀਵਿਟੀ ਨੂੰ ਜਗਾਵੇ, ਉਹਨੂੰ ਇੱਕ ਦਿਸ਼ਾ ਦੇਵੇ। ਜ਼ਿੰਦਗੀ ਦੇ ਗੂੜੇ ਰੰਗਾਂ ਦਾ ਕੈਨਵਸ, ਸੁੱਖ ਜਿਹੇ ਮਦਹੋਸ਼ ਜਿਹੇ ਸਾਹ ਲੈਂਦੇ ਰੰਗਾਂ ਦਾ ਕੈਨਵਸ, ਆਪਣੀ ਤਸਵੀਰ ਦਾ ਕੈਨਵਸ, ਆਪਣੀ ਤਦਬੀਰ ਦਾ ਕੈਨਵਸ। ਮੈਂ ਇੱਕ ਕੰਪੀਟੀਸ਼ਨ ਦੇ ਵਿੱਚ ਗਿਆ ਜੱਜਮੈਂਟ ਲਈ, ਕ੍ਰੀਏਟਿਵ ਐਸੇ ਰਾਈਟਿੰਗ। ਪਿੰਡਾਂ ਵਾਲੇ ਬੱਚੇ, ਅਸੀਂ 2 ਜੱਜ, ਮੈਂ ਕਿਸੇ ਹੋਰ ਬੱਚੇ ਨੂੰ ਫਸਟ ਕੱਢਿਆ। 8th ਸਟੈਂਡਰਡ ਦਾ ਕੰਪੀਟੀਸ਼ਨ। ਮੈਂ ਜਿਹੜੇ ਬੱਚੇ ਨੂੰ ਫਸਟ ਕੱਢਿਆ, ਜਿਹੜੇ ਮੇਰੇ ਨਾਲ ਜੱਜ ਸੀ ਮੈਡਮ, ਉਹਨਾਂ ਨੇ ਹੋਰ ਬੱਚੇ ਨੂੰ ਫਸਟ ਕੱਢਿਆ। ਸਾਡਾ ਦੋਨਾਂ ਦਾ ਵਿਵਾਦ ਹੋ ਗਿਆ ਕਿ ਬੱਚਾ ਫਸਟ ਕਿਹੜਾ ਕੱਢੀਏ। ਮੈਂ ਕਿਹਾ ਮੈਡਮ ਤੁਸੀਂ ਕਿਹੜੇ ਬੱਚੇ ਨੂੰ ਫਸਟ ਕੱਢਿਆ? ਉਹ ਕਹਿੰਦੀ ਜੀ ਆਹ ਬੱਚੇ ਨੂੰ ਦੇਖੋ, ਇਹਦੀ ਕੋਈ ਗਲਤੀ ਨਹੀਂ ਹੈ। ਮੈਂ ਕਿਹਾ ਜੀ ਇਹ ਗ੍ਰਾਮਰ ਦਾ ਕੰਪੀਟੀਸ਼ਨ ਤਾਂ ਨਹੀਂ ਹੈ। ਕਹਿੰਦੀ ਇਹਦੀ ਲਿਖਾਈ ਸੋਹਣੀ ਦੇਖੋ, ਇਹ ਹੈਂਡ ਰਾਈਟਿੰਗ ਦਾ ਕੰਪੀਟੀਸ਼ਨ ਵੀ ਨਹੀਂ ਹੈ। ਕਹਿੰਦੇ ਤੁਸੀਂ, ਮੈਂ ਕਿਹਾ ਜੀ ਆਹ ਬੱਚੇ ਦੀਆਂ ਗਲਤੀਆਂ ਵੀ ਬਹੁਤ ਸਾਰੀਆਂ ਨੇ, ਇਹਦੀ ਲਿਖਾਈ ਵੀ ਬੜੀ ਗੰਦੀ ਹੈ, ਪਰ ਕ੍ਰੀਏਟੀਵਿਟੀ ਦੇਖੋ। ਇਹ ਬੱਚਾ ਦੁਸ਼ਹਿਰੇ ਦੇ ਐਸੇ ਲਿਖ ਰਿਹਾ, ਇਹ ਲਿਖ ਰਿਹਾ ਮੈਂ ਦੁਸ਼ਹਿਰੇ ਦਾ ਮੇਲਾ ਕਦੇ ਨਹੀਂ ਦੇਖਿਆ। ਸੁਣਿਆ ਸ਼ਹਿਰ ਦੇ ਵਿੱਚ ਇੱਕ ਮੇਲਾ ਹੁੰਦਾ ਦੁਸ਼ਹਿਰੇ ਵਾਲੇ ਦਿਨ, ਉੱਥੇ ਰਾਵਣ ਫੂਕਿਆ ਜਾਂਦਾ, ਸੁਣਿਆ ਉੱਥੇ ਆਏ ਹੁੰਦਾ। ਇਹ ਆ ਕ੍ਰੀਏਟੀਵਿਟੀ। ਕ੍ਰੀਏਟਿਵ ਲਿਖਿਆ, ਮੂਲ ਲਿਖਿਆ, ਮੌਲਿਕ ਲਿਖਿਆ, ਕਾਪੀ ਪੇਸਟ ਨਹੀਂ ਕੀਤਾ। ਵੈਸੇ ਸਦੀਆਂ ਤੋਂ ਹੀ ਕਾਪੀ ਪੇਸਟ ਐਸੇ ਸਾਰੇ। ਦੀਵਾਲੀ ਨੂੰ ਸਰਕਾਰ ਕਹਿੰਦੀ ਹੈ ਪਟਾਕੇ ਨਹੀਂ ਚਲਾਉਣੇ, ਐਜੂਕੇਸ਼ਨ ਡਿਪਾਰਟਮੈਂਟ ਕਹਿੰਦਾ ਪਟਾਕੇ ਨਹੀਂ ਚਲਾਉਣੇ, ਤੇ ਉਸੇ ਕਿਤਾਬ ਦੇ ਵਿੱਚ ਲਿਖਿਆ ਹੁੰਦਾ ਕਿ ਦੀਵਾਲੀ ਦੇ ਦਿਨ ਪਟਾਕੇ ਚਲਾ ਕੇ ਖੁਸ਼ੀਆਂ ਮਨਾਈਆਂ ਜਾਂਦੀਆਂ। ਕਾਪੀ ਪੇਸਟ ਦੁਸ਼ਹਿਰੇ ਦਾ ਐਸੇ ਕਿ ਉਸ ਦਿਨ ਰਾਵਣ ਫੂਕਿਆ ਜਾਂਦਾ ਹੈ। ਸ਼ਾਇਦ ਸਾਡੇ ਟੀਚਰਾਂ ਨੇ ਖੋਜ ਹੀ ਨਹੀਂ ਕੀਤੀ। ਹਿੰਦੁਸਤਾਨ ਦੇ ਬਹੁਤ ਸਾਰੇ ਸਾਊਥ ਵਿੱਚ ਐਸੇ ਹਿੱਸੇ ਨੇ ਜਿੱਥੇ ਮੈਂ ਗਿਆ, ਜਿੱਥੇ ਰਾਵਣ ਫੂਕਿਆ ਨਹੀਂ ਜਾਂਦਾ, ਉੱਥੇ ਪੁਤਲਾ ਨਹੀਂ ਲਾਉਂਦੇ। ਪਤਾ ਹੀ ਨਹੀਂ, ਲਿਖਦੇ ਹੀ ਨਹੀਂ ਲਾਈਨ। ਕ੍ਰੀਏਟੀਵਿਟੀ ਨਹੀਂ ਹੈ, ਆਪ ਨਹੀਂ ਕ੍ਰੀਏਟਿਵ ਤਾਂ ਬੱਚੇ ਕ੍ਰੀਏਟਿਵ ਕਿੱਥੋਂ ਹੋ ਜਾਣਗੇ? ਕਿਉਂਕਿ ਸਾਡੇ ਜਿਹੜੇ ਟੀਚਰ ਹੈ ਉਹ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਅਧਿਆਪਕ ਹੈ ਨਹੀਂ, ਲੱਗੇ ਹੋਏ ਆ, ਕਿਤੇ ਹੋਰ ਰੁਜ਼ਗਾਰ ਨਹੀਂ ਮਿਲਿਆ, ਇੱਧਰ ਲੱਗ ਗਏ। ਛੋਟੇ ਛੋਟੇ ਬੱਚੇ
ਖੇਡ ਰਹੇ ਹਾਂ, ਬੰਟੇ ਅੱਗੇ ਰੱਖੇ ਹੋਏ ਆ। ਟੀਚਰ ਕੋਲ ਆ ਗਿਆ। ਟੀਚਰ ਕਹਿੰਦਾ ਕੀ ਕਰਦੇ ਹੋ? ਕਹਿੰਦੇ ਜੀ ਝੂਠ ਝੂਠ ਖੇਲਦੇ ਆ ਜੀ। ਕਹਿੰਦੇ ਆ ਕਿਹੜੀ ਗੇਮ ਆ? ਕਹਿੰਦੇ ਜੀ ਅਸੀਂ ਸਾਰੇ ਜਣੇ ਨੇ ਸ਼ਰਤ ਲਾਈ ਵੀ ਆ, ਜਿਹੜਾ ਸਭ ਤੋਂ ਵੱਧ ਗੱਪ ਮਾਰੂਗਾ ਨਾ ਇਹ ਬੰਟੇ ਉਹਦੇ ਹੋ ਜਾਣਗੇ। ਟੀਚਰ ਕਹਿੰਦਾ ਓਏ ਇਹ ਗੇਮ ਨਹੀਂ ਖੇਲਣੀ, ਜਦੋਂ ਮੈਂ ਤੁਹਾਡੀ ਉਮਰ ਦਾ ਸੀ ਕਦੇ ਝੂਠ ਨਹੀਂ ਸੀ ਬੋਲਦਾ। ਬੱਚੇ ਨੇ ਟੀਚਰ ਵੱਲ ਦੇਖਿਆ, ਸਰ ਤੁਸੀਂ ਜਿੱਤ ਕੇ ਆ ਲੈ ਲਓ ਬੰਟੇ ਤੁਸੀਂ। ਟੀਚਰ ਸਾਨੂੰ ਜਿਓਗ੍ਰਾਫੀ ਪੜਾਉਂਦੇ ਹੁੰਦੇ ਸੀ। ਟੀਚਰ ਜਿਓਗ੍ਰਾਫੀ ਪੜਾ ਰਹੇ ਆ, ਕਹਿੰਦੇ ਦੁਨੀਆ ਗੋਲ ਹੈ, ਇਹੀ ਤਾਂ ਭੂਗੋਲ ਹੈ। ਪਿਆਰੇ ਬੱਚਿਓ, ਇਹ ਅਸਮਾਨ ਹੈ ਜਿਹੜਾ ਸਾਡਾ ਛਤਰੀ ਵਰਗਾ ਹੁੰਦਾ। ਇੱਕ ਛੋਟਾ ਜਿਹਾ ਬੱਚਾ ਉੱਠਿਆ, ਸਰ ਜੀ ਇਹ ਛਤਰੀ ਵਰਗਾ ਕਿਉਂ ਹੁੰਦਾ? ਤਾਂ ਕਿ ਕਹਿੰਦਾ ਉੱਪਰ ਤੋਂ ਬੁਰੀ ਆਤਮਾਵਾਂ ਥੱਲੇ ਨਾ ਆ ਜਾਣ। ਬੱਚਾ ਕਹਿੰਦਾ ਫਿਰ ਤੁਸੀਂ ਕਿਵੇਂ ਆ ਗਏ? ਖੜਾ ਹੋਇਆ, ਕਹਿੰਦਾ ਖੜਾ ਹੋ ਜਾ, ਖੜਾ ਹੋ ਜਾ। ਫਿਲਿੰਗ ਦੀ ਬਲੈਂਕਸ ਕਰਨੇ ਆ, ਮਤਲਬ ਖਾਲੀ ਥਾਵਾਂ ਭਰਨੀ ਆ। ਕਹਿੰਦਾ ਜੀ ਰੇਤੇ ਨਾਲ ਭਰਨੀ ਹੈ ਕਿ ਬਦਰੀ ਨਾਲ ਭਰਨੀ ਹੈ? ਉਹੀ ਨਹੀਂ ਅੱਜ ਕੱਲ ਮਿਲਦਾ ਹੈ। ਸ਼ਟ ਅਪ ਸ਼ਟ ਅਪ, ਮੈਂ ਇੱਕ ਫਿਕਰਾ ਬੋਲੂੰਗਾ, ਤੂੰ ਖਾਲੀ ਥਾਂ ਭਰਨੀ ਆ। ਇੱਕ ਬੜੀ ਮਸ਼ਹੂਰ ਕਹਾਵਤ ਹੈ, 900 ਚੂਹੇ ਖਾ ਕੇ ਬਿੱਲੀ ਡੈਸ਼ ਡੈਸ਼ ਚੱਲੀ। ਇਹਦੇ ਚ ਭਰੋ ਕੀ ਭਰਨਾ? ਕਹਿੰਦਾ ਜੀ 900 ਚੂਹੇ ਖਾ ਕੇ ਬਿੱਲੀ ਟੇਢੀ ਮੇਢੀ ਚੱਲੀ। ਉਹ ਕਹਿੰਦੇ ਓਏ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਜਾਂਦੀ ਹੈ। ਉਹ ਕਹਿੰਦਾ ਸਰ ਜੀ 900 ਚੂਹੇ ਹੁੰਦੇ ਆ ਜੀ, 900 ਚੂਹੇ ਖਾ ਕੇ ਤਾਂ ਬਿੱਲੀ ਹਿੱਲ ਹੀ ਨਹੀਂ ਸਕਦੀ, ਮੈਂ ਤਾਂ ਜੀ ਫੇਰ ਟੇਢੀ ਮੇਢੀ ਚਲਾਤੀ। ਉਹ ਕਹਿੰਦੇ ਸਾਰੇ ਬੱਚੇ ਬਹਿ ਜਾਓ, ਸਾਰੇ ਬੱਚੇ ਬਹਿ ਜਾਓ। ਟੀਚਰ ਆਪ ਖੜਾ ਹੈ, ਸਾਰੇ ਬੱਚੇ ਬਹਿ ਜਾਓ। ਜਿਹੜਾ ਤੁਹਾਡੇ ਤੋਂ ਸਭ ਤੋਂ ਗਧਾ ਹੈ ਨਾ ਉਹ ਖੜਾ ਹੋ ਜਾਓ। ਉਹੀ ਫੇਰ ਖੜਾ ਹੋ ਗਿਆ। ਹਾਂਜੀ ਅੱਛਾ ਤੂੰ ਹੈ ਫਿਰ ਗਧਾ? ਨਹੀਂ ਸਰ ਤੁਸੀਂ ਇਕੱਲੇ ਖੜੇ ਸੀ ਨਾ, ਫਿਰ ਤੁਹਾਡੀ ਕੰਪਨੀ ਲਈ ਖੜਾ ਹੋ ਗਿਆ। ਟੀਚਰ ਦੀ ਭਰਤੀ ਲਈ ਟੈਸਟ ਰੱਖਿਆ ਸਰਕਾਰ ਨੇ, ਕਈ ਤਰ੍ਹਾਂ ਦੇ, ਟੈਟ ਹੈ, ਫੈਟ ਹੈ, ਨੈਟ ਹੈ। ਟੀਚਰ ਦੀ ਭਰਤੀ ਲਈ ਤਾਂ ਇਹ ਹੈ ਕਿ ਉਹਨੂੰ 5 ਬੱਚੇ ਦੇ ਦਿਓ ਕਿ ਤੂੰ 1 ਮਹੀਨਾ 2 ਮਹੀਨੇ ਲਾ, ਇਹਦੇ ਵਿੱਚੋਂ ਜਿਹੜੀ ਤੈਨੂੰ ਪ੍ਰਤਿਭਾ ਨਜ਼ਰ ਆਉਂਦੀ ਹੈ ਉਹ ਦੱਸਣੀ, ਉਹਦੇ ਨੋਟਸ ਬਣਾਉਣੇ, ਇਸ ਬੱਚੇ ਦੇ ਅੰਦਰ ਖੂਬੀ ਕਿਆ ਨਜ਼ਰ ਆਈ। ਫਿਰ ਟੀਚਰ ਦੀ ਭਰਤੀ ਹੋਣੀ ਚਾਹੀਦੀ ਹੈ। ਉਹ ਹੈ ਟੀਚਰ। ਟੈਸਟ ਕਲੀਅਰ ਕਰਦੇ ਨੇ। ਤੁਸੀਂ ਤਾਂ ਆਪ ਹੀ ਕਿਤਾਬੀ ਕੀੜੇ ਬਣਾ ਰਹੇ ਹੋ ਤੇ ਆਪ ਬਣ ਰਹੇ ਹੋ। ਤੇ ਸਾਡੇ ਬੱਚਿਆਂ ਨੂੰ ਕੋਲੇ ਸਿਲੇਬਸ ਦੀਆਂ ਕਿਤਾਬਾਂ ਪੜ੍ਹ ਕੇ ਡਿਗਰੀਆਂ ਬਹੁਤ ਸਾਰੀਆਂ ਨੇ। ਉਹ ਪਿੱਛੇ ਟੈਕ ਲਾ ਦਿਓ, ਮੂਹਰੇ ਬੀ ਲਾ ਦਿਓ, ਸੀ ਟੈਕ ਲਾ ਦਿਓ, ਡੀ ਟੈਕ ਲਾ ਦਿਓ, ਉਹ ਲਾਈ ਜਾਂਦੇ ਆ। ਸਾਡੀ ਐਜੂਕੇਸ਼ਨ ਦਾ ਤਾਂ ਇਹ ਬਹੁਤ ਵੱਡਾ ਦੁਖਾਂਤ ਹੈ। ਕੋਈ ਹਲਵਾਈ ਹੈ, ਕੋਈ ਬੰਦਾ ਇਲੈਕਟ੍ਰੀਸ਼ੀਅਨ ਹੈ। ਯੂਨੀਵਰਸਿਟੀਜ਼ ਖੋਲ੍ਹਤੀਆਂ ਥਾਂ ਥਾਂ ਤੇ, ਸ਼ੋਰੂਮ, ਵੱਡੇ ਵੱਡੇ ਸ਼ੋਰੂਮ ਹੈ ਉਹਨਾਂ ਦੇ, ਸ਼ਾਪਿੰਗ ਮਾਲਸ ਹੈ, ਉੱਥੇ ਡਿਗਰੀਆਂ ਦੇ ਰਹੇ ਨੇ, ਪੈਸੇ ਲੈ ਰਹੇ ਨੇ। PhD ਬੰਦਿਆਂ ਦੀਆਂ ਆਪ ਇੰਟਰਵਿਊਜ਼ ਲੈਂਦੇ ਆ। ਜਾਣੀ ਕਿ ਉਹ ਇਕਨੋਮਿਕਸ ਦੇ ਵੀ ਮਾਹਰ ਹੈ, ਉਹ ਫਿਲਾਸਫੀ ਦੇ ਵੀ ਮਾਹਰ ਹੈ, ਉਹ ਸਾਈਕੋਲੋਜੀ ਦੇ ਵੀ ਮਾਹਰ ਹੈ, ਉਹ ਮੈਥਮੈਟਿਕਸ ਦੇ ਵੀ ਮਾਹਰ ਹੈ। ਆਪ PhD ਵਾਲੇ ਬੰਦੇ ਇਹਦੀ ਇੰਟਰਵਿਊਜ਼ ਲੈਂਦੇ ਨੇ ਤੇ PhD ਵਾਲਾ ਬੰਦਾ 10,000 ਰੁਪਏ ਤੇ ਰੱਖਦੇ ਨੇ ਜੀ ਉਹ। ਇਹ ਸਾਡਾ ਐਜੂਕੇਸ਼ਨ ਦੀ ਇਸ ਤੋਂ ਵੱਡੀ ਚਪੇੜ ਹੋਰ ਕੀ ਹੋ ਸਕਦੀ ਹੈ ਸਾਡੀ? ਕਿ ਜਿਹੜੇ ਬੰਦੇ ਐਜੂਕੇਸ਼ਨ ਦਾ ਇਹ ਧੰਦਾ ਕਰ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਐਜੂਕੇਸ਼ਨ ਕੀ ਹੁੰਦੀ ਹੈ, ਕਿਉਂਕਿ ਉਹਨਾਂ ਲਈ ਧੰਦਾ ਹੈ। ਇਹ ਤਾਂ ਮਿਸ਼ਨਰੀ ਹੁੰਦਾ ਸੀ, ਇਹ ਤਾਂ ਨਿਸ਼ਕਾਮ ਹੁੰਦਾ ਸੀ। ਇਹ ਥਾਂ ਥਾਂ ਤੇ ਖੁੱਲੀ ਯੂਨੀਵਰਸਿਟੀਜ਼, ਇਹ ਵੱਡੇ ਵੱਡੇ ਸ਼ਾਪਿੰਗ ਮਾਲਸ ਨੂੰ ਵੇਖ ਕੇ ਲੱਗਦਾ ਵੀ ਸਿਰਫ ਐਜੂਕੇਸ਼ਨ ਦਾ ਮਤਲਬ ਇਹ ਹੈ ਕਿ ਸੋਹਣੀਆਂ ਸੋਹਣੀਆਂ ਬਿਲਡਿੰਗਸ, ਬਹੁਤ ਜ਼ਿਆਦਾ ਤੇ ਬਹੁਤ ਵੱਡਾ ਸਟਾਫ। ਕਿਹਨੇ ਕਿਹਾ ਕਿ ਬਿਲਡਿੰਗਸ ਦੇ ਨਾਲ ਐਜੂਕੇਸ਼ਨ ਚੱਲਦੀ ਹੈ? ਸ਼ਾਂਤੀ ਨਿਕੇਤਨ ਦੇ ਵਿੱਚ ਜਾ ਕੇ ਦੇਖ ਲਿਓ, ਜਦੋਂ ਰਵਿੰਦਰ ਨਾਥ ਟੈਗੋਰ ਜੀ ਪੜ੍ਹਾਉਂਦੇ ਹੁੰਦੇ ਸੀ ਸ਼ਾਂਤੀ ਨਿਕੇਤਨ, ਬਿਲਡਿੰਗਸ ਹੀ ਨਹੀਂ, ਦਰਖਤਾਂ ਦੇ ਥੱਲੇ ਯੂਨੀਵਰਸਿਟੀ ਚੱਲ ਰਹੀ ਹੈ। ਔਰ ਬਦਲਾਅ ਸਾਨੀ ਵਰਗੇ ਸੂਖਮ ਕਲਾਕਾਰ, ਬਹੁਤ ਸੂਖਮ ਰਾਈਟਰ, ਸੰਵੇਦਨਸ਼ੀਲ, ਉਹ ਉੱਥੇ ਅਧਿਆਪਕ ਹੁੰਦੇ ਆ, ਹਿੰਦੀ ਪੜ੍ਹਾਉਂਦੇ ਆ। ਸੋ ਇਹੋ ਜਿਹੇ ਇੰਸਟੀਚਿਊਟ ਜਿੱਥੇ ਕੁਝ ਵੀ ਹੈ ਨਹੀਂ, ਬਟ ਉਹਨਾਂ ਦੇ ਵਿਦਿਆਰਥੀ ਜਿਹੜੇ ਮਾਰ ਕੇ ਮਾਰਦੇ। ਸੋਨਮ ਵਾਂਗਚੁਕ, ਜਿੱਥੇ ਫੇਲੀਅਰਸ ਨੂੰ ਇਨਵਾਈਟ ਕੀਤਾ ਜਾਂਦਾ ਕਿ ਫੇਲੀਅਰਸ ਆਉਣ, ਜਿਨ੍ਹਾਂ ਨੂੰ ਨਕਾਰ ਦਿੱਤਾ ਹੈ, ਸਾਡੇ ਸਿਸਟਮ ਨੇ ਨਕਾਰ ਦਿੱਤਾ ਹੈ। ਟੀਚਰ ਉਹ ਜਿਹੜਾ ਤੁਹਾਡੇ ਅੰਦਰ ਦਾ ਕੋਈ ਗੁਣ ਪਛਾਣੇ। ਟੀਚਰਸ ਨੇ, ਐਜੂਕੇਸ਼ਨ ਨੇ ਸਾਡੇ ਬੱਚਿਆਂ ਦੀ ਇਮੈਜੀਨੇਸ਼ਨ ਖਤਮ ਕਰ ਦਿੱਤੀ, ਜਿਹੜੀ ਕਿ ਇੱਕ ਉਹਦੀ ਮੌਲਿਕ ਹੁੰਦੀ ਹੈ। ਬੱਚਾ ਇਮੈਜਿਨ ਕਰਦਾ ਹੈ, ਇੱਕ ਖਿਡੌਣੇ ਦੇ ਨਾਲ ਗੱਲਾਂ ਕਰ ਲੈਂਦਾ ਹੈ। ਇਹ ਬੱਚੇ 'ਚ ਹੀ ਕਾਬਲੀਅਤ ਹੈ। ਸਾਨੂੰ ਸਾਰਿਆਂ ਨੂੰ ਪਤਾ ਵੀ ਖਿਡੌਣਾ ਬੋਲ ਨਹੀਂ ਸਕਦਾ, ਖਿਡੌਣਾ ਤੁਰ ਨਹੀਂ ਸਕਦਾ, ਬੱਚਾ ਉਹਦੇ ਨਾਲ ਗੱਲ ਕਰ ਲੈਂਦਾ। ਬੱਚਾ ਉਸ ਸਰਾਣੇ ਦੇ ਨਾਲ ਖੇਲ ਲੈਂਦਾ, ਇਹ ਉਹਦੀ ਇਮੈਜੀਨੇਸ਼ਨ ਪਾਵਰ ਹੈ। ਉਹਨੂੰ ਲੱਗਦਾ ਕਿ ਸਰਾਣਾ ਵੀ ਜਵਾਬ ਦੇ ਰਿਹਾ ਮੈਨੂੰ। ਬੱਚਾ ਬੋਲ ਨਾਲ ਗੱਲ ਕਰ ਲੈਂਦਾ। ਬੱਚਾ ਪੱਥਰਾਂ ਨੂੰ ਛੂ ਲੈਂਦਾ, ਪੱਥਰਾਂ ਨੂੰ ਆਪਣੀ ਜੇਬ 'ਚ ਪਾ ਲੈਂਦਾ ਵੀ ਇਹ ਮੇਰੀ ਚੀਜ਼ ਹੈ, ਪੱਥਰ ਮੇਰਾ ਆਪਣਾ ਹੈ। ਉਹ ਟੋਏ ਨੂੰ ਦੁੱਧ ਵੀ ਪਿਲਾਉਂਦਾ, ਉਹ ਟੋਏ ਨੂੰ ਨੁਹਾ ਵੀ ਦਿੰਦਾ। ਇਹ ਬੱਚੇ ਦੀ ਕਾਬਲੀਅਤ ਹੁੰਦੀ, ਕਿਉਂਕਿ ਉਹਦੀ ਇਮੈਜੀਨੇਸ਼ਨ
ਕੁਦਰਤ ਨੇ ਦਿੱਤੀ ਹੈ। ਫਿਰ ਅਸੀਂ ਉਹਨੂੰ ਖਤਮ ਕਰਨਾ ਸ਼ੁਰੂ ਕਰਦੇ ਹਾਂ। ਉਹਨੂੰ ਐਸੇ ਆਉਂਦਾ ਛੋਟੇ ਹੁੰਦੇ, ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਕੀ ਕਰਦਾ, ਤਾਂ ਇੱਕ ਰਟਾਇਆ ਜਵਾਬ, ਮਾਈ ਬੈਸਟ ਫਰੈਂਡ। ਉਹ ਮੇਰਾ ਬੈਸਟ ਫਰੈਂਡ ਹੈ, ਉਹਦੇ ਮੰਮੀ ਡਾਕਟਰ ਹੈ, ਉਹਦਾ ਫਾਦਰ ਹੈ ਜਿਹੜਾ ਇਹ ਕੰਮ ਕਰਦਾ ਹੈ, ਉਹ ਇੰਨੇ ਵਜੇ ਉੱਠਦਾ ਹੈ, ਉਹੀ ਮੇਰਾ ਬੈਸਟ ਫਰੈਂਡ ਹੈ। ਇੱਕ ਰਟਾਇਆ ਉਹ ਬੱਚਾ ਆਪਣੇ ਆਪ ਇਮੈਜਨ ਕਰੇ ਨਾ, ਮੇਰਾ ਬੈਸਟ ਫਰੈਂਡ ਹੈ, ਮੈਂ ਉਹਦੇ ਬਾਰੇ ਆਪ ਲਿਖਾਂ। ਜੇ ਮੈਂ ਪ੍ਰਧਾਨ ਮੰਤਰੀ ਹੁੰਦਾ, ਇੱਕ ਬੱਚੇ ਨੂੰ ਕ੍ਰੀਏਟਿਵ ਰਾਈਟਿੰਗ ਦੇ ਵਿੱਚ ਅਸੀਂ ਕਰਵਾਇਆ ਤਾਂ ਬੱਚੇ ਨੇ ਬੜਾ ਖੂਬਸੂਰਤ ਜਿਹਾ ਲਿਖਿਆ। ਜੇ ਮੈਂ ਪ੍ਰਧਾਨ ਮੰਤਰੀ ਹੁੰਦਾ, ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਨੂੰ ਜਾਂਦੀ ਹੋਈ ਸੜਕ ਠੀਕ ਕਰਾਉਂਦਾ, ਜਿਹਦੇ ਉੱਤੇ ਤੁਰਦਿਆਂ ਹੋਇਆ ਮੇਰੇ ਬਾਪੂ ਦਾ ਐਕਸੀਡੈਂਟ ਹੋ ਗਿਆ ਤੇ ਅੱਜ ਤੱਕ ਹਸਪਤਾਲ ਦੇ ਵਿੱਚ ਬੈੱਡ ਦੇ ਉੱਤੇ ਪਿਆ ਹੈ। ਉਹਦੀ ਇਮੈਜੀਨੇਸ਼ਨ ਆਪਣੀ। ਲੀਨਾਰਦੋ ਵਿੰਚੀ ਫਰਾਂਸ ਦੇ ਮਸ਼ਹੂਰ ਚਿੱਤਰਕਾਰ, ਜਿਨ੍ਹਾਂ ਨੇ ਆਪਣੀ ਇਮੈਜੀਨੇਸ਼ਨ ਪਾਵਰ ਨੂੰ ਇੰਨਾ ਸਟਰੋਂਗ ਕਰ ਲਿਆ ਸੀ ਕਿ ਅੱਜ ਤੋਂ 500 ਸਾਲ ਪਹਿਲਾਂ ਵੀ ਹੈਲੀਕਾਪਟਰ ਦਾ ਮਾਡਲ ਬਣਾ ਦਿੱਤਾ ਸੀ। ਇਮੈਜੀਨੇਸ਼ਨ ਦਾ ਮਤਲਬ ਦੂਰ ਤੱਕ ਸੋਚਣਾ, ਕਿਸੇ ਬਾਰੇ ਵੀ ਸੋਚਣਾ, ਕੁਝ ਵੀ ਸੋਚਣਾ। ਜਿੰਨੇ ਵੱਡੇ ਬਿਜ਼ਨਸਮੈਨ ਹੁੰਦੇ ਨੇ, ਇਮੈਜਿਨ ਕਰਦੇ ਨੇ ਕਿ ਆਹ ਬਿਜ਼ਨਸ ਸਾਡਾ ਚੱਲੂਗਾ, 1 ਸਾਲ ਬਾਅਦ ਇਹਦਾ ਰਿਜ਼ਲਟ ਆਊਗਾ, 2 ਸਾਲ ਬਾਅਦ ਆਊਗਾ, 5 ਸਾਲ ਬਾਅਦ ਆਊਗਾ। ਪ੍ਰਾਪਰਟੀ ਡੀਲਰ ਆ, ਪ੍ਰਾਪਰਟੀ ਨੂੰ ਦੇਖ ਕੇ ਇੱਕ ਇਮੈਜੀਨੇਸ਼ਨ ਕਰਦੇ ਆ ਕਿ ਇਸ ਤੋਂ ਬਾਅਦ ਇਹ ਪ੍ਰਾਪਰਟੀ ਦਾ ਰੇਟ ਇੰਨਾ ਹੋ ਜਾਊਗਾ, ਸਾਨੂੰ ਇੰਨਾ ਮੁਨਾਫਾ ਹੋਊਗਾ। ਤੇ ਸਾਡੀ ਐਜੂਕੇਸ਼ਨ ਪ੍ਰਣਾਲੀ ਸਭ ਤੋਂ ਵੱਧ ਧੱਕੀਆ ਨੂੰ ਸੀ। ਸਾਡੀ ਇਮੈਜੀਨੇਸ਼ਨ ਸਿਸਟਮ, ਸਾਡੀ ਜਿਹੜੀ ਪਾਵਰ ਹੈ ਉਸ ਨੂੰ ਖਤਮ ਕਰ ਰਹੀ ਹੈ। ਦੁਨੀਆ ਦਾ ਇੱਕ ਮਸ਼ਹੂਰ ਨਾਟਕ ਰਿਫੰਡ, ਫ੍ਰਿਟਸ ਕੈਰਨਥੀ ਦਾ ਲਿਖਿਆ, ਐਡਾ ਵੱਡਾ ਵਿਅੰਗ ਕਿ ਇੱਕ ਵਿਦਿਆਰਥੀ ਆਪਣੇ ਸਕੂਲ ਦੇ ਉੱਤੇ ਕਲੇਮ ਕਰਦਾ ਹੈ ਕਿ ਮੈਂ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਿਆ, ਤੁਸੀਂ ਮੈਨੂੰ ਸਹੀ ਐਜੂਕੇਸ਼ਨ ਨਹੀਂ ਦਿੱਤੀ, ਜੇ ਮੈਨੂੰ ਸਹੀ ਐਜੂਕੇਸ਼ਨ ਦਿੱਤੀ ਹੁੰਦੀ ਤਾਂ ਮੈਂ ਕਾਮਯਾਬ ਹੋ ਜਾਂਦਾ। ਸਾਰੇ ਸਕੂਲ 'ਚ ਰੌਲਾ ਪੈ ਗਿਆ। ਉਹ ਕਹਿੰਦਾ ਜੀ ਮੇਰੀ ਫੀਸ ਰਿਫੰਡ ਕਰੋ, ਤੁਸੀਂ ਜੇ ਮੈਨੂੰ ਕਿਸੇ ਕਾਬਲ ਬਣਾਇਆ ਹੁੰਦਾ ਤਾਂ ਮੈਂ ਕਾਬਲ ਬਣ ਜਾਂਦਾ। ਤਾਂ ਸਾਰੇ ਸਕੂਲ ਦੇ ਵਿੱਚ ਹਲਚਲ ਮਚ ਗਈ। ਅੰਤ ਦੇ ਵਿੱਚ ਚਲਾਕ ਸਿਸਟਮ ਸਾਡਾ ਚਲਾਕੀ ਭਰਿਆ ਡਿਸੀਜਨ ਲੈਂਦਾ ਕਿ ਪੁੱਤ ਅਸੀਂ ਤੇਰਾ ਇੱਕ ਟੈਸਟ ਲਵਾਂਗੇ, ਜੇ ਤਾਂ ਤੂੰ ਸਾਡਾ ਟੈਸਟ ਪਾਸ ਕਰ ਗਿਆ ਇਹਦਾ ਮਤਲਬ ਅਸੀਂ ਤੈਨੂੰ ਪੜ੍ਹਾਇਆ, ਜੇ ਤੂੰ ਸਾਡਾ ਟੈਸਟ ਪਾਸ ਨਾ ਕਰ ਸਕਿਆ ਅਸੀਂ ਤੇਰੀ ਫੀਸ ਰਿਫੰਡ ਕਰ ਦਿਆਂਗੇ। ਕਿਉਂਕਿ ਉਹਨਾਂ ਨੂੰ ਡਰ ਸੀ ਵੀ ਬੰਦਾ ਕੋਰਟ ਵਿੱਚ ਨਾ ਚੱਲ ਜਾਏ। ਉਸ ਤੋਂ ਬਾਅਦ ਦੁਨੀਆ ਦੇ ਇੱਕ ਇਹੋ ਜਿਹਾ ਟੈਸਟ ਆਰੰਭ ਹੁੰਦਾ ਹੈ ਜਿੱਥੇ ਟੀਚਰ ਉਹਨੂੰ ਫੇਲ ਨਹੀਂ, ਪਾਸ ਕਰਨਾ ਚਾਹੁੰਦਾ ਤੇ ਬੱਚਾ ਹੈ ਜਿਹੜਾ ਉਹ ਫੇਲ ਹੋਣਾ ਚਾਹੁੰਦਾ ਤੇ ਜਾਣ-ਬੁੱਝ ਕੇ ਉਹ ਸੋਚ ਸਮਝ ਕੇ ਗਲਤ ਜਵਾਬ ਦਿੰਦਾ, ਪਰ ਟੀਚਰ ਉਹਨੂੰ ਫੇਰ ਵੀ ਸਹੀ ਗਰਦਾਨ ਦਿੰਦੇ। ਅੰਤ ਦੇ ਵਿੱਚ ਨਤੀਜਾ ਇਹ ਕੱਢਦੇ ਆ ਕਿ ਤੂੰ ਪਾਸ ਆ ਸਾਡੇ ਲਿੱਤੇ ਹੋਏ ਟੈਸਟ ਦੇ ਵਿੱਚ, ਸਵਾਲ ਵੀ ਟੀਚਰ ਦੇ ਤੈਅ ਵੀ ਉਹੀ ਕਰ ਰਿਹਾ ਵੀ ਤੂੰ ਸਹੀ ਦਿੱਤਾ ਕਿ ਗਲਤ ਦਿੱਤਾ, ਤੇ ਅੰਤ ਦੇ ਵਿੱਚ ਉਹਨੂੰ ਨਾ ਲੱਕੜ ਦਾ ਬਾਂਦਰ ਦੇ ਕੇ ਤੋੜ ਦਿੰਦੇ ਆ ਵੀ ਤੈਨੂੰ ਅਸੀਂ ਪੜਾਇਆ, ਇਹ ਤੇਰੀ ਬੇਵਕੂਫੀ ਹੈ, ਇਹ ਤੇਰੀ ਨਲਾਇਕੀ, ਤੂੰ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ। ਕਿੱਡਾ ਕ੍ਰਾਂਤੀਕਾਰੀ ਨਾਟਕ ਸੀ ਉਹ। ਸਕੂਲਾਂ ਕਾਲਜਾਂ 'ਚ ਉਹਨੂੰ ਖੇਡਣ ਨਹੀਂ ਦਿੱਤਾ ਜਾਂਦਾ। ਉਹ ਕਹਿੰਦੇ ਐ ਤਾਂ ਵਿਦਿਆਰਥੀ ਜਾਗਰੂਕ ਹੋ ਜਾਣਗੇ, ਸਾਡੇ ਤੇ ਕੇਸ ਕਰਨਾ ਸ਼ੁਰੂ ਕਰ ਦੇਣਗੇ। ਕਰਨਾ ਵੀ ਚਾਹੀਦਾ। ਦਿੱਲੀ ਦੇ ਵਿੱਚ ਇੱਕ ਕੇਸ ਹੋਇਆ ਇਹੋ ਜਿਹਾ, ਇੱਕ ਵਕੀਲ ਨੇ ਕੇਸ ਕੀਤਾ, ਬੱਚਾ ਫੇਲ ਹੋ ਗਿਆ, ਉਹਨੇ ਕਿਹਾ ਮੇਰੀ ਫੀਸ ਮੋੜੋ, ਮੇਰੇ ਬੱਚੇ ਦੀ ਜਿਹੜੀ ਫੀਸਾਂ ਜਿੰਨੀਆਂ ਵੀ ਸਾਰੀਆਂ ਮੋੜੋ, ਜਦ ਮੈਂ ਤੁਹਾਨੂੰ ਫੀਸ ਦਿੱਤੀ ਹੈ ਤੁਸੀਂ ਕਿਉਂ ਨਹੀਂ ਪੜਾਏ, ਬੱਚਾ ਫੇਲ ਕਿਵੇਂ ਹੋ ਗਿਆ। ਤੇ ਐਜੂਕੇਸ਼ਨ ਸਿਸਟਮ ਹੁਣ ਬੜਾ ਚਲਾਕ ਹੋ ਗਿਆ। ਉਹ ਤੁਹਾਡਾ ਬੱਚਾ ਕੁਝ ਵੀ ਨਾ ਕਰੇ ਤਾਂ ਵੀ A ਗ੍ਰੇਡ, ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ 80% ਨੰਬਰ ਲੈ ਲਏ। ਉਹ ਚਲਾਕੀ ਹੁੰਦੀ ਉਹਨਾਂ ਦੀ। ਮੇਰਾ ਇੱਕ ਵਿਦਿਆਰਥੀ ਜਿਹੜਾ 10ਵੀਂ 'ਚ ਫੇਲ ਹੋ ਜਾਂਦਾ, ਕੰਪਿਊਟਰ ਦੇ ਵਿੱਚ ਉਹਦਾ ਹੱਥ ਹੈ, ਮੈਨੂੰ ਖੁਸ਼ੀ ਹੈ। ਉਹ ਮੈਨੂੰ ਕਹਿੰਦਾ ਜੀ ਮੇਰੀ ਕਿਤੇ ਸਿਫਾਰਿਸ਼ ਪਾ ਕੇ ਮੇਰੀ 10ਵੀਂ ਪਾਸ ਕਰਾ ਦਿਓ। ਮੈਂ ਕਿਹਾ 10ਵੀਂ ਪਾਸ ਕਰਕੇ ਕੀ ਕਰੇਗਾ? ਕਹਿੰਦਾ ਜੀ +2 ਕਰੂੰਗਾ। ਮੈਂ ਕਿਹਾ ਫਿਰ ਕੀ ਕਰੇਗਾ? ਕਹਿੰਦਾ ਗ੍ਰੈਜੂਏਸ਼ਨ ਕਰੂੰਗਾ। ਮੈਂ ਕਿਹਾ ਫਿਰ ਕੀ ਕਰੇਗਾ? ਕਹਿੰਦਾ ਜੀ ਐਡੀਟਿੰਗ ਦਾ ਕੰਮ ਸਿੱਖੂੰਗਾ। ਮੈਂ ਕਿਹਾ ਫਿਰ ਕੀ ਕਰੇਗਾ? ਕਹਿੰਦਾ ਜੀ ਫਿਰ ਮੈਂ ਐਡੀਟਰ ਬਣ ਜਾਊਂਗਾ। ਮੈਂ ਕਿਹਾ ਫਿਰ? ਕਹਿੰਦਾ ਅੱਗੇ ਨਹੀਂ ਸੋਚਿਆ ਜੀ ਮੈਂ ਕਿਹਾ ਇੰਨੀ ਦੂਰ ਜਾਣ ਦੀ ਕੀ ਲੋੜ ਹੈ, ਤੂੰ ਪਹਿਲਾਂ ਹੀ ਇਸ ਕੰਮ ਦੇ ਵਿੱਚ ਪੈ ਜਾ। ਉਹ 10ਵੀਂ ਫੇਲ ਵਿਦਿਆਰਥੀ ਹੈ ਜਿਹੜਾ, ਉਹ ਐਡੀਟਿੰਗ ਸਿੱਖਦਾ, ਐਡੀਟਿੰਗ ਸਿੱਖਦਿਆਂ ਨੂੰ ਜੌਬ ਮਿਲ ਜਾਂਦੀ ਹੈ। ਚੰਡੀਗੜ੍ਹ ਦੇ ਵਿੱਚ ਹੋਰ ਐਡਵਾਂਸ ਟ੍ਰੇਨਿੰਗ ਕਰਦਾ ਹੈ। ਤਾਂ ਉਹ 22 ਸਾਲ ਦਾ ਐਡੀਟਰ ਅੱਜ ਵੈਡਿੰਗ ਦਾ ਬਹੁਤ ਵਧੀਆ ਕੈਮਰਾਮੈਨ ਹੈ, ਵੈਡਿੰਗ ਪਲੈਨਰ ਹੈ, ਔਰ ਵਿਪਨ ਭਨੋਟ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਔਰ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਵਿਪਨ ਭਨੋਟ, ਸਭ ਤੋਂ ਵਧੀਆ ਫੋਟੋਗ੍ਰਾਫਰ, ਸਿਰਫ 22 ਸਾਲ ਉਮਰ। ਸੋ ਅਸੀਂ ਮਾਣ ਕਰ ਸਕਦੇ ਹਾਂ ਕਿ ਅਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਟ੍ਰਾਂਜੈਕਸ਼ਨ ਕਰ ਦਿੱਤੀ। ਸੋ ਜਦੋਂ ਤੁਸੀਂ
ਆਪਣੇ ਲਈ, ਆਪਣੇ ਬੱਚਿਆਂ ਦੇ ਲਈ ਕੋਈ ਵੀ ਇੰਸਟੀਚਿਊਟ ਖੋਜਣਾ ਹੈ ਤਾਂ ਟੀਚਰ ਨੂੰ ਜਾ ਕੇ ਇਹੀ ਸਵਾਲ ਕਰੋ ਕਿ ਮੇਰੇ ਬੱਚੇ ਦੇ ਅੰਦਰ ਪ੍ਰਤਿਭਾ ਹੈ ਕੀ। ਜਿਹੜਾ ਪ੍ਰੋਗਰੈਸ ਕਾਰਡ ਤੁਹਾਨੂੰ ਦਿੰਦੇ ਆ ਨਾ ਬੱਚਿਆਂ ਦਾ, ਸਭ ਤੋਂ ਪਿੱਛੇ ਕਾਲਮ ਬਣਿਆ ਹੁੰਦਾ ਹੌਬੀਜ਼ ਦਾ। ਸਭ ਤੋਂ ਅੱਗੇ ਹੋਣਾ ਚਾਹੀਦਾ, ਸਭ ਤੋਂ ਅੱਗੇ ਮੈਥ, ਅੰਗਰੇਜ਼ੀ, ਸਾਇੰਸ, ਇਹੋ ਜਿਹੇ ਕਾਲਮ ਬਣੇ ਹੁੰਦੇ ਆ। ਬੱਚੇ ਦੀ ਜੇ ਹੌਬੀ ਪ੍ਰਫੁੱਲਿਤ ਹੋਊਗੀ, ਹਫਤੇ ਵਿੱਚ ਇੱਕ ਪੀਰੀਅਡ ਰੱਖਿਆ ਹੁੰਦਾ ਹੌਬੀਜ਼ ਦਾ, ਹੌਬੀ ਕਲਾਸ ਵਾਲਾ ਪਾਰਟ ਟਾਈਮ ਲੈਕਚਰਰ ਰੱਖਿਆ ਹੁੰਦਾ, ਪਾਰਟ ਟਾਈਮ ਟੀਚਰ। ਬੱਚੇ ਦੀ ਜੇ ਹੌਬੀ ਤੁਸੀਂ ਖੋਜ ਲਈ, ਇਹਦਾ ਮਤਲਬ ਬੱਚੇ ਨੂੰ ਇੱਕ ਲੱਗੂਗਾ ਕਿ ਮੇਰੀ ਖੁਸ਼ੀ ਵਾਲੀ ਚੀਜ਼ ਇਹ ਕਰ ਰਿਹਾ। ਬੱਚਾ ਭੱਜ ਕੇ ਸਕੂਲ ਜਾਊਗਾ। ਬੱਚੇ ਨੂੰ ਫਿਰ ਢਿੱਡ ਦਰਦ ਦੇ, ਦੰਦ ਦਰਦ ਦੇ, ਤਬੀਅਤ ਖਰਾਬ ਹੋਣ ਦੇ ਬਹਾਨੇ ਲਾਉਣ ਦੀ ਲੋੜ ਨਹੀਂ ਪੈਣੀ। ਸਵਾਤ ਘਾਟੀ ਦੀ ਨਿੱਕੀ ਜਿਹੀ ਬਲੜੀ, ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਆਪਣੀ ਬਾਇਓਗ੍ਰਾਫੀ ਦੇ ਵਿੱਚ ਲਿਖਦੀ ਹੈ, ਜੇ ਮੇਰਾ ਪਿਤਾ ਮੇਰਾ ਟੀਚਰ ਨਾ ਹੁੰਦਾ। ਉਹਦੇ ਪਿਤਾ ਦਾ ਸਕੂਲ ਸੀ ਜਿੱਥੇ ਉਹ ਪੜ੍ਹਦੀ ਸੀ। ਮਲਾਲਾ ਯੂਸਫਜ਼ਈ ਇਸ ਕਰਕੇ ਮਸ਼ਹੂਰ ਨਹੀਂ ਹੋਈ ਹੈ ਕਿ ਉਹਦੇ ਉੱਤੇ ਅੱਤਵਾਦੀਆਂ ਨੇ ਗੋਲੀਆਂ ਚਲਾਈਆਂ। ਬੜੇ ਬੱਚਿਆਂ ਤੇ ਚਲਾਈਆਂ ਨਾ ਉਹਨਾਂ ਨੇ ਗੋਲੀਆਂ, ਬੜੇ ਸਕੂਲ ਫੂਕੇ ਨੇ ਉਹਨਾਂ ਨੇ, ਅੱਜ ਵੀ ਨਹੀਂ ਕਰਨ ਦਿੰਦੇ। ਮਲਾਲਾ ਯੂਸਫਜ਼ਈ ਇੱਕ ਡਾਇਰੀ ਲਿਖਦੀ ਹੁੰਦੀ ਸੀ, ਜਿਹਦੇ ਵਿੱਚ ਉੱਥੇ ਦਾ ਵਰਤਾਂਤ ਲਿਖਦੀ ਸੀ। ਉਹ ਡਾਇਰੀ ਦੇ ਪੰਨੇ ਪੜ੍ਹ ਕੇ ਉਹਦਾ ਪਿਤਾ BBC ਦੇ ਰੇਡੀਓ ਨੂੰ ਇੱਕ ਉਹਦੀ ਲਿਖਤਾਂ ਭੇਜਦਾ ਹੈ, ਤੇ BBC ਲੰਡਨ ਜਿਹੜੀ ਕਿ ਉੱਥੇ ਉਸ ਭਾਸ਼ਾ ਦੇ ਵਿੱਚ ਚੱਲਦੀ ਹੈ, ਉੱਥੇ ਬ੍ਰੌਡਕਾਸਟ ਹੁੰਦੀ ਹੈ। ਤੇ ਡੇਲੀ ਮਲਾਲਾ ਯੂਸਫਜ਼ਈ ਆਪਣੀਆਂ ਆਬਜ਼ਰਵੇਸ਼ਨਸ ਲਿਖਦੀ ਹੈ। ਉਹਦਾ ਪਿਤਾ ਉਹੀ ਆਬਜ਼ਰਵੇਸ਼ਨਸ BBC ਨੂੰ ਭੇਜਦਾ ਹੈ। BBC ਉਹਦਾ ਅਨੁਵਾਦ ਕਰਕੇ ਅਫਗਾਨਿਸਤਾਨ 'ਚ ਬ੍ਰੌਡਕਾਸਟ ਕਰਦੀ ਹੈ। ਉਹ ਇਸ ਕਰਕੇ ਅੱਤਵਾਦੀਆਂ ਦੀ ਨਜ਼ਰ ਵਿੱਚ ਆਈ ਕਿਉਂਕਿ ਉਹਦਾ ਪਿਤਾ ਉਹਦੀ ਪ੍ਰਤਿਭਾ ਨੂੰ ਜਾਣ ਗਿਆ ਸੀ ਕਿ ਮੇਰੀ ਬੱਚੀ ਬਹੁਤ ਵੱਡੀ ਥਿੰਕਰ ਹੈ, ਇਹਦੀ ਆਬਜ਼ਰਵੇਸ਼ਨ ਪਾਵਰ ਹੈ। ਇਹ ਉਸ ਤੋਂ ਬਾਅਦ ਹੀ ਅੱਤਵਾਦੀਆਂ ਦੀ ਨਜ਼ਰ 'ਚ ਆਉਣ ਲੱਗ ਗਈ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਲੱਗਿਆ ਸੀ ਵੀ ਇਹ ਮਲਾਲਾ ਕੁੜੀ ਹੈ, ਇਹ ਭੇਜ ਰਹੀ ਹੈ ਅਸਲ 'ਚ ਨਾਂ ਬਦਲ ਕੇ। ਉਸ ਤੋਂ ਬਾਅਦ ਵੀ ਉਹਦੇ ਪਿਤਾ ਨੇ ਉਹਨੂੰ ਹਿੰਮਤ ਦਿੱਤੀ ਕਿ ਤੂੰ ਡਰਨਾ ਨਹੀਂ, ਤੂੰ ਲਿਖਦੀ ਰਹਿ, ਤੂੰ ਬੋਲਦੀ ਰਹਿ। ਉਸ ਤੋਂ ਬਾਅਦ ਉਹ TV 'ਚ ਆਉਣ ਲੱਗ ਗਈ, ਸਾਹਮਣੇ ਵੀ ਆਉਣ ਲੱਗ ਗਈ ਲੋਕਾਂ ਦੇ। ਇਸੇ ਕਰਕੇ ਉਹ ਮਲਾਲਾ ਬਣੀ। ਸੋ ਟੀਚਰ ਹੈ ਜਿਹੜਾ ਤੁਹਾਡੀ ਪ੍ਰਤਿਭਾ ਨੂੰ ਜਦੋਂ ਜਾਣ ਗਿਆ ਤਾਂ ਨੋਬਲ ਪੁਰਸਕਾਰ ਵੀ ਤੁਹਾਡੇ ਲਈ ਛੋਟੇ ਪੈ ਜਾਣਗੇ। ਸੋ ਐਜੂਕੇਸ਼ਨ ਇੱਕ ਇਹੋ ਜਿਹਾ ਵਰਤਾਰਾ ਹੈ ਕਿ ਜਿਹੜਾ ਤੁਹਾਡੇ ਅੰਦਰ ਇੱਕ ਚੇਤਨਤਾ ਜਗਾਉਂਦਾ ਹੈ, ਤੁਹਾਡੀ ਕ੍ਰੀਏਟੀਵਿਟੀ ਨੂੰ ਜਗਾਉਂਦਾ ਹੈ, ਸੱਚੀ ਮੁੱਚੀ ਤੀਜਾ ਨੇਤਰ ਖੋਲਦਾ ਹੈ। ਪਰ ਸਾਡਾ ਸਿਸਟਮ ਸ਼ਾਇਦ ਸਾਡੀ ਅੱਖਾਂ ਨੂੰ ਭੈਂਗਾ ਕਰ ਰਿਹਾ। ਇਸੇ ਕਰਕੇ ਪਾਸ਼ ਨੇ ਕਿਹਾ, ਵਿਦਿਆ ਮਨੁੱਖ ਦਾ ਤੀਜਾ ਨੇਤਰ ਨਹੀਂ, ਸਗੋਂ ਦੋਹਾਂ ਅੱਖਾਂ ਦਾ ਟੀਰ ਹੈ। ਜ਼ਿੰਦਗੀ ਦੇ ਗੂੜੇ ਰੰਗਾਂ ਦਾ ਕੈਨਵਸ, ਸੁਖ ਜਿਹੇ ਮਦਹੋਸ਼ ਜਿਹੇ ਸਾਹ ਲੈਂਦੇ ਰੰਗਾਂ ਦਾ ਕੈਨਵਸ, ਆਪਣੀ ਤਸਵੀਰ ਦਾ ਕੈਨਵਸ, ਆਪਣੀ ਤਦਬੀਰ ਦਾ ਕੈਨਵਸ। ਦੋਸਤੋ, ਬਹੁਤ ਵਾਰੀ ਤੁਸੀਂ ਸੁਣਿਆ ਹੋਊਗਾ ਕਿ ਸਭ ਤੋਂ ਸੱਚੀਆਂ ਮਿੱਤਰ ਸਾਡੀਆਂ ਕਿਤਾਬਾਂ ਹੁੰਦੀਆਂ ਨੇ। ਕਿਤਾਬਾਂ ਸੱਚੀ ਮੁੱਚੀ ਸਾਡੀਆਂ ਸਭ ਤੋਂ ਸਿਆਣੀਆਂ, ਸਭ ਤੋਂ ਬੇਬਾਕ ਤੇ ਸਭ ਤੋਂ ਗੁੱਝੀਆਂ ਮਿੱਤਰ ਹੁੰਦੀਆਂ ਨੇ, ਕਿਉਂਕਿ ਇਹ ਸਾਨੂੰ ਅਕਸ ਦਿਖਾਉਂਦੀਆਂ ਨੇ ਸਾਡੇ ਆਪਣੇ ਆਪ ਦਾ। ਦੁਨੀਆ ਦਾ ਸਭ ਤੋਂ ਰਿਚੈਸਟ ਪਰਸਨ ਬਿਲ ਗੇਟਸ, ਜਿਹੜਾ ਹਰ ਸਮੇਂ ਆਪਣੇ ਨਾਲ ਕੋਈ ਨਾ ਕੋਈ ਕਿਤਾਬ ਪੜ੍ਹਦਾ ਹੈ। ਇਸੇ ਕਰਕੇ ਉਹਨੂੰ ਅਹਿਸਾਸ ਹੋ ਗਿਆ ਕਿ ਪੈਸੇ ਹੀ ਸਭ ਕੁਝ ਨਹੀਂ ਹੁੰਦਾ। ਇਸ ਲਈ ਉਹਨੇ ਆਪਣੀ ਸਾਰੀ ਸੰਪत्ति ਦਾਨ ਕਰਤੀ, ਆਪਣੇ ਮੁੰਡੇ ਲਈ ਕੁਝ ਨਹੀਂ ਛੱਡਿਆ। ਆਪਣੇ ਮੁੰਡੇ ਨੂੰ ਕਿਹਾ ਕਿ ਮੈਂ ਆਪਣੇ ਰਾਹ ਆਪ ਚੁਣੇ ਸੀ, ਤੂੰ ਆਪਣੇ ਰਾਹ ਆਪ ਚੁਣ। ਤੇ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਕੋਈ ਆਪੱਤੀ ਨਹੀਂ ਹੋਈ। ਕਾਰਨ ਇਹ ਕਿਤਾਬਾਂ। ਇਹ ਕਿਤਾਬਾਂ ਤੁਹਾਨੂੰ ਆਪਣੇ ਆਪ ਦੇ ਨਾਲ ਇੱਕ ਰੂਬਰੂ ਹੋਣ ਦਾ ਮੌਕਾ ਦਿੰਦੀਆਂ ਨੇ। ਕੈਨਵਸ ਆਫ ਲਾਈਫ ਦੇ ਦਰਸ਼ਕਾਂ ਨੇ ਬੜੀ ਸਵਾਲ ਕੀਤਾ ਹੈ ਕਿ ਇਹੋ ਜਿਹੀਆਂ ਕਿਤਾਬਾਂ ਜਿਹੜੀਆਂ ਸਾਡੇ ਲਈ ਪੜ੍ਹਨੀਆਂ ਬੜੀਆਂ ਲਾਜ਼ਮੀ ਨੇ, ਜਿਨ੍ਹਾਂ ਨੇ ਸ਼ੁਰੂਆਤ ਕਰਨੀ ਹੈ ਖਾਸ ਤੌਰ ਤੇ ਸਾਹਿਤ ਦੀ, ਉਹਨਾਂ ਦੇ ਲਈ ਅੱਜ ਅਸੀਂ ਤੁਹਾਡੇ ਲਈ ਕਿਤਾਬਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਨ ਜਾ ਰਹੇ ਹਾਂ। ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਇਹ ਕਿਤਾਬਾਂ ਪਤਾ ਨਹੀਂ ਕਿਵੇਂ ਅਲੋਪ ਹੋ ਗਈਆਂ ਜਾਂ ਕਰ ਦਿੱਤੀਆਂ ਗਈਆਂ,
ਇਹ ਇੱਕ ਬਹਿਸ ਦਾ ਮੁੱਦਾ ਹੈ। ਸਵਾਲ ਇਹ ਹੈ ਕਿ ਸਾਡੀਆਂ ਲਾਇਬ੍ਰੇਰੀਆਂ ਅੱਜ ਸੁੰਨੀਆਂ ਨੇ ਤੇ ਸਾਡੇ ਠੇਕੇ ਭਰਪੂਰ ਨੇ। ਸਵਾਲ ਇਹ ਹੈ ਕਿ ਪੰਜਾਬ ਦਾ ਸਾਹਿਤਕਾਰ ਆਪਣੇ ਖਰਚੇ ਦੇ ਨਾਲ ਕਿਤਾਬ ਛਪਾਉਂਦਾ ਹੈ, ਆਪਣੇ ਖਰਚੇ ਦੇ ਨਾਲ ਕਿਤਾਬ ਦਾ ਰਿਲੀਜ਼ਿੰਗ ਸਮਾਰੋਹ ਕਰਦਾ ਹੈ ਤੇ ਆਪਣੇ ਖਰਚੇ ਦੇ ਨਾਲ ਹੀ ਕਿਤਾਬਾਂ ਘਰੋਂ ਘਰੀ ਵੰਡਣ ਜਾਂਦਾ ਹੈ। ਤੇ ਇਹ ਵੀ ਗੱਲ ਬੜੀ ਹਾਸੋਹੀਣੀ ਹੈ ਕਿ ਚੰਗੀ ਚੀਜ਼ ਹੈ ਉਹਦਾ ਖਰੀਦਦਾਰ ਕੋਈ ਨਹੀਂ ਤੇ ਜਿਹੜੀ ਮਾੜੀ ਚੀਜ਼ ਹੈ ਉਹ ਅਸੀਂ ਬਾਰਡਰ ਪਾਰ ਕਰਕੇ ਵੀ ਜਾ ਕੇ ਲੱਭ ਲਿਆਉਂਦੇ ਆ ਜਾ ਕੇ। ਸੋ ਹਰ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਦੇ ਉੱਤੇ ਇਹ ਕਿਤਾਬਾਂ ਗਿਫਟ ਕਰਨ ਦੀ ਲੋੜ ਹੈ। ਸਾਡੀਆਂ ਸਕੂਲਾਂ ਦੀਆਂ, ਕਾਲਜਾਂ ਦੀਆਂ ਲਾਇਬ੍ਰੇਰੀਆਂ 'ਚ ਬੇਅੰਤ ਕਿਤਾਬਾਂ ਪਈਆਂ। ਬਹੁਤ ਬਜਟ ਰੱਖਿਆ ਹੁੰਦਾ ਸਰਕਾਰ ਨੇ, ਪਈਆਂ ਨੇ, ਪਰ ਉਹ ਟੀਚਰਸ ਦੇ ਨਹੀਂ ਪੜ੍ਹੀਆਂ। ਜੇ ਟੀਚਰ ਨੇ ਨਹੀਂ ਪੜ੍ਹੀਆਂ ਉਹ ਬੱਚਿਆਂ ਨੂੰ ਕੀ ਮੋਟੀਵੇਟ ਕਰੂਗਾ ਕਿ ਇੱਥੇ ਤੋਂ ਸ਼ੁਰੂਆਤ ਕਰੋ। ਸੋ ਜ਼ਿੰਦਗੀ ਦੇ ਸੰਘਰਸ਼ ਦੇ ਲਈ ਬਹੁਤ ਜ਼ਰੂਰੀ ਹੈ। ਜਿਵੇਂ ਕਿ ਅਮਰੀਕ ਗਿੱਲ ਨੇ ਬੜਾ ਵਧੀਆ ਲਿਖਿਆ ਹੈ, ਬਹੁਤ ਮਸ਼ਹੂਰ ਲੇਖਕ ਨੇ ਫਿਲਮਾਂ ਦੇ। ਉਹਨਾਂ ਨੇ ਲਿਖਿਆ ਕਿ ਮੈਂ ਬਲਵੰਤ ਗਾਰਗੀ ਨੂੰ ਬਾਪੂ ਤੋਂ ਲੁਕ ਕੇ ਖੇਤਾਂ ਦੇ ਵਿੱਚ ਪੜ੍ਹਦਾ ਹੁੰਦਾ ਸੀ, ਕਿਉਂਕਿ ਮੇਰਾ ਬਾਪੂ ਕਹਿੰਦਾ ਸੀਗਾ ਇਹ ਕਿਤਾਬਾਂ ਨੇ ਜਿਹੜੀਆਂ ਇਹ ਤੁਹਾਨੂੰ ਵਿਗਾੜ ਦੇਣਗੇ, ਸਿਰਫ ਤੁਸੀਂ ਆਪਣੀ ਸਿਲੇਬਸ ਦੀ ਕਿਤਾਬ ਹੀ ਪੜ੍ਹੋ। ਤੇ ਜੋ ਬਲਵੰਤ ਗਾਰਗੀ ਨਾ ਪੜ੍ਹਦਾ ਹੁੰਦਾ ਤੇ ਉਹ ਫਿਲਮਾਂ ਦਾ ਲੇਖਕ ਨਾ ਬਣਦਾ। ਸੋ ਬਹੁਤ ਜ਼ਰੂਰੀ ਹੈ ਇਹ ਕਿਤਾਬਾਂ ਦੇ ਰੂਬਰੂ ਹੋਣਾ। ਸਭ ਤੋਂ ਪਹਿਲਾਂ ਸ਼੍ਰੀਮਤੀ ਕਿਰਨ ਬੇਦੀ ਜੀ, ਜਿਨ੍ਹਾਂ ਦਾ ਹਰ ਭਾਸ਼ਣ ਦੇ ਵਿੱਚ ਵੂਮਨ ਇੰਪਾਵਰਮੈਂਟ ਦੇ ਨਾਂ ਤੇ ਬਹੁਤ ਵੱਡਾ ਨਾਂ ਲਿਆ ਜਾਂਦਾ, ਬੜਾ ਸਤਿਕਾਰ ਨਾਲ ਲਿਆ ਜਾਂਦਾ ਹੈ। ਇਸ ਬਾਇਓਗ੍ਰਾਫੀ ਦੇ ਵਿੱਚ ਇਹ ਪਤਾ ਲੱਗਦਾ, ਇੰਪੋਰਟੈਂਟ ਗੱਲ ਇੱਕ ਇਹ ਹੈ ਜਿਹੜੀ ਮੈਨੂੰ ਲੱਗਦੀ ਹੈ ਕਿ ਉਹਨਾਂ ਦਾ ਨਾਂ ਐਵੇਂ ਨਹੀਂ ਬਣ ਗਿਆ। ਬਹੁਤ ਸੰਘਰਸ਼ ਕੀਤਾ ਉਹਨਾਂ ਨੇ, ਬੜੀ ਲੰਬੀ ਡਿਊਟੀ ਕੀਤੀ। ਅੰਤ ਦੇ ਵਿੱਚ ਉਹਨਾਂ ਨੂੰ ਖੂੰਜੇ ਲੈਣ ਲਾਇਆ ਗਿਆ ਜਦੋਂ ਉਹਨਾਂ ਨੇ ਕਮਿਸ਼ਨਰ ਬਣਨਾ ਸੀ। ਪਰੰਤੂ ਉਹਨਾਂ ਦੀ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਹੈ ਉਹ ਉਦੋਂ ਹੋਈ ਜਦੋਂ ਉਹਨਾਂ ਨੂੰ ਲਾਸਟ ਮੂਮੈਂਟ ਤੇ ਤਿਹਾੜ ਜੇਲ੍ਹ ਦੇ ਵਿੱਚ ਲਾਇਆ ਗਿਆ ਤੇ ਤਿਹਾੜ ਜੇਲ੍ਹ ਦੇ ਕੈਦੀਆਂ ਦੇ ਲਈ ਜੋ ਉਹਨਾਂ ਨੇ ਕੀਤਾ ਉਹਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਨੂੰ ਵੀ ਬੁਲਾਉਣਾ ਪਿਆ। ਔਰ ਜੇਲ੍ਹ ਦੇ ਲਈ ਕੀ ਕੁਝ ਕੀਤਾ ਜਾ ਸਕਦਾ ਹੈ, ਕਿਵੇਂ ਕੀਤਾ ਜਾ ਸਕਦਾ ਹੈ, ਇਹ ਕਿਰਨ ਬੇਦੀ ਦੀ ਇਸ ਕਿਤਾਬ ਤੋਂ ਵੱਧ ਕੋਈ ਨਹੀਂ ਜਾਣਦਾ। ਤੇ ਸਾਡਾ ਜੇਲ੍ਹ ਵਿਭਾਗ ਹੈ ਇਹ ਤੋਂ ਅਵਮੁੱਖ ਹੈ। ਇਸੇ ਕਰਕੇ ਸਾਡੀਆਂ ਜੇਲ੍ਹਾਂ ਨੇ ਜਿਹੜੀਆਂ ਉਹ ਗੈਂਗਸਟਰਾਂ ਦਾ ਅੱਡਾ ਬਣਦੀਆਂ ਜਾ ਰਹੀਆਂ ਨੇ। ਇਹਨਾਂ ਨੇ ਨਾਟਕ ਕਰਵਾਇਆ ਆਪਣੀ ਜੇਲ੍ਹ ਦੇ ਵਿੱਚ। ਇਹਨਾਂ ਨੇ ਨਾਟਕ ਕਰਾਇਆ ਮੰਟੋ ਦੀ ਕਹਾਣੀ ਤੇ ਆਧਾਰਿਤ ਟੋਬਾ ਟੇਕ ਸਿੰਘ, ਤੇ ਜਿਹਨੇ ਟੋਬਾ ਟੇਕ ਸਿੰਘ ਦਾ ਕਰੈਕਟਰ ਕੀਤਾ ਬਾ ਕਮਾਲ ਕੀਤਾ ਤੇ ਅਗਲੇ ਦਿਨ ਉਹਨੂੰ ਫਾਂਸੀ ਹੋਣੀ ਸੀ। ਇਹ ਇਹਨਾਂ ਦੀ ਮੋਟੀਵੇਸ਼ਨ ਦਾ ਕਮਾਲ ਸੀ ਕਿ ਉਹ ਭਰਪੂਰ ਜੀਵ ਗਿਆ। ਇਹ ਬਾਇਓਗ੍ਰਾਫੀ ਹੈ ਜਿਹੜੀ ਮਲਾਲਾ ਹੂੰ ਮੈਂ, ਮਲਾਲਾ ਯੂਸਫਜ਼ਈ। ਮਲਾਲਾ ਯੂਸਫਜ਼ਈ ਇਸ ਆਪਣੀ ਆਤਮ ਕਥਾ ਦੇ ਵਿੱਚ ਲਿਖਦੀ ਹੈ ਕਿ ਗੋਲੀ ਲੱਗਣ ਤੋਂ ਪਹਿਲਾਂ ਵੀ ਉਹਦੇ ਹਜ਼ਾਰਾਂ ਵਾਰੀ ਗੋਲੀਆਂ ਸਕੂਲਾਂ ਨੂੰ ਬੰਦ ਕਰਵਾ ਕੇ ਹੋਰ ਸਹੇਲੀਆਂ ਦੀ ਹੱਤਿਆਵਾਂ ਹੁੰਦੀਆਂ ਸੀ। ਉਹ ਸਾਰਾ ਜ਼ਿਕਰ ਹੈ। ਸਵਾਦ ਘਾਟੀ ਦੇ ਵਿੱਚ ਉਹ ਕਿਆ ਮਹਿਸੂਸ ਕਰਦੀ ਸੀ, ਕਿਸ ਤਰ੍ਹਾਂ ਦਾ ਉਹਦਾ ਸੰਘਰਸ਼ ਹੈ, ਉਹ ਛੋਟੀ ਜੀ ਨਿੱਕੀ ਜੀ ਬਲੜੀ ਇਹਦੇ ਵਿੱਚ ਬਿਆਨ ਕਰਦੀ ਹੈ। ਮੇਰੀ ਸਭ ਤੋਂ ਖੂਬਸੂਰਤ, ਮੇਰੀ ਸਭ ਤੋਂ ਬਹੁਤ ਪਸੰਦ ਮੇਰਾ ਕਿਰਦਾਰ ਚਾਰਲੀ ਚੈਪਲਨ, ਦੁਨੀਆ ਦਾ ਮਹਾਨ ਕਲਾਕਾਰ, ਆਪਣੀ ਬਾਇਓਗ੍ਰਾਫੀ ਦੇ ਵਿੱਚ ਆਪਣੀ ਉਦਾਸੀ ਨੂੰ ਕਿਸ ਤਰ੍ਹਾਂ ਲਿਖਦਾ ਹੈ। ਇਹ ਲਿਖਦੇ ਆ ਕਿ ਮੈਂ ਡਿਪਰੈਸ਼ਨ ਦਾ ਮਰੀਜ਼ ਹੋ ਗਿਆ ਤੇ ਮੈਂ ਡਾਕਟਰ ਕੋਲੇ ਗਿਆ ਤੇ ਡਾਕਟਰ ਨੇ ਕਿਹਾ ਤੂੰ ਚਾਰਲੀ ਚੈਪਲਨ ਦੀਆਂ ਫਿਲਮਾਂ ਦੇਖਿਆ ਕਰ, ਤੇਰਾ ਹੀ ਇਲਾਜ ਹੈ। ਤੇ ਕਹਿੰਦੇ ਮੈਂ ਹੀ ਚਾਰਲੀ ਚੈਪਲਨ ਆ। ਕਹਿੰਦੇ ਫੇਰ ਤੇਰਾ ਕੋਈ ਇਲਾਜ ਨਹੀਂ। ਇਸ ਤਰ੍ਹਾਂ ਦੇ ਕਿੰਨੇ ਹੀ ਘਟਨਾਕ੍ਰਮ ਹੈ। ਉਹ ਬੰਦਾ ਦੁਨੀਆ ਨੂੰ ਹਸਾਉਣ ਵਾਲਾ ਸੀ ਪਰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਇੰਨਾ ਉਦਾਸ ਸੀ, ਇੰਨਾ ਖਾਲੀ ਖਾਲੀ ਰਹਿੰਦਾ ਸੀ ਕਿ ਇਹਦਾ ਪਿਓ ਇਹਨਾਂ ਨੂੰ ਛੱਡ ਕੇ ਚਲੇ ਗਿਆ ਸੀ। ਮਾਂ ਨੂੰ ਪਾਗਲਪਣ ਦੇ ਦੌਰੇ ਪੈਂਦੇ ਸੀ ਤੇ ਭੁੱਖੇ ਰਹਿੰਦੇ ਸੀ ਇਹ ਕਈ ਦਿਨ। ਜਿਸ ਦਿਨ ਮਾਂ ਨੂੰ ਦੌਰੇ ਪੈਂਦੇ ਸੀ ਉਦੋਂ ਬੜੇ ਖੁਸ਼ ਹੁੰਦੇ ਸੀ। ਇਹ ਤੇ ਇਹਦਾ ਭਰਾ ਸਿਡਨੀ, ਸਿਰਫ ਇਸ ਕਰਕੇ ਕਿ ਮਾਂ ਹਸਪਤਾਲ ਦੇ ਵਿੱਚ ਜਾਊਗੀ, ਉੱਥੇ ਛੋਟੇ ਬੱਚੇ ਨੂੰ ਵੀ ਨਾਲ ਖਾਣਾ ਮਿਲੂਗਾ। ਜਿੱਦਣ ਇਹਨਾਂ ਦੀ ਮਾਂ ਠੀਕ ਹੋ ਜਾਂਦੀ ਸੀ ਉਦੋਂ ਇਹ ਦੋਵੇਂ ਭਰਾ ਬੈਠ ਕੇ ਰੋਂਦੇ ਹੁੰਦੇ ਸੀ, ਅੱਜ ਮਾਂ ਨੂੰ ਛੁੱਟੀ ਹੋ ਗਈ, ਸਾਨੂੰ ਖਾਣਾ ਕਿਸੇ ਨੇ ਨਹੀਂ ਦੇਣਾ। ਜਿੱਦਣ ਇਹ ਸੁਪਰਸਟਾਰ ਬਣਿਆ ਤੇ ਆਪਣੇ ਘਰੇ ਆਇਆ, ਮਾਂ ਪੂਰੀ ਤਰ੍ਹਾਂ ਪਾਗਲ ਹੋ ਚੁੱਕੀ ਸੀ ਤੇ ਕਿੰਨਾ ਉਦਾਸ ਹੋਇਆ ਕਿ ਮੈਂ ਅੱਜ ਸੁਪਰਸਟਾਰ, ਦੁਨੀਆ ਦੇ ਵਿੱਚ ਸਭ ਤੋਂ ਵੱਧ ਪੇਮੈਂਟ ਲੈਣ ਵਾਲਾ ਮੈਂ ਆ, ਪਰ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ। ਔਰ ਜਿਸ ਪ੍ਰੇਮਿਕਾ ਨੂੰ ਇਹਨੇ ਪਿਆਰ ਕੀਤਾ ਉਹ ਪ੍ਰੇਮਿਕਾ ਨੇ ਹੋਰ ਪਾਸੇ ਵਿਆਹ ਕੀਤਾ, ਪਰ ਆਪਣੀ ਫਿਲਮਾਂ ਦੀ ਹੀਰੋਇਨ ਅੰਤ ਤੱਕ ਉਸੇ ਨੂੰ ਲੈਂਦਾ ਰਿਹਾ ਚਾਰਲੀ ਚੈਪਲਨ। ਇਹ ਉਹਦੀ ਬਾਇਓਗ੍ਰਾਫੀ ਤੋਂ ਵਿੱਚੋਂ ਪਤਾ ਲੱਗਦਾ। ਸੰਘਰਸ਼ ਦੀ ਇੱਕ ਹੋਰ ਗਾਥਾ, ਚੀ ਗਵੇਰਾ, ਕਿਊਬਾ ਦਾ ਇਹ ਗੁਰਿੱਲਾ ਵਾਰ ਦਾ ਨਾਇਕ ਆਪਣੀ ਆਤਮ ਕਥਾ ਲਿਖਦਾ ਹੈ ਔਰ ਪੂਰੀ ਦੁਨੀਆ ਨੂੰ ਕਿਸ ਤਰ੍ਹਾਂ ਛੋਟੇ ਜਿਹੇ ਸ਼ਬਦਾਂ ਦੇ ਵਿੱਚ ਸਮੇਟਦਾ ਹੈ। ਜੇ ਤੁਸੀਂ ਆਪਣੇ ਬੱਚਿਆਂ ਨੂੰ ਇਹ ਸਾਂਝਾ ਕਰਨ ਲਈ ਦਿਓਗੇ,
ਸ਼ਾਇਦ ਉਹਨਾਂ ਨੂੰ ਪਤਾ ਲੱਗੂਗਾ ਕਿ ਰਾਸ਼ਟਰੀ ਚੇਤਨਾ ਕੀ ਹੁੰਦੀ ਹੈ, ਗੁਰਿੱਲਾ ਵਾਰ ਕੀ ਹੁੰਦੀ ਹੈ। ਔਰ ਉਹਨਾਂ ਨੇ ਭਾਵੇਂ ਗੁਰਿੱਲਾ ਵਾਰ ਨਹੀਂ ਲੜਨੀ, ਪਰ ਜ਼ਿੰਦਗੀ ਦੇ ਨਾਲ ਸੰਘਰਸ਼ ਕਰਨਾ ਤਾਂ ਉਹ ਸਿੱਖ ਹੀ ਜਾਣਗੇ। ਮੇਰੀ ਅਗਲੀ ਮੈਂ ਤੁਹਾਡੇ ਨਾਲ ਰੂਬਰੂ ਕਰਨ ਲੱਗਿਆ ਆਤਮ ਕਥਾ ਸਾਡੇ ਪੰਜਾਬ ਦਾ ਮਹਾ ਨਾਇਕ ਦਾਰਾ ਸਿੰਘ, ਕਿ ਤਕਰੀਬਨ 25 ਸਾਲ ਤੱਕ ਉਹਨਾਂ ਨੇ ਭਲਵਾਨੀ ਨਹੀਂ ਕੀਤੀ। ਉਹਨਾਂ ਨੂੰ ਪਤਾ ਨਹੀਂ ਸੀ ਮੈਂ ਭਲਵਾਨ ਹਾਂ। 25 ਸਾਲ ਤੋਂ ਬਾਅਦ ਭਲਵਾਨੀ ਸ਼ੁਰੂ ਕੀਤੀ। ਸੋ ਇਹ ਦੱਸਦੀ ਹੈ ਵੀ ਜਿੱਥੇ ਜਾਗੇ ਉੱਥੇ ਹੀ ਸਵੇਰਾ। ਸਵੇਟ ਮਾਡਰਨ, ਜੋ ਚਾਹੋ ਸੋ ਪਾਓ। ਸਵੇਟ ਮਾਡਰਨ ਜਿਹੜਾ ਆਪ ਕਦੀ ਸਫਲ ਨਹੀਂ ਹੋਇਆ ਹੈ। ਬਹੁਤ ਇਹਨਾਂ ਨੇ ਸਟਰਗਲ ਕੀਤਾ, ਜਿੱਥੇ ਵੀ ਜਾਂਦੇ ਸੀ ਅਸਫਲ ਹੋ ਜਾਂਦੇ ਸੀ, ਪਰ ਇਹਨਾਂ ਨੇ 1996 ਵਿੱਚ ਕਿਤਾਬ ਲਿਖੀ ਹਾਊ ਟੂ ਸਕਸੈਸ, ਦੁਨੀਆ ਦੀ ਸਭ ਤੋਂ ਸਫਲ ਕਿਤਾਬ ਹੋ ਗਈ। ਇਹ ਉਸ ਪਾਸੇ ਦੇ ਵਿੱਚ ਹੀ ਸਫਲਤਾ ਦਾ ਆਨੰਦ ਲੈਂਦੇ ਰਹੇ। ਸੂਖਮਤਾ ਦੇ ਨਾਲ, ਸੰਵੇਦਨਸ਼ੀਲਤਾ ਦੇ ਨਾਲ ਪੰਜਾਬ ਨੂੰ ਕਿਵੇਂ ਜਾਣਿਆ ਜਾਵੇ ਤਾਂ ਵਰਿਆਮ ਸਿੰਘ ਸੰਧੂ ਤੋਂ ਉੱਪਰ ਕਲਮ ਕੋਈ ਨਹੀਂ ਚੱਲ ਸਕਦੀ। ਸੋ ਉਹਨਾਂ ਦੀ ਚੌਥੀ ਕੂਟ, ਜਿਨ੍ਹਾਂ ਦੇ ਉੱਤੇ ਬਹੁਤ ਸਾਰੀਆਂ ਫਿਲਮਾਂ ਵੀ ਬਣ ਚੁੱਕੀਆਂ ਨੇ। ਮੇਰੇ ਟੀਚਰ ਵੀ ਰਹੇ ਨੇ ਬਹੁਤ ਵੱਡੇ ਉੱਘੇ ਵਿਦਵਾਨ ਸਰਦਾਰ ਨਰਿੰਦਰ ਸਿੰਘ ਕਪੂਰ। ਜਦੋਂ ਇਹ ਕਲਾਸ ਲਾਉਂਦੇ ਹੁੰਦੇ ਸੀ ਤਾਂ ਹੋਰ ਡਿਪਾਰਟਮੈਂਟ ਵਾਲੇ ਵਿਦਿਆਰਥੀ ਵੀ ਇਹਨਾਂ ਦੀ ਕਲਾਸ ਦੇ ਵਿੱਚ ਵੜ ਜਾਂਦੇ ਸੀ। ਬਹੁਤ ਸਾਰੀਆਂ ਕਿਤਾਬਾਂ ਨੇ ਇਹਨਾਂ ਦੀਆਂ, ਬੁਨਿਆਦਾਂ, ਦਰ ਦਰਵਾਜ਼ੇ, ਅੰਤਰਝਾਤ। ਔਰ ਇਹ ਇਸ ਕਿਸਮ ਦੀ ਪ੍ਰੇਰਣਾ ਸਾਨੂੰ ਦੇ ਦਿੰਦੇ ਹੁੰਦੇ ਸੀ ਕਿ ਸਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਜਿਹੜਾ ਬਿਲਕੁਲ ਹੀ ਬਦਲ ਜਾਂਦਾ ਸੀ। ਇੱਕ ਕਿਤਾਬ, ਹੈਰਾਨੀ ਵਾਲੀ ਗੱਲ ਹੈ ਕਿ ਅੰਗਰੇਜ਼ਾਂ ਬਾਰੇ ਸਾਨੂੰ ਬੜਾ ਗਲਤ ਪੜ੍ਹਾਇਆ ਗਿਆ। ਇਤਿਹਾਸ ਲਿਖਣ ਵਾਲਿਆਂ ਨੇ ਪਤਾ ਨਹੀਂ ਕਿਹੋ ਜਿਹਾ ਇਤਿਹਾਸ ਲਿਖਿਆ। ਅੰਗਰੇਜ਼ਾਂ ਦੀ ਬੜੀ ਜਿੱਥੇ ਇਹ ਦੇਣ ਰਹੀ ਕਿ ਸਾਡੀ ਤਰੱਕੀ ਲੈਂਦੀ। ਪੰਜਾਬ ਦਾ ਨਹਿਰੀ ਸਿਸਟਮ ਉਹਨਾਂ ਨੇ ਬਣਾਇਆ। ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਕਿਸੇ ਵੀ ਕਿਸਾਨ ਨੇ ਆਤਮ ਹੱਤਿਆ ਨਹੀਂ ਕੀਤੀ। ਭਰੂਣ ਹੱਤਿਆ ਵਿਰੁੱਧ ਪਹਿਲਾ ਕਾਨੂੰਨ ਹੈ ਜਿਹੜਾ, ਉਹ ਅੰਗਰੇਜ਼ ਲੈ ਕੇ ਆਏ ਸੀ। ਔਰ ਉਹਨਾਂ ਦੇ ਇੱਕ ਵਿਦਵਾਨ ਹੋਏ ਨੇ ਸਰ R.C. ਟੈਂਪਲ, ਜਿਨ੍ਹਾਂ ਨੇ ਸਾਡੇ ਫੋਕਲੋਰ ਨੂੰ, ਸਾਡੇ ਫੋਕ ਗੀਤਾਂ ਨੂੰ ਸੰਭਾਲਿਆ, ਅਨੁਵਾਦ ਕੀਤਾ। ਉਹਦਾ ਭਾਸ਼ਾ ਵਿਭਾਗ ਪੰਜਾਬ ਨੇ ਇਹ ਕਿਤਾਬ ਛਾਪੀ ਹੈ, ਬੜੀ ਸਸਤੀ ਕਿਤਾਬ ਹੈ ਔਰ ਇਹ ਅਸੀਂ ਦੱਸ ਸਕਦੇ ਹਾਂ। ਔਰ ਸਭ ਤੋਂ ਵੱਧ ਜਿਹੜੇ ਅੱਜ ਕੱਲ੍ਹ ਸਾਡੇ ਸਾਹਿਤਕਾਰ ਕੰਮ ਕਰ ਰਹੇ ਨੇ, ਸਾਡੇ IAS ਅਫਸਰ ਜੰਗ ਬਹਾਦਰ ਗੋਇਲ, ਉਹ ਵਿਸ਼ਵ ਦੇ ਸਾਹਿਤ ਨੂੰ ਪੜ੍ਹ ਕੇ ਉਹਦਾ ਪੰਜਾਬੀ ਦੇ ਵਿੱਚ ਸੌਖੇ ਸ਼ਬਦਾਂ ਦੇ ਵਿੱਚ, ਛੋਟੇ ਸ਼ਬਦਾਂ ਦੇ ਵਿੱਚ ਅਨੁਵਾਦ ਕਰ ਰਿਹਾ। ਜਿਹੜੇ 300 ਪੇਜਾਂ ਦੇ ਨਾਵਲ ਨੇ, ਤੁਹਾਡੇ ਕੋਲ ਵਕਤ ਹੈ ਨਹੀਂ ਪੜ੍ਹਨ ਦਾ, ਉਹਨਾਂ ਨੂੰ ਸੰਖੇਪ ਰੂਪ ਦੇ ਵਿੱਚ ਕਰ ਰਹੇ। ਵੱਡਾ ਸ਼ਾਹਕਾਰ ਕੰਮ ਕਰ ਰਹੇ, ਸਭ ਤੋਂ ਵੱਧ ਇਹ ਕੰਮ ਕਰ ਰਹੇ ਔਰ ਸਭ ਤੋਂ ਸੌਖਾ ਕੰਮ ਕਰ ਰਹੇ। ਬੁੱਢਾ ਤੇ ਸਮੁੰਦਰ, ਤੁਹਾਨੂੰ ਕਦੇ ਵੀ ਨਿਰਾਸ਼ਾ ਹੋਵੇ, ਕਦੇ ਵੀ ਉਦਾਸੀ ਹੋਵੇ, ਬੁੱਢਾ ਤੇ ਸਮੁੰਦਰ ਤੁਹਾਡੇ ਲਈ ਅਕੀਦਾ ਬਣ ਸਕਦਾ ਹੈ। ਹੈਮਿੰਗਵੇ ਅਮਰੀਕਾ ਦਾ ਇੱਕ ਬਹੁਤ ਵੱਡਾ ਸਾਹਿਤਕਾਰ, ਇੱਕ ਬੁੱਢਾ ਇਕੱਲਾ ਹੀ ਬਹੁਤ ਸਮੁੰਦਰੀ ਤੂਫਾਨ ਦੇ ਵਿੱਚ ਮੱਛੀ ਫੜਨ ਜਾਂਦਾ ਹੈ, ਪੂਰਾ ਘਿਰ ਜਾਂਦਾ ਹੈ, ਪੂਰੀ ਗਾਥਾ। ਉਹ ਆਪਣਾ ਹੌਸਲਾ ਨਹੀਂ ਛੱਡਦਾ, ਅੰਤ ਦੇ ਵਿੱਚ ਬਹੁਤ ਵੱਡੀ ਮੱਛੀ ਫੜ ਕੇ ਲੈ ਕੇ ਆਉਂਦਾ ਹੈ। ਇਹ ਵੈਸੇ ਤਾਂ ਇੱਕ ਪਵਿੱਤਰ ਗ੍ਰੰਥੀ ਹੋਣਾ ਚਾਹੀਦਾ, ਪਰ ਇਹਦੇ ਤੋਂ ਸਾਡੇ ਪੋਲੀਟੀਸ਼ੀਅਨਸ ਬੜਾ ਭਰਦੇ ਨੇ। ਕਾਰਲ ਮਾਰਕਸ, ਸੋ ਕਾਰਲ ਮਾਰਕਸ ਹਰ ਘਰ ਦੇ ਵਿੱਚ ਜਦੋਂ ਹੋਊਗਾ ਤਾਂ ਰਾਜਸੀ ਚੇਤਨਾ, ਤੁਹਾਨੂੰ ਜਾਗਰਤੀ, ਸਿਆਣਪ ਤੁਹਾਡੇ ਬਿਲਕੁਲ ਅੰਦਰ ਬਾਹਰ ਆਊਗੀ। ਐਂਟਨ ਚੈਖਵ, ਨਾਟਕ ਤੇ ਕਹਾਣੀਆਂ ਦਾ ਬਾਦਸ਼ਾਹ ਐਂਟਨ ਚੈਖਵ, ਜਿਹੜਾ ਕਿ ਸਿਸਟਮ ਨੂੰ ਇੰਨਾ ਸਮਝਦਾ ਸੀ, ਕਾਰਲ ਮਾਰਕਸ ਦਾ ਅਗਲੀ ਪੀੜ੍ਹੀ ਦਾ ਲੇਖਕ। ਸੋ ਆਪਣੀ ਆਪਣੀ ਡਫਲੀ, ਆਪਣਾ ਆਪਣਾ ਰਾਗ, ਇਸ ਕਿਸਮ ਦੇ ਉੱਤੇ ਉਹਨਾਂ ਨੇ ਕਹਾਣੀਆਂ ਇੰਨੀਆਂ ਖੂਬਸੂਰਤ ਲਿਖੀਆਂ ਵੀ ਬੰਦਾ ਦੰਗ ਰਹਿ ਜਾਂਦਾ ਹੈ। ਔਰ ਸਭ ਤੋਂ ਵੱਧ ਸਾਡਾ ਵਿਚਾਰਵਾਨ ਇਨਕਲਾਬੀ ਭਗਤ ਸਿੰਘ ਦੀਆਂ ਕਿਤਾਬਾਂ ਇੰਨੀਆਂ ਲਿਖੀਆਂ ਹੋਈਆਂ ਨੇ, ਉਹਨਾਂ ਦੇ ਉੱਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ। ਇਹ ਤੁਹਾਡੀ ਲਾਇਬ੍ਰੇਰੀ ਦਾ ਸ਼ਿੰਗਾਰ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਇਹਨੇ ਖਾਸ ਤੌਰ ਤੇ ਨੌਜਵਾਨਾਂ ਲਈ ਜੋ ਲਿਖਿਆ, ਵਿਦਿਆਰਥੀਆਂ ਲਈ ਜੋ ਲਿਖਿਆ, ਬਾ ਕਮਾਲ ਲਿਖਿਆ। ਮੈਂ ਨਾਸਤਿਕ ਕਿਉਂ ਹਾਂ, ਭਾਰਤ ਵਿੱਚ ਇਨਕਲਾਬ ਦੀ ਸਥਿਤੀ। ਇਸ ਕਿਤਾਬ ਦੇ ਨਾਲ ਮੇਰਾ ਨਿੱਜੀ ਸੰਬੰਧ ਹੈ। ਅਲੈਕਸੇਈ ਦੀ ਗਾਥਾ, ਅਸਲੀ ਇਨਸਾਨ ਦੀ ਕਹਾਣੀ, ਜਿਹੜਾ ਰਸ਼ੀਆ ਦਾ ਅਸਲੀ ਕਿਰਦਾਰ ਹੋਇਆ। ਇੱਕ ਫੌਜੀ ਜਿਹਦਾ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ, ਉਹ ਜਹਾਜ਼ ਦੇ ਕ੍ਰੈਸ਼ ਤੋਂ ਬਾਅਦ ਪੂਰੀ ਗਲੇਸ਼ੀਅਰ ਦੇ ਵਿੱਚੋਂ ਥੱਲੇ ਰੁੜਕਦਾ ਆਉਂਦਾ ਹੈ। ਜਦੋਂ ਆਪਣੇ ਬੇਸ ਕੈਂਪ ਦੇ ਵਿੱਚ ਪਹੁੰਚਦਾ, ਉਹਦੀ ਪੂਰੀਆਂ ਲੱਤਾਂ ਖਤਮ ਹੋ ਚੁੱਕੀਆਂ ਨੇ। ਉਦੋਂ ਉੱਪਰ ਲੜਦੇ ਜਹਾਜ਼ਾਂ ਨੂੰ ਦੇਖ ਕੇ ਫੇਰ ਸੁਪਨਾ ਲੈਂਦਾ, ਮੈਂ ਜਹਾਜ਼ ਲੜਾਉਣੇ ਨੇ, ਜਹਾਜ਼ ਉਡਾਉਣੇ ਨੇ। ਔਰ ਉਹਦੀ ਲੱਤਾਂ ਖਤਮ ਹੋ ਚੁੱਕੀਆਂ, ਲੱਤਾਂ ਵੱਢ ਦਿੱਤੀਆਂ ਜਾਂਦੀਆਂ। ਉਹ ਪ੍ਰੈਕਟਿਸ ਕਰਦਾ ਹੈ, ਲੱਤਾਂ ਨੂੰ ਨਕਲੀ ਲੱਤਾਂ ਦੇ ਨਾਲ ਪ੍ਰੈਕਟਿਸ ਕਰਦਾ ਹੈ।
ਤੇ ਅੰਤ ਦੇ ਵਿੱਚ ਉਹਨੂੰ ਮੌਕਾ ਮਿਲਦਾ ਜੰਗ ਦੇ ਵਿੱਚ ਜਾਣ ਦਾ, ਉਹ ਫੇਰ ਤੋਂ ਜਹਾਜ਼ ਉਡਾਉਂਦਾ ਹੈ ਔਰ ਦੁਸ਼ਮਣਾਂ ਦੇ ਦੰਦ ਖੱਟੇ ਕਰਦਾ ਹੈ। ਇਹ ਜਦੋਂ ਵੀ ਕੋਈ ਤੁਹਾਡੇ ਅੰਦਰ ਇਹ ਹੁੰਦਾ ਕਿ ਮੇਰੇ ਅੰਦਰ ਇਸ ਚੀਜ਼ ਦੀ ਕਮੀ ਪੈਦਾ ਹੋ ਗਈ, ਤੁਹਾਡੇ ਨੂੰ ਕੋਈ ਫੀਅਰ, ਕੋਈ ਡਰ ਪੈਦਾ ਹੁੰਦਾ, ਤੇ ਕਿਤਾਬ ਹੈ ਜਿਹੜੀ ਬਹੁਤ ਮਦਦ ਕਰਦੀ ਹੈ। ਓਸ਼ੋ ਜਿਹੜਾ ਬਹੁਤ ਦੁਨੀਆ ਦੇ ਫਿਲਾਸਫਰਾਂ ਦੇ ਵਿੱਚ ਗਿਣਿਆ ਜਾਂਦਾ ਹੈ, ਉਹਦਾ ਸਿੱਖਿਆ ਖੇਤਰ ਦੇ ਵਿੱਚ ਜਿਹੜੀ ਕਿਤਾਬਾਂ ਉਹਨੇ ਲਿਖੀਆਂ ਨੇ ਉਹ ਵੀ ਸਾਡੀਆਂ ਲਾਇਬ੍ਰੇਰੀ ਦਾ ਸ਼ਿੰਗਾਰ ਨੇ। ਗੁਰਪ੍ਰੀਤ ਸਿੰਘ ਤੂਰ IPS ਅਧਿਕਾਰੀ, ਜਿਨ੍ਹਾਂ ਨੇ ਨਿੱਜੀ ਤੌਰ ਦੇ ਉੱਤੇ ਨਸ਼ਿਆਂ ਤੇ ਜੋ ਕੰਮ ਦੇਖਿਆ, ਜੋ ਮਹਿਸੂਸ ਕੀਤਾ ਤੇ ਜੋ ਲਿਖਿਆ, ਇਹ ਤਾਂ ਸਿਲੇਬਸ ਦਾ ਪਾਰਟ ਬਣਨੀ ਚਾਹੀਦੀਆਂ ਨੇ ਇਹ ਕਿਤਾਬਾਂ। ਹੈਰਾਨੀ ਵਾਲੀ ਗੱਲ ਹੈ ਕਿ ਲਾਇਬ੍ਰੇਰੀਆਂ ਦੇ ਵਿੱਚ ਹਜੇ ਤੱਕ ਵੀ ਪਹੁੰਚਾਈਆਂ ਨਹੀਂ ਗਈਆਂ। ਇਹ ਸਿਲੇਬਸ 'ਚ ਲੱਗਣੀ ਚਾਹੀਦੀਆਂ ਨੇ। ਉਹ ਜੋ ਡਾਟਾ ਉਹਨਾਂ ਨੇ ਉਸ ਦੀ ਅੰਤਰਾਤਮਾ ਨੂੰ ਫੜ ਕੇ ਨਸ਼ਿਆਂ ਤੋਂ ਪੀੜਤ ਲੋਕਾਂ ਦੀ ਪੁਲਿਸ ਅਫਸਰ ਹੋਣ ਦੇ ਬਾਵਜੂਦ ਜੋ ਲਿਖਿਆ, ਬਾ ਕਮਾਲ ਲਿਖਿਆ। ਤੁਸੀਂ ਜੇ ਆਪਣੇ ਬੱਚੇ ਨੂੰ ਦਿਓਗੇ ਇਹ ਪੜ੍ਹਨ ਦੇ ਲਈ, ਤਾਂ ਸ਼ਰਤੀਆ ਗੱਲ ਹੈ ਉਹ ਨਸ਼ਿਆਂ ਵੱਲ ਜਾਣਗੇ ਨਹੀਂ। ਜੇ ਜਾ ਚੁੱਕੇ ਨੇ ਇਹ ਕਿਤਾਬ ਪੜ੍ਹ ਕੇ ਉਹ ਵਾਪਸ ਪਰਤ ਆਉਣਗੇ ਅੰਨੀ ਗਲੀਆਂ ਦੇ ਮੋੜ ਤੋਂ। ਅੰਨਾ ਕਰੇਨਿਨਾ ਲਿਓ ਟੋਲਸਟੋਏ 2500 ਕਿਰਦਾਰਾਂ ਦਾ ਇੱਕੋ ਇੱਕ ਨਾਵਲ। ਤੁਹਾਡੀ ਕਲਪਨਾ ਸ਼ਕਤੀ ਕਿੰਨੀ ਵਿਸ਼ਾਲ ਹੋ ਸਕਦੀ ਹੈ। ਲਿਓ ਟੋਲਸਟੋਏ। ਮੈਕਸਿਮਮ ਗੋਰਕੀ ਜਿਹੜਾ ਦੁਨੀਆ ਦੇ ਮਹਾਨ ਸਾਹਿਤਕਾਰਾਂ ਦੇ ਵਿੱਚ ਆਉਂਦਾ ਹੈ। ਮਾਂ ਨਾਵਲ ਹੈ ਜਿਹੜਾ ਉਹ ਹਰ ਇੱਕ ਤਕਰੀਬਨ ਬੰਦੇ ਨੇ ਜ਼ਰੂਰ ਪੜ੍ਹਿਆ ਹੁੰਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ, ਪਰ ਇਹ ਸਾਰੀਆਂ ਕਿਤਾਬਾਂ, ਇਹ ਸਾਹਿਤ ਤੁਹਾਡੇ ਮਾਨਸਿਕ ਪੱਧਰ, ਤੁਹਾਡੀ ਰੁਚੀ, ਤੁਹਾਡੇ ਇੰਟਰਸਟ ਦੇ ਨਾਲ ਜੁੜਿਆ ਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਸਿਲੇਬਸ ਦੀਆਂ ਕਿਤਾਬਾਂ ਪੜ੍ਹੀਆਂ ਜਾਣ। ਇਹਦਾ ਮਤਲਬ ਇਹ ਨਹੀਂ ਕਿ ਸਾਹਿਤ ਹੀ ਪੜ੍ਹਿਆ ਜਾਵੇ, ਸਿਲੇਬਸ ਦੀਆਂ ਕਿਤਾਬਾਂ ਦਰਕਿਨਾਰ ਕਰ ਦਿੱਤੀਆਂ ਜਾਣ। ਪਰ ਜੇ ਜ਼ਿੰਦਗੀ ਦਾ ਅਸਲ ਸੰਘਰਸ਼ ਤੁਸੀਂ ਸਿੱਖਣਾ ਹੈ, ਜ਼ਿੰਦਗੀ ਦੇ ਅਸਲ ਸ਼ੀਸ਼ਿਆਂ ਦੇ ਰੂਬਰੂ ਹੋਣਾ ਹੈ, ਜ਼ਿੰਦਗੀ ਦਾ ਅਸਲ ਆਈਨਾ ਤੁਸੀਂ ਵੇਖਣਾ ਚਾਹੁੰਦੇ ਹੋ, ਤਾਂ ਇਹ ਕਿਤਾਬਾਂ ਹੀ ਤੁਹਾਨੂੰ ਆਈਨਾ ਵਿਖਾ ਸਕਦੀਆਂ ਨੇ। ਇਹਨਾਂ ਵਿੱਚ ਹੀ ਉਹ ਤਾਕਤ ਹੈ। ਸੋ ਤੁਸੀਂ ਕਿਸ ਤਰ੍ਹਾਂ ਦਾ ਸਾਹਿਤ ਪੜ੍ਹਨਾ ਚਾਹੁੰਦੇ ਹੋ, ਸ਼ੁਰੂਆਤ ਕਰਨੀ ਚਾਹੁੰਦੇ ਹੋ, ਕਿਸ ਕਿਸਮ ਦੇ ਨਾਲ ਆਉਣਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਵਧੀਆ ਕਿਤਾਬ ਸੁਜੈਸਟ ਕਰ ਸਕੀਏ।